ਹਾਂਜੀ ਪਿਆਰੇ ਦਰਸ਼ਕੋ, ਤੁਸੀਂ ਅੱਜ ਦੇਖ ਰਹੇ ਹੋ ਸਾਂਝਾ ਸੁਨੇਹਾ ਪ੍ਰੋਗਰਾਮ। ਤੇ ਅਸੀਂ ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ। ਤੇ ਮੇਰੇ ਵੱਲੋਂ ਯਾਨੀ ਕਿ ਗੁਰਬਚਨ ਵੱਲੋਂ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਬਹੁਤ ਹੀ ਸਤਿਕਾਰ ਭਰੀ, ਪਿਆਰ ਭਰੀ ਸਤਿ ਸ੍ਰੀ ਅਕਾਲ, ਜੈ ਭੀਮ, ਜੈ ਭਾਰਤ। ਤੇ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਅੰਬੇਡਕਰ ਸਾਹਿਬ ਉਹਨਾਂ ਦੀ ਜੀਵਨੀ ਤੇ, ਕਿ ਡਾਕਟਰ ਸਾਹਿਬ ਨੇ ਸਾਨੂੰ ਕੀ ਕੁਛ ਸਾਡੇ ਸਮਾਜ ਨੂੰ ਦੇ ਕੇ ਗਏ ਤੇ ਕੀ ਅੱਜ ਉਹਨਾਂ ਦੀ ਦਿੱਤੇ ਹੋਏ ਸੁਨੇਹੇ ਨੂੰ ਦੱਬਿਆ ਕੁਚਲਿਆ ਜਾ ਰਿਹਾ ਜਾਂ ਕਿ ਉਸ ਦੀ ਜੋ ਕਿ ਸਾਡਾ ਸੰਵਿਧਾਨ ਆ ਉਹਨੂੰ ਮੰਨਿਆ ਜਾ ਰਿਹਾ। ਇਸ ਬਾਰੇ ਸਾਡੇ ਨਾਲ ਅੱਜ ਸਰਦਾਰ ਇੰਦਰਜੀਤ ਸਿੰਘ ਹੋਣੀ ਬੱਲੋਵਾਲ, ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ, ਤੇ ਨਾਲ ਹੀ ਸਾਡੇ ਨਾਲ ਜੁੜੇ ਡਾਕਟਰ ਹਰਚੰਦ ਸਿੰਘ, ਉਹ ਵੀ ਅਮਰੀਕਾ ਦੇ ਵਿੱਚ ਹੀ ਰਹਿ ਰਹੇ। ਤੇ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਹਰਚੰਦ ਸਿੰਘ ਦਾ ਤੇ ਸਰਦਾਰ ਇੰਦਰਜੀਤ ਸਿੰਘ ਬੱਲੋਵਾਲ ਸਾਹਿਬ ਦਾ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਆਪਣੇ ਸਾਂਝਾ ਸੁਨੇਹਾ ਪ੍ਰੋਗਰਾਮ ਵਿੱਚ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਡਾਕਟਰ ਸਾਹਿਬ, ਅਸੀਂ ਤੁਹਾਡੇ ਕੋਲੋਂ ਹੁਣ ਡਾਕਟਰ ਅੰਬੇਡਕਰ ਸਾਹਿਬ ਦੇ ਜੀਵਨੀ ਬਾਰੇ ਕੁਝ ਸਵਾਲ ਪੁੱਛਾਂਗੇ ਤੇ ਤੁਸੀਂ ਕਾਫੀ ਕੁਝ ਹਿਸਟਰੀ ਬਾਰੇ ਜਾਣਦੇ ਆ, ਕਿਉਂਕਿ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਰਹਿ ਕੇ ਵੀ ਕਾਫੀ ਇੰਡੀਆ ਦੀ ਹਿਸਟਰੀ ਨਾਲ ਜੁੜੇ ਆ। ਤੇ ਤੁਸੀਂ ਅੱਗੇ ਵੀ ਅਸੀਂ ਪ੍ਰੋਗਰਾਮ ਕੀਤੇ, ਕਾਫੀ ਸਮੇਂ ਦੇ ਆਧਾਰ ਤੇ ਅਸੀਂ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ ਤੇ ਸਰੋਤਿਆਂ ਦੇ ਰੂਬਰੂ ਹੁੰਦੇ ਹਾਂ। ਤੇ ਕਾਫੀ ਕੁਛ ਤੁਸੀਂ ਬਹੁਤ ਜ਼ਿਆਦਾ ਸੁਚੱਜੇ ਢੰਗ ਦੇ ਨਾਲ ਸਾਨੂੰ ਆਪਣੀਆਂ ਸੁਝਾਅ ਦਿੰਦੇ ਆ। ਤੇ ਕੀ ਤੁਸੀਂ ਡਾਕਟਰ ਅੰਬੇਦਕਰ ਬਾਰੇ ਸ਼ੁਰੂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿ ਡਾਕਟਰ ਅੰਬੇਦਕਰ ਦਾ ਤੇ ਨਾਂ ਸੁਣਦਿਆਂ ਸਾਰੀ ਅੱਖਾਂ ਝੁਕ ਜਾਂਦੀਆਂ ਨੇ ਤੇ ਲੱਗਦਾ ਕਿ ਅੱਜ ਜੋ ਵੀ ਹਾਂ ਅਸੀਂ ਇਹਨਾਂ ਦੀ ਹੀ ਬਦੌਲਤ ਹਾਂ, ਡਾਕਟਰ ਅੰਬੇਦਕਰ ਦੀ ਬਦੌਲਤ ਹੀ ਹਾਂ ਅਸੀਂ। ਔਰ ਇਹ ਇੱਕ ਯੁੱਗ ਪੁਰਸ਼ ਜਿਨ੍ਹਾਂ ਦਾ ਇਹ ਜਿਹੇ ਮਹਾਨ ਸ਼ਖਸੀਅਤਾਂ ਹਜ਼ਾਰਾਂ ਸਾਲਾਂ ਬਾਅਦ ਕਦੇ ਆਉਂਦੀਆਂ ਨੇ। ਤੇ ਡਾਕਟਰ ਅੰਬੇਦਕਰ ਦੁਨੀਆ ਦੇ 6 ਦਿਮਾਗਾਂ ਵਿੱਚੋਂ ਇੱਕ ਸੀਗੇ। ਇਹਨਾਂ ਦਾ ਰੁਤਬਾ ਸੀਗਾ, ਇਹਨਾਂ ਦੀ ਇੰਟੈਲੀਜੈਂਸ ਸੀ, ਇਹਨਾਂ ਦੀ ਮਹਾਨਤਾ, ਇਹਨਾਂ ਦੀ ਵਿਦਵਾਨਤਾ ਇੰਨੀ ਸੀਗੀ ਕਿ ਇਹਨਾਂ ਨੂੰ ਆਖਿਆ ਕਿ ਦੁਨੀਆ ਦੇ ਵਿੱਚ 6 ਬੰਦੇ ਨੇ ਜਿਨ੍ਹਾਂ ਚੋਂ ਇੱਕ ਡਾਕਟਰ ਅੰਬੇਦਕਰ ਨੇ। ਔਰ ਇਹਨਾਂ ਦਾ ਵਿਚਾਰ ਸੀ ਕਿ ਜੇ ਵਿਚਾਰਾਂ ਦਾ ਜਾਂ ਵਿਚਾਰਾਂ ਵਿੱਚ ਪਰਿਵਰਤਨ ਨਹੀਂ ਕਰਾਂਗੇ ਤਾਂ ਸਾਡੇ ਸਾਡੇ ਕਰੈਕਟਰ ਵਿੱਚ ਵੀ ਕੋਈ ਪਰਿਵਰਤਨ ਨਹੀਂ ਆ ਸਕਦਾ। ਅਤੇ ਇਹਨਾਂ ਦੀ ਜਿਹੜੀ ਫਿਲੋਸਫੀ ਸੀਗੀ ਅਤੇ ਇਹਨਾਂ ਦਾ ਸਿਧਾਂਤਕ ਤੌਰ 'ਤੇ ਔਰ ਜੋ ਉਹ ਗ੍ਰੰਥ ਸਾਹਿਬ ਨਾਲ ਇਹਨਾਂ ਦੀ ਫਿਲੋਸਫੀ ਬਹੁਤ ਜ਼ਿਆਦਾ ਮਿਲਦੀ ਜੁਲਦੀ ਆ। ਔਰ ਜਿਸ ਤਰ੍ਹਾਂ ਐਜੂਕੇਟ, ਵੱਧ ਤੋਂ ਵੱਧ ਵਿੱਦਿਆ ਲਓ, ਸੰਘਰਸ਼ ਕਰੋ, ਸੰਗਠਨ ਬਣਾਈ ਰੱਖੋ, ਇਹ ਸਾਰੇ ਗ੍ਰੰਥ ਸਾਹਿਬ ਦੇ ਸਿਧਾਂਤ ਨੇ ਅਤੇ ਬਾਣੀ ਦੇ ਆਧਾਰ 'ਤੇ ਹੈਗੇ ਨੇ ਇਹ। ਅਤੇ ਵੀ ਕਦੇ ਤੁਸੀਂ ਬੇਅਸ ਨਾ ਹੋਵੋ, ਆਪਣੇ ਆਪ 'ਤੇ ਮਾਣ ਰੱਖੋ। ਅਤੇ ਇਸ ਮਹਾਨ ਸ਼ਖਸੀਅਤ ਦਾ ਜਨਮ 14 ਅਪ੍ਰੈਲ 1891 ਨੂੰ MP ਦੇ ਪਿੰਡ ਮਹੋ ਵਿੱਚ ਹੋਇਆ ਸੀਗਾ। ਪਰ ਇਹਨਾਂ ਦੇ ਵਡੇਰੇ ਮਹਾਰਾਸ਼ਟਰਾ ਤੋਂ ਸਨ, ਇਹ ਮਹਾਰ ਜਾਤੀ ਦੇ ਨਾਲ ਸੰਬੰਧਿਤ ਸਨ। ਅਤੇ ਡਾਕਟਰ ਅੰਬੇਦਕਰ ਜੀ ਇਹ 14 ਭੈਣ ਭਰਾ ਸੀਗੇ ਔਰ ਇਹ 14ਵੇਂ ਸਭ ਤੋਂ ਯੰਗਰ ਫੈਮਿਲੀ ਦੇ ਵਿੱਚ 14ਵੀਂ ਸੰਤਾਨ ਸੀਗੀ। ਪਰ ਇੱਕ ਟ੍ਰੈਜਡੀ ਹੋਈ ਕਿ 6 ਸਾਲ ਦੀ ਉਮਰ 'ਚ ਇਹਨਾਂ ਦੀ ਮਾਤਾ ਜੀ ਦੀ ਡੈਥ ਹੋਈ ਤਾਂ ਇਹਨਾਂ ਦੀ ਭੂਆ ਨੇ ਪਾਲਿਆ ਇਹਨਾਂ ਨੂੰ। ਔਰ ਉਹ ਪਰਿਵਾਰ ਕਬੀਰਪੰਥੀ ਸੀਗਾ। ਕਬੀਰਪੰਥੀ ਹੋਣ ਕਰਕੇ ਉਹ ਸਿੱਖੀ ਸਿਧਾਂਤ ਨਾਲ ਜੁੜੇ ਹੋਏ ਸੀਗੇ ਅਤੇ ਇਹਨਾਂ ਦੇ ਪਿਤਾ ਜੀ ਅੰਗਰੇਜ਼ੀ ਫੌਜ ਵਿੱਚ ਫੌਜੀ ਸੀਗੇ ਅਤੇ ਜਿਹੜੇ ਕਿ ਬਾਅਦ ਵਿੱਚ ਸੂਬੇਦਾਰ ਰੈਂਕ 'ਤੇ ਰਿਟਾਇਰ ਹੋਏ ਨੇ। ਤੇ ਡਾਕਟਰ ਸਾਹਿਬ, ਤੁਸੀਂ ਜਿੱਦਾਂ ਦੱਸਿਆ ਇਹਨਾਂ ਦੀ ਜੀਵਨੀ ਬਾਰੇ ਸ਼ੁਰੂ ਤੋਂ, ਤੇ ਫਿਰ ਇਹਨਾਂ ਦੀ ਜਿਹੜੀ ਵਿਦਿਆਰਥੀ ਜੀਵਨ ਕਿਹੋ ਜਿਹਾ ਸੀ ਜਦੋਂ ਇਹਨਾਂ ਦੀ ਵਿੱਦਿਆ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ, ਤੇ ਫਿਰ ਤੁਸੀਂ ਉਹਨਾਂ ਤੇ ਥੋੜਾ ਜਿਹਾ ਵਿਸਥਾਰ ਪੂਰਵਕ ਦੱਸੋ। ਦੇਖੋ, ਇਹਨਾਂ ਦਾ ਬਚਪਨ ਬੜੌਦਾ ਰਿਆਸਤ MP ਵਿੱਚ, ਇੰਦੌਰ ਵਿੱਚ ਬਚਪਨ ਸ਼ੁਰੂ ਹੋਇਆ ਇਹਨਾਂ ਦਾ।
ਜੀ। ਔਰ ਇਹ ਸਕੂਲ 'ਚ ਪੜ੍ਹਦਿਆਂ ਨੂੰ ਹੀ ਬਹੁਤ ਛੂਆ-ਛਾਤ ਦਾ ਇਹਨਾਂ ਨੂੰ ਅਹਿਸਾਸ ਹੋਇਆ ਕਿ ਵੀ ਕੁਝ ਠੀਕ ਨਹੀਂ ਹੈ। ਅਤੇ ਹੂੰ ਕਈ ਹੂੰ ਵਾਰੀ ਉੱਚੀ ਜਾਤ ਦਿਆਂ ਬੱਚਿਆਂ ਨੇ ਕੁੱਟਿਆ ਕਿ ਉਹਨਾਂ ਦੇ ਘੜੇ 'ਚੋਂ ਪਾਣੀ ਪੀਤਾ ਇਹਨਾਂ ਨੇ। ਔਰ ਕਈ ਵਾਰੀ ਕੁੱਟਮਾਰ ਝੱਲਣੀ ਪਈ। ਇੱਕ ਵਾਰੀ ਇਹਨਾਂ ਨੂੰ ਬੈਲ ਗੱਡੀ 'ਤੇ ਨਹੀਂ ਚੜ੍ਹਨ ਦਿੱਤਾ, ਕਿਹਾ ਕਿ ਦੁੱਗਣਾ ਕਿਰਾਇਆ ਦੇ ਅਤੇ ਬਲਦ ਵੀ ਆਪ ਹੱਕ। ਅਤੇ ਹੂੰ ਬਹੁਤ ਕੋਈ ਨਾਈ ਤੱਕ ਇਹਨਾਂ ਦੇ ਵਾਲ ਨਹੀਂ ਸੀ ਕੱਟਦਾ। ਉੱਥੇ ਭੇਡਾਂ ਬੱਕਰੀਆਂ ਦੇ ਵਾਲ ਤਾਂ ਕੱਟ ਸਕਦੇ ਸੀਗੇ, ਇੱਕ ਛੂਤ ਬੱਚਿਆਂ ਦੇ ਵਾਲ ਨਹੀਂ ਸੀ ਕੱਟਦਾ। ਬਹੁਤ ਇਹੋ ਜਿਹੀਆਂ ਇਹਨਾਂ ਦੇ ਹਾਲਾਤਾਂ ਥਰੂ ਲੰਘੇ ਨੇ। ਪਰ ਇਹਨਾਂ ਦਾ ਜਿਹੜਾ ਵਿਦਿਆਰਥੀ ਜੀਵਨ ਬਹੁਤ ਹੀ ਮਤਲਬ ਜਦੋਂ ਪੜ੍ਹਿਆ ਤਾਂ ਬੜਾ ਹੀ ਮਤਲਬ ਦੁੱਖ ਹੁੰਦਾ ਦੇਖ ਕੇ। ਇਹ ਜੀ। ਬਹੁਤ ਹੀ ਤੇਜ਼ ਬੁੱਧੀ ਦੇ ਸੀਗੇ ਔਰ ਇਹਨਾਂ ਨਾਲ ਇਤਨੀ ਨਫ਼ਰਤ ਦੇ ਮੁਤਾਬਕ ਹੁੰਦਾ ਵੀ ਇਹ ਬੜੇ ਅੱਵਲ ਰਹੇ ਨੇ ਹਮੇਸ਼ਾ ਅੱਗੇ ਸੀ ਪੜ੍ਹਾਈ ਵਿੱਚ। ਅਤੇ ਹੂੰ ਹੂੰ ਇਹਨਾਂ ਦੇ ਇੱਕ ਟੀਚਰ ਦਾ ਨਾਂ ਅੰਬੇਦਕਰ ਸੀਗਾ। ਉਹ ਇਹਨੂੰ ਬਹੁਤ ਲਾਈਕ ਅੱਛਾ ਜੀ। ਕਰਦਾ ਸੀਗਾ। ਉਹਨੂੰ ਪਤਾ ਸੀਗਾ ਕਿ ਵੀ ਇਹ ਭੀਮ ਰਾਓ ਦਾ ਜਿਹੜਾ ਫਿਊਚਰ ਬਹੁਤ ਵਧੀਆ ਹੈਗਾ, ਬਹੁਤ ਲਾਈਕ ਬੱਚਾ ਹੈਗਾ। ਪਰ ਹੂੰ ਉਹ ਹੂੰ ਅਤੇ ਉਹ ਉਹਨੂੰ ਬਹੁਤ ਹੀ ਪਿਆਰ ਕਰਦਾ ਸੀਗਾ। ਉਹਨੇ ਉਹਦਾ ਨਾਂ ਆਪ ਦਾ ਨਾਂ ਅੰਬੇਦਕਰ, ਭੀਮ ਰਾਓ ਅੰਬੇਦਕਰ ਬਣਾ ਦਿੱਤਾ ਇਹਨੂੰ, ਇਹਨਾਂ ਦਾ ਨਾਂ। ਜੀ। ਅਤੇ ਇਹਨਾਂ ਦਾ ਜਿਹੜਾ ਫੈਮਿਲੀ ਨਾਂ ਸੀਗਾ ਨਾ, ਉਹ ਸੀਗਾ ਸਕਪਾਲ ਸੀਗਾ ਫੈਮਿਲੀ ਨਾਂ ਇਹਨਾਂ ਦਾ। ਅਤੇ ਪਰ ਇਹਨਾਂ ਨੇ ਜੀ। ਭੀਮ ਰਾਓ ਅੰਬੇਦਕਰ ਇਹਨਾਂ ਦਾ ਲਾਸਟ ਨਾਂ ਆਪਦਾ ਨਾਂ ਉਹਨੂੰ ਦੇ ਦਿੱਤਾ। ਹੂੰ ਹੂੰ ਅਤੇ ਉਹ ਗਰੀਬੀ ਘਰ 'ਚ ਬਹੁਤ ਸੀਗੀ। 1904 ਸਕੂਲ ਪੜ੍ਹਦੇ ਸੀਗੇ। ਬੱਚੇ ਸੀ, ਫੈਮਿਲੀ ਸੀ ਜ਼ਿਆਦਾ, ਇੱਕ ਕਮਰੇ 'ਚ ਰਹਿੰਦੇ ਸੀ ਸਾਰੀ ਫੈਮਿਲੀ। ਉਹ ਇਕੱਠੇ ਸੌਂ ਵੀ ਨਹੀਂ ਸਕਦੇ ਸੀਗੇ। ਇਹਨਾਂ ਦੇ ਹਾਲਾਤ ਇਹੋ ਜਿਹੇ ਬਣ ਗਏ ਕਿ ਵੀ ਇਹਨਾਂ ਨੇ ਟਾਈਮ ਵੰਡਿਆ ਸੀਗਾ ਵੀ ਕਿਹੜੇ ਟਾਈਮ 'ਤੇ ਵੀ ਕੌਣ ਕੌਣ ਸੌਏਗਾ। ਔਰ ਅੱਛਾ ਜੀ। ਹਾਂਜੀ, ਭੀਮ ਰਾਓ ਨੂੰ ਦਿੱਤਾ ਟਾਈਮ ਕਿ ਤੂੰ 2 ਵਜੇ ਤੱਕ ਸੌਣਾ ਰਾਤ ਦੇ ਜਲਦੀ ਪੈ ਕੇ, ਤੂੰ 2 ਵਜੇ ਉੱਠਣਾ। ਹੂੰ ਅਤੇ ਫਿਰ 2 ਵਜੇ ਉੱਠ ਕੇ ਇਹ ਆਪਦੀ ਪੜ੍ਹਾਈ ਸ਼ੁਰੂ ਕਰਨੀ ਸੀਗੇ। ਉਸ ਤੋਂ ਬਾਅਦ ਫਿਰ ਇਹਨਾਂ ਦੇ ਫਾਦਰ, ਹੋਰ ਫੈਮਿਲੀ, ਅੱਧੀ ਫੈਮਿਲੀ ਫਿਰ ਸੌਂਦੀ ਸੀਗੀ। ਇਹੋ ਜਿਹੇ ਹਾਲਾਤਾਂ ਦੇ ਵਿੱਚ ਦੇਖੋ ਕਿ ਵੀ ਇੰਨੀ ਮਤਲਬ ਅੱਵਲ ਰਹਿਣਾ ਹਰ ਕੰਮ ਵਿੱਚ, ਇਹੋ ਜਿਹੇ ਹਾਲਾਤਾਂ ਵਿੱਚ ਵੀ। ਹੂੰ ਜੀ। ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਪੜ੍ਹੇ ਨੇ। ਅਤੇ ਫਿਰ ਅੱਛਾ 1906 ਤੁਸੀਂ ਵਿੱਚ ਹਾਂਜੀ ਹਾਂਜੀ। ਹਾਂਜੀ ਇਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਰਾਮਾ ਬਾਈ ਨਾਲ। 1907 ਵਿੱਚ ਇਹਨਾਂ ਨੇ ਮੈਟ੍ਰਿਕ ਕਰ ਲਈ ਸੀਗੀ ਅਤੇ ਫਿਰ ਇਹਨਾਂ ਨੇ ਐਫ ਏ ਕੀਤੀ। ਅਤੇ ਫਿਰ 1912 'ਚ ਇਹਨਾਂ ਨੇ ਜਿਹੜੀ ਬੀ ਏ ਕੀਤੀ। ਕਿਉਂਕਿ ਬੀ ਏ ਇਸ ਤਰ੍ਹਾਂ ਇਹਨਾਂ ਦੀ ਹੋਈ, ਜਦੋਂ ਇਹਨਾਂ ਨੇ ਐਫ ਏ ਕੀਤੀ ਉਸ ਹੂੰ ਤੋਂ ਬਾਅਦ ਜਿਹੜਾ ਮਹਾਰਾਜਾ ਬੜੌਦਾ ਨੇ ਇਹਨਾਂ ਨੂੰ 25 ਰੁਪਈਏ ਤਨਖਾਹ ਲਾਤਾ, ਵਜ਼ੀਫਾ ਲਾਤਾ ਮਹੀਨੇ ਦਾ। ਕਿਉਂਕਿ ਰਿਜ਼ਰਵ ਅੱਛਾ ਕਰਦੇ ਜੀ। ਸੀਗੇ, ਬਹੁਤ ਟੌਪਰ ਸੀਗੇ। ਹੂੰ ਅਤੇ ਹੂੰ ਉਹ ਫਿਰ 25 ਰੁਪਏ ਮਹੀਨੇ ਦੀ ਬਦੌਲਤ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਬੀ ਏ ਤੱਕ ਇਹਨਾਂ ਨੇ ਕੀਤਾ ਹੈਗਾ ਕਾਲਜ ਤੋਂ। ਸੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਗਰੀਬ ਪਰਿਵਾਰ ਤੋਂ ਸੀ ਤੇ ਪੜ੍ਹਨ ਦੇ ਵਿੱਚ ਹੁਸ਼ਿਆਰ ਸੀ। ਹਾਂਜੀ ਤੇ ਜਿੱਦਾਂ ਇਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹ ਪੜ੍ਹੇ ਜਾ ਕੇ, ਜਿੱਦਾਂ ਇੰਗਲੈਂਡ ਜਾਂ ਹੋਰ ਕਿਸੇ ਦੇਸ਼ ਦੇ ਵਿੱਚ ਵੀ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਮਹਾਰਾਜਾ ਬੜੌਦਾ ਨੇ 3 ਵਿਦਿਆਰਥੀ ਜਿਹੜੇ ਸੀਗੇ ਉਹਨਾਂ ਨੂੰ ਹੂੰ ਉਹ ਚੁਣੇ, ਜੋ ਉਹਨਾਂ ਦੇ ਟੀਚਰਾਂ ਦੀ ਰਿਕਮੈਂਡੇਸ਼ਨ 'ਤੇ। ਅਤੇ ਜਿਹੜੇ ਉਹਨਾਂ ਨੇ ਬਾਹਰ ਅਮਰੀਕਾ 'ਚ ਪੜ੍ਹਨ ਭੇਜਣੇ ਸੀ, ਕਿਉਂਕਿ ਉਹਨਾਂ ਦਿਨਾਂ ਵਿੱਚ ਉੱਚ ਵਿੱਦਿਆ ਜਿਹੜੀ ਇੰਡੀਆ 'ਚ ਨਹੀਂ ਸੀਗੀ ਅਵੇਲੇਬਲ। ਜੀ। ਔਰ 3 ਵਿਦਿਆਰਥੀਆਂ ਵਿੱਚੋਂ ਕਿ ਡਾਕਟਰ ਅੰਬੇਦਕਰ ਇੱਕ ਅਛੂਤ ਹੋਣ ਦੇ ਬਾਵਜੂਦ, ਜਦ ਕਿ ਉਹਨਾਂ ਨੂੰ ਕੋਈ ਮੌਕਾ ਮਿਲਣਾ ਹੀ ਨਹੀਂ ਸੀਗਾ, ਪਰ ਉਹ ਲਾਇਕ ਇੰਨੇ ਹੂੰ ਸੀਗੇ ਕਿ ਉਹਨਾਂ ਨੂੰ 3 ਵਿਦਿਆਰਥੀਆਂ ਵਿੱਚ ਮਹਾਰਾਜਾ ਬੜੌਦਾ ਨੇ ਉਹਨਾਂ ਨੂੰ ਆਪਦੇ ਖਰਚੇ 'ਤੇ ਅਮਰੀਕਾ ਭੇਜਿਆ ਇਹਨਾਂ ਨੂੰ। ਅਤੇ ਉਸ ਤੋਂ ਹਾਂਜੀ ਬਾਅਦ ਅੱਛਾ ਫਿਰ ਇਹਨਾਂ ਦੀ ਹੂੰ ਹਾਂਜੀ, ਉੱਥੇ ਫਿਰ ਇਹਨਾਂ ਨੇ 1915 ਵਿੱਚ ਐਮ ਏ ਕੀਤੀ। ਫਿਰ ਕੋਲੰਬੀਆ ਯੂਨੀਵਰਸਿਟੀ 'ਚੋਂ PhD ਕੀਤੀ। ਥੀਸਿਸ ਸੀਗਾ ਇਹਨਾਂ ਦਾ ਐਨਾਲਿਸਿਸ ਆਫ ਹਿਸਟਰੀ ਆਫ ਇੰਡੀਆ। ਅਤੇ ਫਿਰ ਹੂੰ ਇਹ ਹੂੰ ਡਾਕਟਰ ਬਣ ਗਏ PhD ਕਰਕੇ, ਡਾਕਟਰ ਕਹਿਣ ਲੱਗ। ਅਤੇ ਫਿਰ ਇਹਨਾਂ ਨੇ ਡਾਕਟਰ ਆਫ ਸਾਇੰਸ ਕੀਤੀ ਲੰਡਨ ਕਾਲਜ ਆਫ ਕਮਰਸ ਤੋਂ। ਅਤੇ ਫਿਰ ਵਜ਼ੀਫਾ ਖਤਮ ਹੋ ਗਿਆ ਇਹਨਾਂ ਦਾ, ਜੋ ਇਹਨਾਂ ਦਾ ਟਾਈਮ ਸੀਗਾ। ਫਿਰ ਉਹ ਮਹਾਰਾਜਾ ਬੜੌਦਾ ਨੇ ਵਾਪਸ ਬੁਲਾ ਲਿਆ ਇਹਨਾਂ ਨੂੰ। ਅਤੇ ਪਰ ਹੂੰ ਇਹਨਾਂ ਦੀਆਂ ਲਿਖਤਾਂ ਜੋ ਇਹਨਾਂ ਲਿਖੀਆਂ ਸੀਗੀਆਂ, ਥੀਸਿਸ ਸੀਗੇ, ਹੋਰ ਕਿਤਾਬਾਂ ਲਿਖੀਆਂ ਇਹਨਾਂ ਨੇ ਇੰਗਲੈਂਡ 'ਚ ਰਹਿ ਕੇ, ਅਮਰੀਕਾ 'ਚ ਰਹਿ ਕੇ। ਔਰ ਉਹ ਇੱਕ ਜੀ। ਬੜੀ, ਕਿਉਂਕਿ ਉਦੋਂ ਵਰਲਡ ਵਾਰ 1 ਲੱਗੀ ਸੀਗੀ। ਅਤੇ 1917 ਦੇ ਵਿੱਚ ਜਦੋਂ ਵਾਪਸ ਆ ਰਹੇ ਸੀ, ਅਤੇ ਉਹ ਜਿਹੜੇ ਜਹਾਜ਼ ਵਿੱਚ ਇਹਨਾਂ ਦਾ ਸਮਾਨ ਪਿਆ ਸੀਗਾ, ਉਹ ਕਿਤਾਬਾਂ ਸਾਰੀਆਂ ਡੁੱਬ ਗਈਆਂ, ਕਿਉਂਕਿ ਉਹ ਜਹਾਜ਼ ਹੂੰ ਡੁਬੋਇਆ ਗਿਆ।
ਉਹ ਥਾਮਸ ਜੀ ਕੁੱਕ ਐਂਡ ਸਨ ਦਾ ਜਹਾਜ਼ ਸੀਗਾ। ਤੇ ਇਸ ਹਾਂਜੀ ਤਰ੍ਹਾਂ ਕਰਕੇ ਇਹਨਾਂ ਦਾ ਬਹੁਤ ਜਿਹੜਾ ਜਿਹੜਾ ਲਿਖਤੀ ਸੀਗਾ ਤੇ ਉਹ ਕਾਫੀ ਮਤਲਬ ਡਿਸਟਰੋਏ ਹੋ ਗਿਆ ਪਾਣੀ ਵਿੱਚ। ਤੇ ਆਪਾਂ ਹੁਣ ਇੰਦਰਜੀਤ ਸਿੰਘ ਭਾਜੀ ਤੁਹਾਡੇ ਕੋਲੋਂ ਵੀ ਇਹਨਾਂ ਬਾਰੇ, ਜਿੱਦਾਂ ਡਾਕਟਰ ਸਾਹਿਬ ਨੇ ਕਾਫੀ ਇਹਨਾਂ ਦਾ ਜੀਵਨ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਇਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਸ਼ੁਰੂਆਤ ਕਿੱਦਾਂ ਸੀ, ਤੇ ਫਿਰ ਕਾਲਜ ਟਾਈਮ ਤੇ ਕੀ ਸੀ, ਫਿਰ ਬਾਹਰ ਵੀ ਉਹਨਾਂ ਨੇ ਪੜ੍ਹਿਆ। ਤੇ ਤੁਸੀਂ ਇਹਨਾਂ ਦੇ ਵਿਚਾਰਾਂ ਬਾਰੇ ਤੇ ਜਾਂ ਹੋਰ ਕੁਝ ਇਸ ਵਿੱਚ ਤੁਸੀਂ ਸਰੋਤਿਆਂ ਨੂੰ ਕੋਈ ਦੱਸਣਾ ਚਾਹੋਗੇ? ਹਾਂਜੀ, ਬਿਲਕੁਲ ਜੀ। ਜਿਵੇਂ ਡਾਕਟਰ ਸਾਹਿਬ ਨੇ ਜੀਵਨ ਬਾਰੇ ਦੱਸਿਆ, ਉਹਨਾਂ ਦੇ ਮੁੱਢਲਾ ਜੀਵਨ ਤੇ ਪੜ੍ਹਾਈ ਬਾਰੇ, ਤੇ ਵਿਦੇਸ਼ਾਂ ਦੇ ਵਿੱਚ ਵੀ ਉਹਨੇ ਪੜ੍ਹਾਈ ਕੀਤੀ ਹੈ। ਤੇ ਵਾਕਿਆ ਹੀ ਡਾਕਟਰ ਸਾਹਿਬ ਜੀ ਦੇ ਦੱਸਣ ਦੇ ਮੁਤਾਬਕ ਵੀ ਬਾਬਾ ਸਾਹਿਬ ਅੰਬੇਡਕਰ ਜੀ ਇੱਕ ਯੁੱਗ ਪੁਰਸ਼ ਸੀਗੇ, ਜਿਨ੍ਹਾਂ ਨੇ ਇਹ ਕਹੀ ਲਈ ਵੀ ਭਾਰਤ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਚ ਦੇ ਮੁਤਾਬਕ ਇੱਕ ਮੈਂ ਉਹਨਾਂ ਨੂੰ ਜਰਨੈਲ ਮੰਨਦਾ, ਬਹੁਤ ਚੋਟੀ ਦਾ ਜਰਨੈਲ। ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਇੰਪਲੀਮੈਂਟ ਕੀਤਾ ਨਾ ਗਰਾਊਂਡ ਤੇ ਜੀ ਕੁਆਲੀਫਿਕੇਸ਼ਨ ਦੇ ਆਧਾਰਿਤ ਦੱਬੇ ਕੁਚਲੇ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਤਲਬ ਬਰਾਬਰ ਖੜੇ ਕਰਨ ਦੀ ਪੂਰੀ ਸਫਲ ਕੋਸ਼ਿਸ਼ ਕੀਤੀ ਆ। ਇਸੇ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਜੀ ਨੇ ਵੀ ਭਾਰਤ ਦੇਸ਼ ਦੇ ਜਿਹੜੇ ਹਜ਼ਾਰਾਂ ਸਾਲਾਂ ਤੋਂ ਦੱਬੇ ਕੁਚਲੇ ਲੋਕ ਸੀਗੇ, ਉਹਨਾਂ ਨੂੰ ਬਰਾਬਰ ਖੜੇ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਨਾਰਥ ਇੰਡੀਆ ਦੇ ਵਿੱਚ ਤਾਂ ਸਿੱਖ ਧਰਮ ਦਾ ਬਹੁਤ ਪ੍ਰਭਾਵ ਸੀਗਾ, ਬਹੁਤ ਬਰਾਬਰਤਾ ਹੈਗੀ ਸੀਗੀ ਆਲਰੇਡੀ, ਹੈ ਨਾ। ਕਾਫੀ ਇੰਨਾ ਡਿਸਕ੍ਰਿਮੀਨੇਸ਼ਨ ਨਹੀਂ ਸੀਗਾ ਜਿੰਨਾ ਸਾਊਥ ਦੇ ਵਿੱਚ ਸੀਗਾ। ਬਾਬਾ ਸਾਹਿਬ ਅੰਬੇਡਕਰ ਨੂੰ ਫੌਜ ਆਪਣੇ ਪਿੰਡੇ ਦੇ ਉੱਪਰ ਇਹ ਦੁੱਖ ਝੱਲਣੇ ਪਏ ਆ। ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਵੀ ਉਹਨਾਂ ਦੇ ਨਾਈ ਬਾਲ ਕੱਟਣ ਨੂੰ ਵੀ ਤਿਆਰ ਨਹੀਂ ਸੀ ਹੁੰਦਾ, ਵੀ ਉਹਨੂੰ ਭਿੱਟ ਤੋਂ ਡਰ ਸੀਗਾ। ਸਕੂਲ ਦੇ ਵਿੱਚ ਉਹ ਘੜੇ 'ਚ ਸਾਂਝੀ ਜਗ੍ਹਾ ਤੋਂ ਪਾਣੀ ਨਹੀਂ ਸੀ ਪੀ ਸਕਦੇ, ਜਾਂ ਉਹ ਟਾਂਗੇ ਤੇ ਉਹ ਸਫ਼ਰ ਨਹੀਂ ਸੀ ਕਰ ਸਕਦੇ ਵੀ ਆਪ ਹੱਕ ਤੋਂ ਬੈਲ ਗੱਡੀ। ਇਹ ਸੋਸ਼ਲ ਲੈਵਲ ਤੇ ਜਿਹੜਾ ਡਿਸਕ੍ਰਿਮੀਨੇਸ਼ਨ ਬਾਬਾ ਸਾਹਿਬ ਨੇ ਪਿੰਡੇ ਤੇ ਝੱਲਿਆ। ਪਰ ਮੈਂ ਸਲੂਟ ਹੈ ਉਸ ਮਹਾਨ ਜਰਨੈਲ ਨੂੰ। ਇਸੇ ਕਰਕੇ ਅਸੀਂ ਜਦੋਂ ਆਪਾਂ ਗੱਲਬਾਤ ਸ਼ੁਰੂ ਕਰੀ ਦੀ ਆ ਵੀ ਜੈ ਭੀਮ, ਤਾਂ ਹੀ ਅਸੀਂ ਇੱਕ ਉਸ ਜਰਨੈਲ ਨੂੰ ਸਲੂਟ ਵਜੋਂ ਆਖੀਦਾ ਆ ਵੀ ਇਹੋ ਜਿਹੇ ਮਹਾਨ ਜਰਨੈਲ ਨੂੰ ਕੋਟ ਸਲੂਟ ਹੈ, ਜਿਹਨੇ ਐਡਾ ਤਕੜਾ ਉਸ ਮਨੂਵਾਦੀ ਸਿਸਟਮ ਦੇ ਅਗੇਂਸਟ ਜੰਗ ਲੜੀ ਹੈ ਔਰ ਸਫਲ ਜੰਗ ਲੜੀ ਆ। ਇਹ ਵੱਖਰੀ ਗੱਲ ਆ ਕਿ ਲੋਕ ਉਹਨਾਂ ਦੇ ਉਸ ਸਿਧਾਂਤ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਕਰ ਸਕੇ। ਕਾਫੀ ਵਿੱਚ ਖਲਾ ਆ ਗਿਆ। ਕਾਂਚੀ ਰਾਮ ਜੀ ਦੇ ਸਮੇਂ ਦੁਆਰੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਘਰਸ਼ ਨੂੰ ਜੀਵਤ ਕੀਤਾ ਗਿਆ। ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਵੀ ਬਾਬਾ ਸਾਹਿਬ ਅੰਬੇਡਕਰ ਜੀ ਇੱਕ ਯੁੱਗ ਪੁਰਸ਼ ਸੀ, ਯੁੱਗ ਪਲਟਾਊ ਪੁਰਸ਼ ਸੀ, ਇੱਕ ਮਹਾਨ ਸਾਡੇ ਜਰਨੈਲ ਸੀਗੇ। ਤੇ ਮੈਂ ਜਰਨੈਲਾਂ ਦੀ ਤਰ੍ਹਾਂ ਉਹਨਾਂ ਨੂੰ ਪੂਜਦਾ ਆ ਵੀ ਇੱਕ ਮਹਾਨ ਜਰਨੈਲ ਸੀ, ਜਿਨ੍ਹਾਂ ਨੇ ਉਹ ਹੱਕ ਸੱਚ, ਧਰਮ ਕੀ ਆ ਜੋ ਸੱਚ ਤੇ ਚੱਲਣ ਵਾਲਾ, ਚਾਹੇ ਉਹ ਹਿੰਦੂ ਵੀ ਆ ਜਾਂ ਸਿੱਖ ਆ ਜਾਂ ਮੁਸਲਮਾਨ ਈਸਾਈ, ਧਰਮਾਂ ਨਾਲ ਨਹੀਂ ਸਾਡੀ ਲੜਾਈ। ਸਾਡੀ ਲੜਾਈ ਆ ਹਿਊਮਨ ਰਾਈਟਸ ਦੀ। ਕਿਸੇ ਦੇ ਨਾਲ ਵੀ ਧੱਕੇਸ਼ਾਹੀ ਹੁੰਦੀ ਆ, ਵਧੀਕੀ ਹੁੰਦੀ ਆ, ਕਿਸੇ ਦੇ ਹੱਕਾਂ ਦੀ ਵਾਇਲੇਸ਼ਨ ਹੁੰਦੀ ਆ, ਤੇ ਉਦੋਂ ਸਾਨੂੰ ਫਿਰ ਇਹੋ ਜਿਹਾ ਜਰਨੈਲ ਯਾਦ ਆਉਂਦੇ, ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੇ, ਸਰ ਛੋਟੂ ਰਾਮ ਜੀ ਵਰਗੇ, ਬਾਬਾ ਸਾਹਿਬ ਅੰਬੇਡਕਰ ਸਾਹਿਬ ਵਰਗੇ। ਠੀਕ ਨੇ, ਜ਼ਰੂਰੀ ਆ ਕਿ ਉਹਨਾਂ ਦੇ ਜੀਵਨ ਸੰਘਰਸ਼ ਤੇ ਇਸੇ ਹੀ ਤਰ੍ਹਾਂ ਤੁਹਾਡੇ ਵਰਗੇ ਹੋਸਟ ਵੀਰ ਜਿਹੜੇ ਬਾਰ-ਬਾਰ ਮੈਂ ਤਾਂ ਕਹਿੰਦਾ ਪ੍ਰੋਗਰਾਮ ਕਰਿਆ ਕਰੋ, ਤਾਂ ਕਿ ਲੋਕਾਂ ਨੂੰ ਉਹਨਾਂ ਨੂੰ ਪੂਰੀ ਤਰ੍ਹਾਂ ਐਕਸਾਈਟਮੈਂਟ ਕੀਤਾ ਜਾਵੇ, ਇਹਨਾਂ ਨੂੰ ਪੂਰਾ એનર્ਜੀ ਦਿੱਤੀ ਜਾਵੇ ਕਿ ਤੁਸੀਂ ਕਦੇ ਵੀ ਹਾਰ ਨਾ ਮੰਨੋ, ਡਾਕਟਰ ਅੰਬੇਡਕਰ ਸਾਹਿਬ ਦੇ ਜੀਵਨ ਤੋਂ ਸਿੱਖੋ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਆਪਣੇ ਤੁਸੀਂ ਵੀ ਦੱਸਿਆ, ਡਾਕਟਰ ਸਾਹਿਬ ਨੇ ਵੀ ਦੱਸਿਆ ਇਹਨਾਂ ਦੇ ਜੀਵਨੀ ਬਾਰੇ, ਪਰ ਜਿੱਦਾਂ ਉਹ ਆਪਾਂ ਹੁਣ ਗੱਲ ਕਰਦੇ ਹਾਂ, ਆਪਾਂ ਨੂੰ ਡਾਕਟਰ ਅੰਬੇਡਕਰ ਸਾਹਿਬ ਵੀ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਉਹ ਡਾਕਟਰ ਸੀ, ਤੇ ਫਿਰ ਜਿਸ ਤਰ੍ਹਾਂ ਅੱਜ ਹੁਣ ਆਪਾਂ ਸੁਣਦੇ ਹਾਂ ਕਾਫੀ ਮੀਡੀਆ ਦੇ ਵਿੱਚ ਉਹਨਾਂ ਦੀ ਚਰਚਾ ਹੋ ਰਹੀ ਹੈ ਅੱਜ ਕੱਲ੍ਹ, ਤੇ ਜਿੱਦਾਂ ਉਹਨਾਂ ਨੂੰ ਬਾਬਾ ਸਾਹਿਬ ਵੀ ਕਹਿੰਦੇ ਆ, ਇਹ ਬਾਬਾ ਸਾਹਿਬ ਉਸ ਟਾਈਮ ਤੋਂ ਕਹਿ ਰਹੇ ਜਾਂ ਕਿ ਬਾਅਦ ਦੇ ਵਿੱਚ ਹੁਣ ਜਦੋਂ ਰਿਸਪੈਕਟੇਬਲ ਕਹਿ ਰਹੇ ਆਪਾਂ? ਹਾਂਜੀ, ਤੁਸੀਂ ਮੈਨੂੰ ਪੁੱਛ ਰਹੇ? ਹਾਂਜੀ ਹਾਂਜੀ ਹਾਂਜੀ, ਬਾਬਾ ਸਾਹਿਬ ਦੇਖੋ, ਬਾਬਾ ਇੱਕ ਟਾਈਟਲ ਹੈ, ਇੱਕ ਖਿਤਾਬ ਆ। ਇਹ ਉਸ ਇਨਸਾਨ ਨੂੰ ਦਿੱਤਾ ਜਾਂਦਾ ਆ ਜਿਹਦਾ ਸਟੇਟਸ ਬਹੁਤ ਉੱਚਾ ਹੋਵੇ, ਜਿਹਦੀ ਬਹੁਤ ਵੱਡੀ ਕੁਰਬਾਨੀ ਹੋਵੇ, ਉਹਦਾ
ਇਹਦਾ ਉਮਰ ਦੇ ਨਾਲ ਤਾਲੁਕਾਤ ਨਹੀਂ ਹੈਗਾ ਬਾਬਾ ਸ਼ਬਦ ਦਾ। ਹੂੰ ਬਾਬਾ ਸ਼ਬਦ ਉਸ ਇਨਸਾਨ ਦੀ ਕੁਰਬਾਨੀ ਦੇ ਮੁਤਾਬਕ, ਜਿੱਦਾਂ ਹੁਣ ਆਪਣੇ ਇਤਿਹਾਸ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਬਾਬਾ ਜੀ ਜੋਰਾਵਰ ਸਿੰਘ, ਫਤਿਹ ਸਿੰਘ, ਉਹ ਬੜੀ ਛੋਟੀ ਉਮਰ ਦੇ ਸੀਗੇ, ਪਰ ਹੂੰ ਉਹਨਾਂ ਨੂੰ ਖਿਤਾਬ ਕਿਹੜੇ ਦਿੱਤੇ ਗਏ ਨੇ? ਬਾਬਾ। ਕਿਉਂਕਿ ਹੂੰ ਕੰਮ ਉਹਨੇ ਬਾਬਿਆਂ ਵਾਲੇ ਕਰ ਦਿੱਤੇ, ਸਭ ਤੋਂ ਵੱਡਿਆਂ ਵਾਲੇ, ਮਹਾਨ। ਇਸੇ ਜੀ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਵੀ ਜਿਹੜਾ ਖਿਤਾਬ ਇਹ ਲੋਕਾਂ ਨੇ ਉਹਨਾਂ ਦੀ ਕੁਰਬਾਨੀ ਵੇਖ ਕੇ, ਉਹਨਾਂ ਦਾ ਜੀਵਨ ਸੰਘਰਸ਼ ਵੇਖ ਕੇ ਹੀ ਦਿੱਤਾ ਗਿਆ, ਜਿੱਦਾਂ ਆਪਾਂ ਯੁੱਗ ਪੁਰਸ਼ ਕਹਿੰਦੇ ਆ, ਜਰਨੈਲ ਹੂੰ ਕਹਿੰਦੇ ਆ, ਤੇ ਬਾਬਾ ਸ਼ਬਦ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਜਿੱਦਾਂ। ਤੇ ਇਹ ਜੀ ਸ਼ਬਦ ਬਿਲਕੁਲ। ਬਾਅਦ ਵਿੱਚ ਹੀ ਜਿਹੜਾ ਪ੍ਰਚਲਿਤ ਹੋਇਆ ਹੈ। ਸਿਆਣੇ ਲੋਕ ਤਾਂ ਅੱਛਾ ਉਸੇ ਜੀ ਵੇਲੇ ਉਹਨੂੰ ਬਾਬਾ ਜੀ, ਮਤਲਬ ਜਿਨ੍ਹਾਂ ਨੂੰ ਤਾਂ ਉਦੋਂ ਹੀ ਅਹਿਸਾਸ ਹੋ ਗਿਆ, ਉਹਦੇ ਕਹਿਣ ਲੱਗ ਪਏ ਸਾਡੇ ਵਾਕਿਆ ਬਾਬਾ ਜੀ ਆ ਨਾ ਇਹ। ਹੂੰ ਤੇ ਬਾਅਦ ਵਿੱਚ ਜ਼ਿਆਦਾ ਚੱਲਤ ਤਾਂ ਬਾਅਦ ਵਿੱਚ ਹੀ ਹੋਇਆ ਜੀ। ਜੀ ਠੀਕ ਹੈ। ਤੇ ਆਪਾਂ ਵਾਪਸ ਆਉਣੇ ਡਾਕਟਰ ਸਾਹਿਬ ਤੁਹਾਡੇ ਵੱਲ। ਹਾਂਜੀ ਜਿਸ ਤਰ੍ਹਾਂ ਆਪਾਂ ਗੱਲ ਸਟਾਰਟਿੰਗ ਤੋਂ ਸ਼ੁਰੂ ਕੀਤੀ ਸੀ, ਤੇ ਫਿਰ ਇੱਕ ਕੁਐਸਚਨ ਆ ਰਿਹਾ ਵੀ ਜਦੋਂ ਬਾਹਰਲੇ ਪੜ੍ਹਾਈ ਤੋਂ ਬਾਅਦ ਦੇ ਵਿੱਚ, ਜਦੋਂ ਬਾਹਰੋਂ ਪੜ੍ਹਾਈ ਕਰਕੇ ਇੰਗਲੈਂਡ ਤੋਂ, ਆਪਾਂ ਦੱਸਿਆ, ਤੁਸੀਂ ਵਿਸਥਾਰ ਵਿੱਚ ਦੱਸਿਆ ਸਰੋਤਿਆਂ ਨੂੰ, ਜਦੋਂ ਬਾਹਰਲੀ ਪੜ੍ਹਾਈ ਤੋਂ ਬਾਅਦ ਬੜੌਦਾ ਰਾਜ ਵਾਪਸ ਆਏ ਤਾਂ ਕੀ ਉਹਨਾਂ ਨੂੰ ਕੀ ਔਕੜਾਂ ਦਾ ਸਾਹਮਣਾ ਕਰਨਾ ਪਿਆ? ਦੇਖੋ, ਉਹ ਬਾਹਰ ਰਹਿ ਕੇ, ਇੰਗਲੈਂਡ ਅਮਰੀਕਾ 'ਚ ਰਹਿ ਕੇ, ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਆਜ਼ਾਦੀ ਕੀ ਹੁੰਦੀ ਆ, ਬਰਾਬਰਤਾ ਜੀ ਕੀ ਹੁੰਦੀ ਆ। ਔਰ ਹੂੰ ਬਹੁਤ ਵੱਡੇ ਸਕਾਲਰਾਂ ਨਾਲ ਰਹਿ ਕੇ ਉਹਨਾਂ ਨੂੰ ਇੱਕ ਜ਼ਿੰਦਗੀ ਦਾ ਅਹਿਸਾਸ ਹੋ ਗਿਆ ਸੀਗਾ। ਤੇ ਜਦੋਂ ਉਹ ਵਾਪਸ ਆਏ, ਉਹ ਉਹੀ ਹੂੰ ਜਿੱਥੋਂ ਗਏ ਸੀਗੇ, ਤੇ ਕੋਈ ਚੇਂਜ ਨਹੀਂ। ਉਸ ਤਰ੍ਹਾਂ ਹੀ ਜਦੋਂ ਹਾਲਾਤ ਦੁਬਾਰੇ ਦੇਖੇ, ਤਾਂ ਜੀ ਉਹਨਾਂ ਨੂੰ ਹੋਇਆ ਕਿ ਵੀ ਇਹ ਤਾਂ ਬਹੁਤ ਵੱਡੀ ਗੜਬੜ ਹੈਗੀ ਆ। ਵੀ ਇੱਕ ਮੈਂ ਦੇਖੋ ਵੀ ਮੈਂ ਪੜ੍ਹਿਆ ਲਿਖਿਆ ਹੈ, ਤੇ ਇੰਨਾ ਹੂੰ ਮੈਂ ਮਤਲਬ ਵੀ ਜਿਹੜੇ ਮੈਨੂੰ ਨਫ਼ਰਤ ਕਰਦੇ ਨੇ, ਮੇਰਾ ਪੀਏ ਨੇ, ਅਨਪੜ੍ਹ ਪੀਏ ਨੇ ਵੀ ਮੇਰੇ ਪੁੱਤ ਸਾਹਿਬਾਂ ਤੋਂ ਦੂਰ ਹੁੰਦਾ, ਮੈਨੂੰ ਪਾਣੀ ਨਹੀਂ ਹੂੰ ਪੀਣ ਦਿੰਦਾ। ਤੇ ਜੀ ਉਹ ਜਦੋਂ ਆਏ ਰੇਲਵੇ ਸਟੇਸ਼ਨ ਤੋਂ ਉਤਰਦੇ ਨੇ ਆ ਕੇ, ਤੇ ਉਹਨਾਂ ਨੂੰ ਕੋਈ ਲੈਣ ਨਹੀਂ ਆਉਂਦਾ। ਦੇਖੋ ਕਿ ਐਡਾ ਵੱਡਾ ਕੋਈ ਅੱਛਾ ਅਚੀਵਮੈਂਟ ਲੈ ਕੇ ਆਏ ਹੋਵੇ, ਹਾਂ, ਉੱਥੇ ਹੂੰ ਮਤਲਬ ਇਕੱਲੇ। ਤੇ ਫਿਰ ਉਹ ਜਦੋਂ ਆਉਂਦੇ ਨੇਗੇ ਮਹਾਰਾਜਾ ਬੜੌਦਾ ਕੋਲੇ, ਉਹਨਾਂ ਨੇ ਉਹਨਾਂ ਜੀ ਨੂੰ ਲੈਫਟੀਨੈਂਟ ਫੌਜ ਵਿੱਚ ਰੱਖ ਲਿਆ। ਅੱਛਾ ਜੀ ਲੈਫਟੀਨੈਂਟ, ਪਰ ਉਹ ਥੋੜ੍ਹੀ ਦੇਰ ਉਹਨਾਂ ਨੇ ਜੌਬ ਕੀਤੀ, ਪਰ ਉਹਨਾਂ ਦਾ ਜਿਹੜਾ ਉੱਥੇ ਰਹਿੰਦਿਆਂ ਵੀ ਉਹਨਾਂ ਨੂੰ ਬੜੀ ਮਤਲਬ ਸੁਆਸਾਤ ਦਾ ਬਹੁਤ ਉਹਨਾਂ ਨੂੰ ਕਰਨਾ ਪਿਆ। ਉਹਨਾਂ ਨੂੰ ਕਿਰਾਏ 'ਤੇ ਮਕਾਨ ਨਹੀਂ ਸੀ ਮਿਲਦਾ, ਕੋਈ ਦਿੰਦਾ ਨਹੀਂ ਸੀ ਕੋਈ। ਇੱਕ ਵਾਰੀ ਉਹ ਹੂੰ ਪਾਰਸੀਆਂ ਦੀ ਸਰਾਂ ਵਿੱਚ ਉਹਨਾਂ ਨੇ ਦੇਖਿਆ ਵੀ ਕੋਈ ਬੜਾ ਮਤਲਬ ਕਿਉਂਕਿ ਦੇਖਣ ਪਾਖਣ ਨੂੰ ਪੜ੍ਹੇ ਲਿਖੇ, ਚੰਗੀ ਪਰਸਨੈਲਿਟੀ ਦੇਖ ਕੇ ਉਹਨਾਂ ਨੇ ਜਾ ਤਾਂ ਨਹੀਂ ਪੁੱਛਿਆ, ਉਹਨਾਂ ਨੂੰ ਆਪਦੀ ਸਰਾਂ ਵਿੱਚ ਕਮਰਾ ਦੇ ਦਿੱਤਾ ਇਹਨਾਂ ਨੂੰ। ਜਦੋਂ ਪਤਾ ਲੱਗਿਆ ਕਿ ਵੀ ਇਹ ਤਾਂ ਮਤਲਬ ਅਛੂਤ ਹੈਗੇ ਨੇ, ਉਹ ਹੂੰ ਪਾਰਸੀ ਇਹਨਾਂ ਨੂੰ ਮਾਰਨ ਪੈ ਗਏ। ਤੇ ਇਹਨਾਂ ਨੂੰ ਕਿਹਾ ਕਿ ਵੀ ਤੂੰ ਇਹ ਖਾਲੀ ਕਰ ਕਮਰਾ। ਇਹਨੇ 8 ਘੰਟਿਆਂ ਦੀ ਡਾਕਟਰ ਸਾਹਿਬ ਨੇ 8 ਘੰਟਿਆਂ ਦੀ ਮੁਹਲਤ ਮੰਗੀ, ਤੇ ਉਹਨਾਂ ਨੇ ਹੂੰ ਆਖਿਆ ਚੱਲ ਠੀਕ ਆ, 8 ਘੰਟਿਆਂ 'ਚ ਬੰਦ ਕਰ ਦਿਓ। ਤੇ ਫਿਰ ਉਹਦਾ ਸਮਾਨ ਚੱਕ ਕੇ ਤੇ ਫਿਰ ਇੱਕ ਨਦੀ ਦੇ ਕਿਨਾਰੇ ਆ ਕੇ ਬੈਠ ਜਾਂਦੇ ਨੇ। ਹੂੰ ਬੈਠ ਕੇ ਉੱਥੇ ਫਿਰ ਇਹ ਬਹੁਤ ਮਤਲਬ ਕਹਿ ਰਿਹਾ ਵੀ ਬਹੁਤ ਰੋਂਦੇ ਨੇ ਬੈਠ ਕੇ ਵੀ ਇਹ ਕਿੱਦਾਂ ਦਾ ਸਮਾਜ ਹੈਗਾ। ਤੇ ਪਰ ਫਿਰ ਇਹਨਾਂ 'ਤੇ ਵੀ ਜਿਹੜਾ ਬੰਬੇ ਕਾਲਜ ਵਿੱਚ ਫਿਰ ਇਹ ਕਮਰਸ ਵਿੱਚ ਪ੍ਰੋਫੈਸਰ ਲੱਗੇ ਨੇ। ਤੇ ਫਿਰ ਇਹਨਾਂ ਨੂੰ ਕਿ ਜਿਹੜਾ ਮਹਾਰਾਜਾ ਕੋਲਾਪੁਰ ਸੀਗਾ, ਉੱਥੇ ਅੱਛਾ ਡਾਕਟਰ ਸਾਹਿਬ, ਮੈਂ ਇੱਥੇ ਛਤਰਪਤੀ। ਤੁਹਾਡੀ ਗੱਲ ਹਾਂਜੀ ਰੋਕਣੀ ਚਾਹੂੰਗਾ। ਜਦੋਂ ਤੁਸੀਂ ਇਹ ਦੱਸਿਆ ਕਿ ਉੱਥੇ ਬੈਠ ਕੇ ਰੋਣ ਲੱਗ ਗਏ, ਅੱਛਾ ਉਦੋਂ ਇਹਨਾਂ ਦੀ ਸ਼ਾਦੀ ਹੋਈ ਸੀ ਜਾਂ ਕਿ ਪਹਿਲਾਂ ਦੀਆਂ ਗੱਲਾਂ? ਹਾਂਜੀ, ਨਹੀਂ ਉਹ ਤਾਂ ਹੋ ਚੁੱਕੀ ਸੀ। ਉਹ ਤਾਂ ਠੀਕ ਹੈ 1906 ਚੁੱਕੀ ਸੀ। ਠੀਕ ਹੈ ਜੀ ਹਾਂਜੀ, ਹਾਂ, ਇਹਨਾਂ ਦੀ ਅੱਛਾ ਵਾਈਫ ਤੇ ਬਹੁਤ ਗ੍ਰੇਟ, ਬੜੀ ਮਹਾਨ ਲੇਡੀ ਸੀਗੀ। ਉਹਨਾਂ ਦਾ ਹੀ ਹੂੰ ਹੱਥ ਸੀ ਇਹਨਾਂ ਨੂੰ ਉੱਪਰ ਚੱਕਣ ਤੇ। ਠੀਕ ਹੈ ਜੀ ਹਾਂਜੀ, ਤੇ ਫਿਰ ਇਹਨਾਂ ਨੂੰ ਹੋਰ ਇੱਕ ਮੌਕਾ ਮਿਲਿਆ। ਮਹਾਰਾਜਾ ਕੋਲਾਪੁਰ ਨੇ ਇਹਨਾਂ ਵਿੱਚ ਛਤਰਪਤੀ ਸਾਹੂ ਜੀ ਮਹਾਰਾਜ ਸੀਗੇ, ਉਹਨਾਂ ਨੇ ਇਹਨਾਂ ਨੂੰ ਹੂੰ ਫਿਰ ਇੰਗਲੈਂਡ ਪੜ੍ਹਨ ਲਈ ਦੁਬਾਰੇ ਭੇਜਿਆ। ਉੱਥੋਂ ਜਾ ਜੀ ਕੇ ਫਿਰ ਇਹਨੇ 1920 ਵਿੱਚ ਡਾਕਟਰ ਸਾਹਿਬ ਨੇ LLB ਕੀਤੀ, ਤੇ ਫਿਰ ਮਾਸਟਰ ਆਫ ਸਾਇੰਸ ਕੀਤੀ। ਤੇ ਫਿਰ ਇਹ 1923 ਵਿੱਚ ਫਿਰ ਇਹ ਪ੍ਰੈਕਟਿਸ ਸਟਾਰਟ ਕੀਤੀ ਇਹਨਾਂ ਨੇ ਆ ਕੇ। ਤੇ ਫਿਰ ਉਹ ਠੀਕ ਪ੍ਰੈਕਟਿਸ ਦੇ ਵਿੱਚ ਇਹਨਾਂ ਨੇ ਮਤਲਬ ਬਹੁਤ ਦਲਤਾਂ ਲਈ ਕੰਮ ਕੀਤਾ ਜੋ ਕਰ ਸਕਦੇ ਸੀਗੇ।
ਤੇ ਇੱਕ ਜਿਹੜਾ ਆਪਣੇ ਸਵਾਲ ਹੈ, ਸਾਈਮਨ ਕਮਿਸ਼ਨ ਕੀ ਸੀ? ਜਿਹੜਾ ਸਾਈਮਨ ਕਮਿਸ਼ਨ ਸੀ ਉਹ, ਤੇ ਇੱਕ ਲੰਡਨ ਦੇ ਵਿੱਚ ਗੋਲਮੇਜ ਤੇ ਵੀ ਮੀਟਿੰਗਾਂ ਇਹਨਾਂ ਦੀ ਹੋਈ ਸੀ ਨਾ, ਕਾਨਫਰੰਸ ਸੀ ਜਿਹੜੀ, ਉਹਨਾਂ ਬਾਰੇ ਤੁਸੀਂ ਥੋੜਾ ਜਿਹਾ ਵਿਸਤਾਰ ਵਿੱਚ ਦੱਸੋਗੇ? ਹਾਂਜੀ, ਕਿਉਂਕਿ 1923 ਵਿੱਚ ਇਹ ਪ੍ਰੈਕਟਿਸ ਕਰ ਰਹੇ ਨੇ ਤੇ ਹਾਂਜੀ। 1921 ਵਿੱਚ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨਾਂ ਨੇ ਹੂੰ ਸਰ ਜੌਨ ਸਾਈਮਨ ਨੂੰ 1931 ਦੀਆਂ ਸੈਂਸਸ ਇੰਡੀਆ ਦੀਆਂ ਇੱਕ ਮਰਦਮਸ਼ੁਮਾਰੀ ਕਿ ਵੀ ਉਹਦਾ ਇੱਕ ਵੀ ਸਾਨੂੰ ਦਿਓ ਕਿ ਕਿਹੜੀਆਂ ਜਾਤਾਂ ਨੇ ਦੇ ਵਿੱਚ ਕਿਹੜੇ ਕਿਹੜੇ ਕੀ ਪਰਸੈਂਟੇਜ ਹੈਗੀ। ਤੇ ਉਹ ਚਾਹੁੰਦੇ ਸੀ ਕਿ ਇਹਨਾਂ ਨੂੰ ਇਹਨਾਂ ਦੀਆਂ ਜਾਤਾਂ ਦੇ ਆਧਾਰ ਤੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਅਧਿਕਾਰ ਦਿੱਤੇ ਜਾਣ, ਕਿਉਂਕਿ ਹੂੰ ਸਟਰਕਚਰ ਇਹੋ ਜਿਹਾ ਸੀਗਾ ਵੀ ਜਿਹੜੀ ਜੀ। ਤੇ ਔਰ ਉਹ ਬਹੁਤ ਵਧੀਆ, ਕਿਉਂਕਿ ਉਹ ਇੱਕ ਬਹੁਤ ਵਧੀਆ ਸੋਚ ਸੀਗੀ ਇਹ ਬ੍ਰਿਟਿਸ਼ ਗਵਰਨਮੈਂਟ ਦੀ, ਤੇ ਵੀ ਹੂੰ ਜਿੰਨੇ ਲੋਕ ਹੈਗੇ ਨੇ ਉਹਦੇ ਆਧਾਰ ਤੇ ਉਹਨਾਂ ਨੂੰ ਦੇ ਦਿਓ, ਰਿਜ਼ਰਵੇਸ਼ਨ ਦੇ ਦਿਓ, ਅਧਿਕਾਰ ਦੇ ਦਿਓ ਇਹਨਾਂ ਨੂੰ। ਔਰ ਹੂੰ ਤੇ ਫਿਰ ਜਿਹੜਾ 1928 ਦੇ ਵਿੱਚ ਇਹ ਜਿਹੜੀ ਰਿਪੋਰਟ ਤਿਆਰ ਕਰਕੇ, ਤੇ ਜਦੋਂ ਸਰ ਜੌਨ ਸਾਈਮਨ ਨੇ ਆਪਦੀ ਰਿਪੋਰਟ ਦਿੱਤੀ ਇਹ 1928 ਵਿੱਚ, ਉਹ ਐਜ ਏ ਦੈਟਸ ਕਾਲ ਸਾਈਮਨ ਕਮਿਸ਼ਨ। ਤੇ ਉਹ ਰਿਪੋਰਟ ਇਹ ਤਿੰਨ ਫਿਰ ਗੋਲਮੇਜ ਕਾਨਫਰੰਸਾਂ ਹੋਈਆਂ ਲੰਡਨ ਵਿੱਚ, 3 ਵਾਰੀ ਜਿਹੜੇ ਇਹ ਕਾਨਫਰੰਸਾਂ ਹੋਈਆਂ ਨੇਗੀਆਂ। ਹੂੰ ਔਰ ਉਹ ਕਾਨਫਰੰਸਾਂ ਦੇ ਵਿੱਚ ਕੀ ਸੀਗਾ ਕਿ ਵੀ ਜਿਹੜੇ ਇਹਨਾਂ ਦੇ ਜਿਹੜੇ ਅਧਿਕਾਰ ਸੀਗੇ, ਤੇ ਡਾਕਟਰ ਅੰਬੇਦਕਰ ਨੇ ਦਲਿਤਾਂ ਨੂੰ ਪਹਿਲੀ ਵਾਰੀ ਰਿਪਰੈਜ਼ੈਂਟ ਕੀਤਾ। ਇਹ ਹਿਸਟਰੀ ਬਣੀ ਕਿ ਇਹ ਪਹਿਲੀ ਵਾਰੀ ਕਿ ਕੋਈ ਵੀ ਇਹ ਦਲਿਤਾਂ ਲਈ ਕੋਈ ਇਹਨਾਂ ਦਾ ਕੋਈ ਮਸੀਹਾ ਜਾਂ ਕੋਈ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਆਇਆ ਸੀਗਾ। ਔਰ ਦੇਖੋ ਹੂੰ 1916 ਵਿੱਚ ਇੱਕ ਲਖਨਊ ਪੈਕਟ ਆਇਆ ਸੀਗਾ। ਲਖਨਊ ਜੀ। ਪੈਕਟ ਦੇ ਵਿੱਚ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਬਹੁਤ ਅਧਿਕਾਰ ਮਿਲ ਗਏ ਸੀਗੇ। ਔਰ ਹੂੰ ਦਲਿਤਾਂ ਦਾ ਉਦੋਂ ਕੋਈ ਵੀ ਨਹੀਂ ਸੀਗਾ ਇਹਨਾਂ ਦਾ ਮਸੀਹਾ, ਕੋਈ ਇਹਨਾਂ ਨੂੰ ਕੋਈ ਬਾਂਹ ਫੜਨ ਵਾਲਾ ਕੋਈ ਹੈ ਹੀ ਨਹੀਂ ਸੀਗਾ, ਕੋਈ ਡਾਕਟਰ ਅੰਬੇਦਕਰ ਉਹ ਉਸ ਵਕਤ ਤੋਂ ਪੜ੍ਹਦੇ ਸੀਗੇ। ਹੂੰ ਔਰ ਉਸ ਜਿਹੜਾ ਉਹਦੇ ਆਧਾਰ ਤੇ ਇਹ ਜਿਹੜੀ 1/3 ਆਲਮੋਸਟ 33% ਲੋਕ ਜਿਹੜੇ ਇੰਨੇ ਆਪਦੇ ਹੱਕਾਂ ਤੋਂ ਵਾਂਝੇ ਸੀਗੇ, ਜਿਹੜੇ ਮਨੂ ਸਿਮਰਤੀ ਹੂੰ ਦੇ ਰੂਲਾਂ ਦੇ ਨਾਲ ਇੰਨਾ ਮਤਲਬ ਉਹਨਾਂ ਦੀ ਜ਼ਿੰਦਗੀ ਜਿਹੜੀ ਜ਼ਿੰਦਗੀ ਇਹਨਾਂ ਦੀ ਇੱਕ ਜੇਲ੍ਹ ਬਣੀ ਹੋਈ ਸੀਗੀ, ਜਿਹੜੀ ਪੜ੍ਹ ਨਹੀਂ ਸਕਦੇ ਸੀਗੇ, ਜਿਹਨੂੰ ਇੱਕ ਤੋਂ ਪਾਣੀ ਨਹੀਂ ਸੀ ਪੀ ਸਕਦੇ। ਔਰ ਹੂੰ ਇਹੋ ਜਿਹੇ ਹਾਲਾਤ ਹੋਏ। ਔਰ ਗਾਂਧੀ ਨੇ ਇੱਕ ਵਾਰੀ ਕੀ ਹੋਇਆ ਕਿ 1923 ਵਿੱਚ ਬੰਬਈ ਦੇ ਵਿੱਚ ਸੂਤਾਂ ਨੂੰ ਤਲਾਬ ਵਿੱਚੋਂ ਪਾਣੀ ਲੈਣ ਲਈ ਜਿਹੜੀ ਗੌਰਮੈਂਟ ਨੇ ਲਾਅ ਬਣਾਤਾ ਵੀ ਜਿਹੜੇ ਅਛੂਤ ਲੋਕ ਨੇ ਵੀ ਇਹ ਪਾਣੀ ਲੈ ਸਕਦੇ ਨੇ। ਔਰ ਅੱਛਾ ਜੀ। ਪਾਣੀ ਲੈਣ ਦੀ ਬਜਾਏ ਤੇ ਜਦੋਂ ਜਿਹੜੀ ਉੱਚੀਆਂ ਜਾਤਾਂ ਵਾਲਿਆਂ ਨੇ ਉਹਨਾਂ ਨੇ ਬਹੁਤ ਵਿਰੋਧ ਕੀਤਾ, ਹੂੰ ਬਹੁਤ ਖੂਨ ਖਰਾਬਾ ਹੋਇਆ। ਤੇ ਫਿਰ ਕੀ ਆ ਕਿ ਉਹਨਾਂ ਨੇ ਆਖਿਆ ਵੀ ਇਹ ਤਾਂ 1924 ਵਿੱਚ ਕਹਿੰਦੇ ਵੀ ਸਾਡਾ ਤਾਂ ਤਲਾਬ ਢਹਿ ਗਿਆ, ਵੀ ਤਾਂ ਹੂੰ ਸ਼ੁੱਧ ਕਰਨਾ ਇਹਨੂੰ। ਔਰ ਸ਼ੁੱਧ ਕਰਨ ਦਾ ਅੱਛਾ ਜੀ। ਤਰੀਕਾ ਕੀ ਸੀਗਾ ਉਹਨਾਂ ਦਾ? 108 ਘੜੇ ਉਹਨਾਂ ਨੇ 108 ਘੜਿਆਂ ਦੇ ਵਿੱਚ ਦਹੀਂ, ਗਾਂ ਦਾ ਮੂਤ, ਗਾਂ ਦਾ ਗੋਹਾ 108 ਘੜੇ ਭਰ ਕੇ ਤਲਾਬ ਵਿੱਚ ਪਾਏ ਵੀ ਹੁਣ ਇਹ ਸ਼ੁੱਧ ਹੋ ਗਿਆ। ਦੇਖੋ ਅੱਛਾ ਜੀ। ਹੂੰ ਇਹੋ ਜਿਹੇ ਹਾਲਾਤ ਲਿਟਰੇਚਰ 'ਚ ਮਿਲਦੇ ਨੇ। ਤੇ ਹੂੰ ਹੁਣ ਜਦੋਂ ਡਾਕਟਰ ਅੰਬੇਦਕਰ ਨੇ ਦੇਖਿਆ, ਤੇ ਕਿਉਂਕਿ 1924 ਦੀ ਗੱਲ ਹੈ, 1924 ਵਿੱਚ ਤਾਂ ਡਾਕਟਰ ਅੰਬੇਦਕਰ ਕਾਫੀ ਐਕਟਿਵ ਹੋ ਚੁੱਕੇ ਸੀਗੇ। ਹਾਂਜੀ। ਤੇ ਆਪਾਂ ਫਿਰ ਆਈਏ ਆਪਾਂ ਸਾਈਮਨ ਕਮਿਸ਼ਨ ਵੱਲ। ਤੇ ਫਿਰ ਜੀ ਜੀ। ਪਹਿਲਾ ਤਾਂ ਜਿਹੜਾ ਇਹਨਾਂ ਦਾ ਜਿਹੜੀ ਕਾਨਫਰੰਸ ਸੀਗੀ ਉਹ ਤਾਂ ਬੇਨਤੀਜਾ ਹੋਈ। ਉਹਦੇ ਵਿੱਚ ਗਾਂਧੀ ਨੇ ਬਹੁਤ ਰੌਲਾ ਪਾਇਆ, ਗਾਂਧੀ। ਤੇ ਫਿਰ ਇਹ ਦੂਜੀ ਦੇ ਵਿੱਚ ਜਿਹੜਾ ਇਹ ਕਹਿੰਦੇ ਵੀ ਜਿਹੜੇ ਹਿੰਦੂ ਜਿਹੜੇ ਦਲਿਤ ਹੈਗੇ ਨੇ, ਔਰ ਇਹ ਹੂੰ ਹਿੰਦੂਆਂ ਦਾ ਪਾਰਟ ਹੈਗਾ, ਇਹਨਾਂ ਨੂੰ ਕੋਈ ਬੰਦਾ ਨਹੀਂ ਚਾਹੀਦਾ ਕਿ ਜਿਹੜਾ ਇਹਨਾਂ ਨੂੰ ਰਿਪਰੈਜ਼ੈਂਟ ਕਰੇ। ਤੇ ਵੀ ਉਹ ਡਾਕਟਰ ਅੱਛਾ ਜੀ। ਅੰਬੇਦਕਰ, ਹਾਂ। ਤੇ ਔਰ ਕਿਉਂਕਿ ਡਾਕਟਰ ਅੰਬੇਦਕਰ ਬੜੇ ਵਿਦਵਾਨ ਸੀਗੇ, ਉਹ ਹੂੰ ਉਹਨਾਂ ਨੂੰ ਪਤਾ ਸੀਗਾ ਕਿ ਵੀ ਕੀ ਹੋ ਰਿਹਾ, ਵੀ ਇਹਨਾਂ ਨੂੰ ਇਹਨਾਂ ਨੂੰ ਮਾਂਝੇ ਰੱਖਣਾ ਚਾਹੁੰਦੇ ਨੇ ਇਹ। ਤੇ ਉਹ ਸੀਗਾ ਵੀ ਤੁਸੀਂ ਠੀਕ। ਵੀ ਇਹਨਾਂ ਨੂੰ ਰਾਈਟ ਵੀ ਨਾ ਦੇਵੋ, ਹੂੰ ਤੇ ਵੀ ਤੁਸੀਂ ਕੁੱਟੋ ਵੀ ਤਾਂ ਵੀ ਰੋਣ ਵੀ ਨਾ। ਆਹ ਹਾਲ ਸੀਗਾ ਇਹਨਾਂ ਦਾ ਮਤਲਬ। ਅੱਛਾ ਡਾਕਟਰ ਸਾਹਿਬ, ਆਪਣੇ ਜਿਹੜਾ ਇੱਕ ਕਮਿਊਨਲ ਅਵਾਰਡ ਜਿਹੜਾ ਮਿਲਿਆ ਸੀ ਉਹ ਕੀ ਸੀ? ਇਹਦੇ ਵਿੱਚੋਂ ਨਿਕਲਿਆ ਸੀਗਾ ਕਮਿਊਨਲ ਅਵਾਰਡ। ਕੀ ਹੋਇਆ ਕਿ ਜਿਹੜੇ ਜਿਹੜੇ ਓਬੀਸੀ ਸੀਗੇ, ਜਿਹੜੇ ਹੂੰ ਅਦਰ ਬੈਕਵਰਡ ਕਲਾਸ ਸੀਗੇ ਨਾ, ਜੀ। ਉਹਨਾਂ ਨੂੰ
ਉਹਨਾਂ ਨੂੰ ਇਹ ਉੱਚੀਆਂ ਜਾਤਾਂ ਵਾਲਿਆਂ ਨੇ ਗਾਂਧੀ ਦੇ ਮਗਰ ਲੱਗ ਕੇ ਔਰ ਉਹਨਾਂ ਨੂੰ ਕੀ ਲੋਲੀਪੌਪ ਦਿੱਤੇ। ਉਹਨਾਂ ਨੂੰ ਕਹਿੰਦੇ ਕਿ ਜਿਹੜੇ ਵੀ ਤੁਸੀਂ ਸਾਡੇ ਹਿੰਦੂ ਹੋ, ਤੁਸੀਂ ਸਾਡੇ ਭਰਾ ਹੋ, ਓਕੇ, ਹੂੰ ਵੀ ਤੁਸੀਂ ਸਾਡੇ ਨਾਲ ਰਲ ਕੇ ਇਹ ਜਿਹੜਾ ਕਮਿਸ਼ਨ ਹੈਗਾ ਇਹਦੀ ਵਿਰੋਧਤਾ ਕਰੋ। ਉਹਨਾਂ ਨਾਈਆਂ ਜੀ ਨੂੰ ਕਿਹਾ ਵੀ ਤੁਸੀਂ ਤਾਂ ਰਾਜੇ ਹੋ, ਤੁਸੀਂ ਠਾਕਰ ਹੋ, ਤੁਸੀਂ ਰਾਜਪੂਤ ਹੋ। ਹੂੰ ਹੂੰ ਝਾਰਾਂ ਨੂੰ ਕਹਿੰਦੇ ਵੀ ਤੁਸੀਂ ਤਾਂ ਕਸ਼ਯਪ ਰਾਜਪੂਤ ਹੋ। ਛੇਂਬਿਆਂ ਨੂੰ ਕਹਿੰਦੇ ਤੁਸੀਂ ਤਾਂ ਅੱਛਾ ਟੌਂਕ ਕਸ਼ਤਰੀ ਹੋ। ਹੂੰ ਤਰਖਾਣਾਂ ਲੋਹਾਰਾਂ ਨੂੰ ਕਹਿੰਦੇ ਤੁਸੀਂ ਤਾਂ ਵਿਸ਼ਵਕਰਮਾ ਰਾਮਗੜੀ ਹੋ। ਤੁਸੀਂ ਕੁਮਾਰਾਂ ਨੂੰ ਕਹਿੰਦੇ ਜੀ ਤੁਸੀਂ ਪ੍ਰਜਾਪਤ ਹੋ। ਤੇ ਕਹਿੰਦੇ ਤੁਸੀਂ ਅੱਛਾ ਆਪਦੇ ਜੀ ਨਾਮਾਂ ਦੇ ਮਗਰ ਰਾਜਪੂਤ ਠਾਕਰ ਲਿਖਣਾ ਸ਼ੁਰੂ ਕਰ ਦਿਓ। ਹੂੰ ਮਤਲਬ ਇਹੋ ਜਿਹੀਆਂ ਜਿਹੜੀਆਂ ਓਬੀਸੀ ਜਿਹੜੇ ਲੋਕ ਸੀਗੇ ਔਰ ਉਹ ਇੰਨੀ ਗੱਲ ਤੇ ਵੀ ਹੈ ਅਸੀਂ ਤਾਂ ਰਾਜਪੂਤ ਹਾਂ, ਅਸੀਂ ਤਾਂ ਠਾਕਰ ਹਾਂ, ਵੀ ਉਹ ਨਾਂ ਦੇ ਮਗਰ। ਪਰ ਜਿਹੜੇ ਜਿਹੜੇ ਰਾਜਪੂਤ ਸੀਗੇ, ਠਾਕਰ ਸੀਗੇ, ਉਹ ਆਪਦੇ ਨਾਂ ਦੇ ਅੱਗੇ ਲਾਉਂਦੇ ਸੀਗੇ ਠਾਕਰ। ਤੇ ਹੂੰ ਇਹਨਾਂ ਨੇ ਹੂੰ ਕਹਿੰਦਾ ਵੀ ਤੁਸੀਂ ਮੋਗਰ ਲਾ ਦਿਓ, ਵੀ ਫਿਰ ਵੀ ਪਤਾ ਲੱਗਦਾ ਰਿਹਾ ਵੀ ਇਹ ਕੌਣ ਹੈਗੇ ਨੇ। ਮਤਲਬ ਪਛਾਣ ਹੋ ਇਹੋ ਜਾਏ। ਜਿਹਾ ਹਾਂ ਠੀਕ ਆ। ਇਹੋ ਜਿਹੀਆਂ ਗੱਲਾਂ ਦੇ ਧੋਖੇ ਮਤਲਬ ਉਹ ਲੋਕਾਂ ਨੇ ਕੀ ਫਿਰ ਦੇਖੋ ਲਾਲਾ ਲਾਜਪਤ ਰਾਏ, ਈਵਨ ਭਗਤ ਸਿੰਘ ਜਵਾਨ ਸੀਗੇ, ਉਹ ਗੁੰਮਰਾਹ ਹੋਏ ਸਾਰੇ। ਉਹਨਾਂ ਸਾਰਿਆਂ ਨੇ ਹੂੰ ਇਹ ਜਿਹੜਾ ਸਾਈਮਨ ਕਮਿਸ਼ਨ ਦਾ ਸਾਥ ਦਿੱਤਾ, ਜਦ ਕਿ ਸਾਈਮਨ ਹੂੰ ਕਮਿਸ਼ਨ ਹੂੰ ਤਾਂ ਇਹਨਾਂ ਨੂੰ ਅਧਿਕਾਰ ਦੇਣ ਆਇਆ ਸੀਗਾ। ਅਧਿਕਾਰ ਜੀ ਕੀ ਵੀ 52% ਜਿਹੜੇ ਉਹਦੇ ਚ ਆ ਸਾਰੇ ਜਿਹੜੇ ਜੱਟ ਜਾਟ ਮਰਾਠੀ ਜਿਹੜੇ ਆਪਣੇ ਜਾਦਵ ਰੈਡੀ ਖੰਬੋ, ਇਹ ਸਾਰੀਆਂ ਹੂੰ ਹੂੰ ਜਿਹੜੀਆਂ ਬੈਕਵਰਡ ਕਲਾਸਾਂ ਸੀਗੀਆਂ ਔਰ ਇਹ 52% ਸੀਗੀਆਂ ਔਰ ਇਹਨਾਂ ਨੂੰ ਜੀ 52% ਹੱਕ ਮਿਲਣੇ ਸੀਗੇ। ਔਰ ਜੀ ਜਿਹੜੇ ਜਿਹੜੇ 33% ਸ਼ਡਿਊਲ ਕਾਸਟ ਨੂੰ ਹੱਕ ਮਿਲਣੇ ਸੀਗੇ ਤੇ ਇਹਨਾਂ ਨੂੰ ਹੂੰ 15% ਮਿਲਣੇ ਸੀਗੇ। ਜਿਹੜੇ 3% ਬ੍ਰਾਹਮਣ ਸੀਗੇ ਤੇ ਹੂੰ ਹੂੰ 6% ਖੱਤਰੀ ਤੇ 7% ਬਣੀਆਂ ਸੀ, 15% ਸੀਗੇ। ਕਿਉਂ ਜੀ ਗਾਂਧੀ ਬੜਾ ਬਿਲਕੁਲ ਸ਼ਾਤਰ ਦਿਮਾਗ ਸੀਗਾ, ਗਾਂਧੀ ਨੂੰ ਪਤਾ ਸੀਗਾ ਔਰ ਹੂੰ ਹੂੰ ਜੇਕਰ ਇਹ ਹੋ ਗਿਆ ਤੇ ਅਸੀਂ ਤਾਂ ਗੁਲਾਮ ਹੋ ਜਾਾਂਗੇ, ਹੂੰ ਅਸੀਂ ਤਾਂ ਗੁਲਾਮ ਹੋ ਜਾਾਂਗੇ। ਔਰ ਉਹ ਇਹ ਹਮੇਸ਼ਾ ਮਤਲਬ ਕੋਈ ਨਾ ਕੋਈ ਇਹੋ ਜਿਹਾ ਮਤਲਬ ਫਿਰ ਮਰਨ ਵਰਤ ਤੇ ਬੈਠ ਜਾਂਦਾ ਸੀਗਾ। ਗਾਂਧੀ ਅੱਛਾ 27 ਜੀ ਵਾਰੀ ਹੂੰ ਮਰਨ ਵਰਤ ਤੇ ਬੈਠਾ, 27 ਹੂੰ ਵਾਰ, ਹੂੰ ਓਕੇ। ਔਰ ਕਈ ਵਾਰ ਤਾਂ ਇਹਨਾਂ ਦਾ ਭਾਰ ਵੱਧਦਾ ਰਿਹਾ ਆਪਦੇ ਵਰਤ ਤੋਂ ਬਾਅਦ ਵੀ, ਪਰ ਇੱਕ ਦੋ ਵਾਰੀ ਹਰ ਨਾਜ਼ੁਕ ਕੰਡੀਸ਼ਨ ਆਈ ਹੈ ਇਹਨਾਂ ਦੀ। ਤੇ ਫਿਰ ਹੂੰ ਕੀ ਹੋਇਆ ਕਿ ਇਹਨਾਂ ਨੂੰ ਜਿਹੜਾ ਕਮਿਊਨਲ ਵਾਰਡ ਜਿਹੜਾ ਗੌਰਮੈਂਟ ਨੇ, ਬ੍ਰਿਟਿਸ਼ ਗੌਰਮੈਂਟ ਨੇ, ਉਹ ਹੈਰਾਨ ਸੀਗੇ ਵੀ ਗਾਂਧੀ ਜੀ ਇੱਦਾਂ ਕਿਉਂ ਕਰਦੇ ਪਏ ਨੇ। ਉਹ ਹੂੰ ਸਾਰੀ ਹੂੰ ਦੁਨੀਆ ਹੈਰਾਨ ਸੀਗੀ ਵੀ ਇਹਨਾਂ ਦੇ ਕਰੈਕਟਰ ਹੂੰ ਤੇ, ਵੀ ਇਹ ਇੱਦਾਂ ਕਿਉਂ ਕਰਦੇ ਨੇ, ਵੀ ਕਿਉਂ ਇਹ ਇੰਨੀ ਜਿਹੜੀ ਲੋਕਾਂ ਨੂੰ ਬਰਾਬਰਤਾ ਦਾ ਇਹ ਕਿਹੋ ਜਿਹਾ ਮਾਈਂਡ ਆ ਇਹ। ਉਹਨਾਂ ਦਾ ਮਾਈਂਡ ਕੀ ਸੀ, ਹੂੰ ਉਹ ਤਾਂ ਆਪਣੇ ਇੱਕ ਤਰ੍ਹਾਂ ਦੇ 20ਵੀਂ ਸਦੀ ਦੇ ਮਨੂ ਸੀਗੇ। ਓਕੇ, ਹੂੰ ਉਹ ਤਾਂ ਮਨੂ ਸਿਮਰਤੀ ਦੇ ਪੂਜਕ ਸੀਗੇ। ਉਹਨਾਂ ਦੇ ਜੀ ਗ੍ਰੰਥ ਸੀਗਾ ਬਿਲਕੁਲ ਇੱਕ, ਹਾਂ। ਹੂੰ ਹੂੰ ਤੇ ਔਰ ਉਹਨਾਂ ਲਈ ਤਾਂ ਕਿ ਇਹ ਜਿਹੜੇ ਸ਼ੂਦਰ ਸੀ, ਕੋਈ ਕੁੱਤੇ ਗਧੇ ਤੋਂ ਜ਼ਿਆਦਾ ਇਹਨਾਂ ਦੀ ਕੋਈ ਕੀਮਤ ਨਹੀਂ ਸੀ ਕੋਈ। ਹੂੰ ਹੂੰ ਤੇ ਇਹੋ ਜਿਹੇ ਹਾਲਾਤਾਂ ਦੇ ਤੇ ਵਿੱਚ ਜਿਹੜੇ ਬ੍ਰਿਟਿਸ਼ ਗੌਰਮੈਂਟ ਨੇ ਤੇ ਡਾਕਟਰ ਅੰਬੇਦਕਰ ਨੂੰ ਪਤਾ ਸੀਗਾ ਤੇ ਐਟਲੀਸਟ ਸ਼ਡਿਊਲ ਕਾਸਟ ਦੇ ਮਤਲਬ ਦਲ ਸੀਗੇ, ਅਛੂਤ ਸੀਗੇ, ਉਹਨਾਂ ਨੂੰ ਕੁਝ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ ਤੇ ਉਹਨਾਂ ਨੂੰ ਕੁਝ ਸਮਾਜਿਕ ਵਿਦਿਅਕ ਅਧਿਕਾਰ ਮਿਲ ਗਏ। ਔਰ ਹੂੰ ਇਹ ਹੂੰ ਮਤਲਬ ਜਿਹੜੇ ਓਬੀਸੀ ਸੀਗੇ ਉਹ ਫਿਰ ਵਾਂਝੇ ਰਹਿ ਗਏ ਜੀ ਇਹਨਾਂ ਅਧਿਕਾਰਾਂ ਤੋਂ। ਤੇ ਜੇਕਰ ਜੀ ਉਦੋਂ ਇਹ ਬਿਲਕੁਲ ਅਧਿਕਾਰ ਲਏ ਹੁੰਦੇ ਤੇ ਅੱਜ ਹੂੰ ਹਿਸਟਰੀ ਹੂੰ ਹੋਰ ਹੋਣੀ ਸੀਗੀ। ਜੀ ਅੱਜ ਬਿਲਕੁਲ ਇਹ ਅੱਜ ਹਾਂ ਤੇ ਅੱਜ ਹਾਂਜੀ ਹਾਂਜੀ ਤੇ ਆਪਾਂ ਹੁਣ ਇੰਦਰਜੀਤ ਸਿੰਘ ਹੋਣਾ ਵੱਲ ਆਉਂਦੇ ਆ। ਤੇ ਭਾਈ ਇੰਦਰਜੀਤ ਸਿੰਘ ਜੀ, ਤੁਸੀਂ ਡਾਕਟਰ ਸਾਹਿਬ ਦੇ ਜਿਹੜੇ ਕੁਐਸਚਨਾਂ ਦੇ ਆਨਸਰ ਜੋ ਵੀ ਉਹਨਾਂ ਨੇ ਸਰੋਤਿਆਂ ਨੂੰ ਦੱਸਿਆ, ਉਹਨਾਂ ਨਾਲ ਤੁਸੀਂ ਕਿੰਨੇ ਸਹਿਮਤ, ਜਾਂ ਕੋਈ ਤੁਹਾਡਾ ਹੋਰ ਕੋਈ ਸਵਾਲ ਹੋਵੇ ਡਾਕਟਰ ਸਾਹਿਬ ਨੂੰ ਤੇ ਆਪਾਂ ਡਿਸਕਸ ਕਰ ਸਕਦੇ ਹਾਂ, ਜਾਂ ਤੁਸੀਂ ਇਹਦੇ ਬਾਰੇ ਹੋਰ ਵਿਸਤਾਰ ਦੇ ਵਿੱਚ ਕੋਈ ਚੀਜ਼ ਦੱਸਣੀ ਚਾਹੁੰਦੇ ਹੋਵੇ, ਕੋਈ ਗੱਲ ਵਿੱਚੋਂ ਰਹਿ ਗਈ ਹੋਵੇ ਤੇ ਤੁਸੀਂ ਥੋੜਾ ਚਾਨਣਾ ਪਾਓ। ਨਹੀਂ, ਡਾਕਟਰ ਸਾਹਿਬ ਨੇ ਤਕਰੀਬਨ ਸਾਰੀ ਗੱਲ ਜਿਹੜੀ ਟੂ ਦਾ ਪੁਆਇੰਟ ਉਹ ਦੱਸ ਹੀ ਦਿੱਤੀ ਆ ਵੀ ਕਿਵੇਂ ਗੋਲਮੇਜ ਕਾਨਫਰੰਸਾਂ ਹੋਈਆਂ। ਸਾਈਮਨ ਕਮਿਸ਼ਨ ਹੂੰ ਹੂੰ ਜਿਹੜਾ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਲਿਆਂਦਾ ਸੀਗਾ, ਉਹਦਾ ਇਹੀ ਜੀ ਮਕਸਦ ਸੀਗਾ ਵੀ ਵੇਖਣਾ ਆ ਵੀ ਲੋਕਾਂ ਦੀ ਜਿਹੜੀ ਸੋਸ਼ਲ ਲਾਈਫ ਦੇ ਆਧਾਰਿਤ ਕਿਹੜੇ ਲੋਕ ਦੱਬੇ ਕੁਚਲੇ ਗਏ, ਲਤਾੜੇ ਗਏ ਆ, ਵੀ ਉਹਨਾਂ ਨੂੰ ਵੀ ਬਰਾਬਰ ਚੁੱਕਿਆ ਜਾਵੇ।
ਕਿਉਂਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਮੁਸਲਮਾਨਾਂ ਨੂੰ ਵੀ ਅਧਿਕਾਰ ਮਿਲ ਚੁੱਕੇ ਸੀ, ਹਿੰਦੂਆਂ ਨੂੰ ਵੀ ਸਾਰੇ ਅਧਿਕਾਰ ਮਿਲੇ ਹੋ ਸੀਗੇ ਵੀ ਵੋਟ ਪਾਉਣ ਦਾ, ਪ੍ਰਾਪਰਟੀ ਖਰੀਦਣ ਦਾ, ਆਪਣਾ ਲੀਡਰ ਚੁਣਨ ਦਾ। ਸਿੱਖਾਂ ਨੂੰ ਵੀ ਮਿਲ ਚੁੱਕੇ ਸੀ ਅਧਿਕਾਰ, ਬਿਨਾਂ ਸ਼ੱਕ। ਸਿੱਖਾਂ ਨੂੰ ਵੀ, ਸਿੱਖ ਵੀ ਆਪਣਾ ਲੀਡਰ ਆਪ ਚੁਣ ਸਕਦੇ ਸੀ। ਸਿੱਖ ਆਪਣਾ ਆਪਣੀ ਧਨ ਦੌਲਤ, ਪ੍ਰਾਪਰਟੀ ਦੇ ਸਾਰੇ ਅਧਿਕਾਰ ਸਿੱਖਾਂ ਨੂੰ ਮਿਲ ਚੁੱਕੇ ਸੀਗੇ, ਹਿੰਦੂਆਂ ਨੂੰ ਵੀ ਮਿਲ ਚੁੱਕੇ ਸੀਗੇ, ਮੁਸਲਮਾਨਾਂ ਨੂੰ ਵੀ ਮਿਲ ਚੁੱਕੇ ਸੀਗੇ। ਪਰ ਹੁਣ ਵਾਰੀ ਉਸ 33% ਲੋਕਾਂ ਦੀ ਸੀਗੀ ਜਿਨ੍ਹਾਂ ਦੇ ਕੋਲ ਕੋਈ ਅਧਿਕਾਰ ਨਹੀਂ ਸੀਗਾ ਉਸ ਵੇਲੇ ਤੱਕ, ਜਿਹੜੇ ਨਾ ਤਾਂ ਵੋਟ ਪਾ ਸਕਦੇ ਸੀ, ਨਾ ਆਪਣਾ ਲੀਡਰ ਚੁਣ ਸਕਦੇ ਸੀਗੇ। ਦੇਖੋ, ਜਾਣੀ ਕਿ ਕਹਿਣ ਤੋਂ ਭਾਵ ਦਲਿਤ ਲੋਕ, ਜਿਹਨਾਂ ਨੂੰ ਆਪਾਂ ਅਤੀ ਸ਼ੂਦਰ ਵੀ ਕਹਿ ਦਿੰਦੇ ਆ, ਅਨਟੱਚੇਬਲ, ਉਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਸੀਗਾ। ਪਾਣੀ ਨਹੀਂ ਸੀ ਪੀ ਸਕਦੇ ਸਾਂਝੇ ਤਲਾਬ ਦੇ ਵਿੱਚੋਂ, ਵੋਟ ਵੀ ਨਹੀਂ, ਪ੍ਰਾਪਰਟੀ ਵੀ ਨਹੀਂ। ਸਾਈਮਨ ਕਮਿਸ਼ਨ ਜਿਹੜਾ ਸਪੈਸ਼ਲੀ ਉਹਨਾਂ ਨੂੰ ਉਹ ਅਧਿਕਾਰ ਦੇਣ ਵਾਸਤੇ ਹੀ ਭਾਰਤ ਵਿੱਚ ਆਇਆ ਸੀ, ਜਿਸ ਦੀ ਬਹੁਤ ਵੱਡੇ ਲੈਵਲ ਤੇ ਗਾਂਧੀ ਨੇ ਵਿਰੋਧਤਾ ਕੀਤੀ, ਆਰੀਆ ਸਮਾਜੀਆਂ ਨੇ ਵਿਰੋਧਤਾ ਕੀਤੀ, ਲਾਲਾ ਲਾਜਪਤ ਰਾਏ ਦੀ ਅਗਵਾਈ ਦੇ ਵਿੱਚ। ਭਗਤ ਸਿੰਘ ਹੁਣੀ ਦੇਸ਼ ਦੇ ਮਹਾਨ ਨਾਇਕ ਆ, ਸਾਡਾ ਉਹਨਾਂ ਨੂੰ ਸਲੂਟ ਆ, ਪਰ ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ਦੇ ਵਿੱਚ ਉਹ ਵੀ ਮਿਸ ਗਾਈਡ ਤੇ ਮਿਸ ਲੀਡ ਆਰੀਆ ਸਮਾਜੀਆਂ ਦੇ ਵਿੱਚ ਲਾਲਾ ਲਾਜਪਤ ਰਾਏ ਉਹਨਾਂ ਨੂੰ ਕੀਤਾ। ਔਰ ਮੈਂ ਇੱਥੇ ਗੱਲ ਇਹ ਦੱਸਣੀ ਚਾਹਾਂਗਾ ਕਿ ਭਗਤ ਸਿੰਘ ਨੂੰ ਜਦੋਂ ਅਹਿਸਾਸ ਹੋਇਆ ਜੇਲ੍ਹ ਦੇ ਵਿੱਚ ਅਖੀਰ ਤੇ ਜਾ ਕੇ ਕਿ ਮੈਂ ਬਈ ਬ੍ਰਿਟਿਸ਼ ਦੇ ਖਿਲਾਫ ਠੀਕ ਹੈ ਸੰਘਰਸ਼ ਲੜਨਾ ਜ਼ਰੂਰੀ ਆ, ਸਾਈਮਨ ਕਮਿਸ਼ਨ ਵਾਲੀ ਗੱਲ ਜਿਹੜੀ ਆ ਉਹਨਾਂ ਨੂੰ ਮਹਿਸੂਸ ਹੋਈ ਵੀ ਮੈਂ ਉਹ ਬੜਾ ਗਲਤ ਸਟੈਪ ਚੱਕਿਆ ਵੀ ਜਿਹੜੀ ਅਸੀਂ ਉਸ ਵੇਲੇ ਲਾਲਾ ਲਾਜਪਤ ਰਾਏ ਦੇ ਮਗਰ ਲੱਗ ਕੇ ਸਾਈਮਨ ਕਮਿਸ਼ਨ ਦੀ ਵਿਰੋਧਤਾ ਕੀਤੀ। ਇਹਦਾ ਮਤਲਬ ਇਹ ਸੀ ਕਿ ਅਸੀਂ ਭਾਰਤ ਦੇ ਦੱਬੇ ਕੁਚਲੇ 33% SC ST ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੇ ਬਰਾਬਰ ਉਹਨੇ ਸਮਝਿਆ ਕਿ ਬਹੁਤ ਵੱਡੀ ਗਲਤੀ ਹੋਈ ਹੈ। ਔਰ ਉਹਨਾਂ ਨੇ ਇਹ ਗੱਲ ਵੀ ਆਖੀ ਸੀਗੀ ਕਿ ਅਗਰ ਮੈਂ ਜਿਉਂਦਾ ਰਿਹਾ, ਜਿਉਂਦਾ ਬਚ ਗਿਆ, ਮੇਰੀ ਜ਼ਿੰਦਗੀ ਬਚ ਗਈ, ਵੀ ਬਾਕੀ ਜੀਵਨ ਮੈਂ ਜਿਹੜਾ ਦੇਸ਼ ਦੀ ਸੰਘਰਸ਼ ਚੱਲ ਰਿਹਾ ਸੀ ਆਜ਼ਾਦੀ ਦਾ, ਪਿਓ ਮੈਂ ਡਾਕਟਰ ਅੰਬੇਡਕਰ ਸਾਹਿਬ ਦੇ ਨਾਲ ਰਲ ਕੇ ਲੜਾਂਗਾ। ਇਹ ਗੱਲ ਉਹਨਾਂ ਨੇ ਸਪੈਸ਼ਲ ਇੱਕ ਚਿੱਠੀ ਦੇ ਵਿੱਚ ਕਹਿੰਦੇ ਲਿਖੀ ਹੈ। ਇਹ ਡਾਕਟਰ ਗੁਰਨਾਮ ਸਿੰਘ ਮੁਖਤਸਰ ਜੀ ਨੇ ਵੀ ਉਹਦਾ ਜ਼ਿਕਰ ਕੀਤਾ ਆਪਣੀਆਂ ਕਿਤਾਬਾਂ ਦੇ ਵਿੱਚ, ਹੋਰ ਵੀ ਕਈ ਵਿਦਵਾਨਾਂ ਨੇ ਕੀਤਾ ਹੈਗਾ ਆ। ਤੇ ਗੱਲ ਹੁਣ ਇੱਥੇ ਆਉਂਦੀ ਆ ਬਈ ਮਰਨ ਵਰਤ ਤੋਂ ਬਾਅਦ ਕਮਿਊਨਲ ਵਾਰਡ ਦੀ ਗੱਲ ਡਾਕਟਰ ਸਾਹਿਬ ਨੇ ਕਰ ਦਿੱਤੀ ਆ, ਤੇ ਉਹਦੇ ਵਿੱਚੋਂ ਹੁਣ ਮੈਂ ਕਿਹਾ ਪੂਨਾ ਪੈਕਟ ਦੀ ਗੱਲ ਡਾਕਟਰ ਸਾਹਿਬ ਅੱਗੇ ਦੱਸਣਗੇ। ਹਾਂਜੀ, ਆਪਾਂ ਡਾਕਟਰ ਸਾਹਿਬ ਵੱਲ ਫਿਰ ਜਾਣੇ ਦੁਆਰਾ। ਡਾਕਟਰ ਸਾਹਿਬ, ਜਿਹੜਾ ਪੂਨਾ ਐਕਟ ਸੀ ਉਹ ਕੀ ਸੀ ਜੀ? ਇਹ ਪੂਨਾ ਪੈਕਟ ਇਹੋ ਹੀ ਸੀਗਾ ਜੋ ਇਹ ਕਮਿਊਨਲ ਵਾਰਡ ਸੀਗਾ ਨਾ, ਤੇ ਇਹ ਫਿਰ ਪੂਨਾ ਇਹ ਫਿਰ ਉਹਨਾਂ ਨੂੰ ਜਿਹੜੇ ਅਧਿਕਾਰ ਸੀਗੇ ਤੇ ਡਾਕਟਰ ਅੰਬੇਦਕਰ ਨੇ ਤੇ ਜਿਹੜੇ ਅਛੂਤਾਂ ਨੂੰ ਪੂਨੇ ਵਿੱਚ ਜਿਹੜਾ ਉਹ ਦਿੱਤੇ ਗਏ ਨੇ। ਤੇ ਉਹ ਜਿਹੜਾ ਕਮਿਊਨਲ ਵਾਰਡ ਸੀਗਾ ਪੂਨੇ 'ਚ, ਉਹ ਫਿਰ ਪੂਨਾ ਪੈਕਟ ਨਾਲ ਹੀ ਜਿਹੜਾ ਪਾਪੂਲਰ ਹੋਇਆ ਬਾਅਦ ਵਿੱਚ। ਅੱਛਾ ਜੀ। ਇੱਕ ਹਿੰਦੂ ਕੋਡ ਬਿੱਲ ਜਿਹੜਾ ਸੀ ਉਹਦੇ ਬਾਰੇ ਦੱਸੋ। ਇੱਥੇ ਇੱਕ ਮੈਂ ਗੱਲ ਬੜੀ ਜਿਹੀ ਐਡ ਕਰ ਦਵਾਂ ਜੀ। ਬਿਲਕੁਲ। ਪੂਨਾ ਪੈਕਟ ਤੇ ਕਮਿਊਨਲ ਵਾਰਡ ਦੇ ਵਿਚਾਲੇ ਇੱਕ ਜਿਹੜੀ ਬਾਬਾ ਸਾਹਿਬ ਜਦੋਂ ਗਾਂਧੀ ਨੇ ਮਰਨ ਵਰਤ ਰੱਖਿਆ ਨਾ, ਅਗਰ ਕਮਿਊਨਲ ਵਾਰਡ ਲਾਗੂ ਹੋ ਜਾਂਦਾ, ਕਮਿਊਨਲ ਵਾਰਡ ਦੇ ਵਿੱਚ ਇਹੋ ਜਿਹੀਆਂ ਮੱਦਾਂ ਸੀਗੀਆਂ ਜਿਵੇਂ ਕਿ ਸਿੱਖ ਆਪਣਾ ਲੀਡਰ ਆਪ ਚੁਣਨ ਦਾ ਅਧਿਕਾਰ ਰੱਖਦੇ ਸੀ। ਯਾਨੀ ਕਿ ਜੇ ਸਿੱਖਾਂ ਨੇ ਆਪਣਾ ਲੀਡਰ ਚੁਣਨਾ, ਉਹਨੂੰ ਹਿੰਦੂ ਨਹੀਂ ਵੋਟ ਪਾਉਣਗੇ ਆਣ ਕੇ, ਮੁਸਲਮਾਨ ਨਹੀਂ ਵੋਟ ਪਾਉਣਗੇ ਆ ਕੇ, ਸਿੱਖ ਹੀ ਆਪਣਾ ਸਿੱਖ ਲੀਡਰ ਚੁਣਦੇ ਆ। ਹਿੰਦੂ ਆਪਣਾ ਲੀਡਰ ਚੁਣਦੇ, ਹਾਂ। ਹੁਣ ਮੁਸਲਮਾਨਾਂ ਨੇ ਆਪਣਾ ਲੀਡਰ ਚੁਣਨਾ ਵੀ ਸਾਡੇ ਮੁਸਲਮਾਨ ਕਮਿਊਨਿਟੀ ਨੂੰ ਇਹ ਬੰਦਾ ਲੀਡਰ ਰਿਪਰੈਜ਼ੈਂਟ ਕਰੇਗਾ, ਮੁਸਲਮਾਨ ਹੀ ਚੁਣਨਗੇ ਨਾ। ਇਸੇ ਹੀ ਤਰ੍ਹਾਂ ਕਮਿਊਨਲ ਵਾਰਡ ਦੇ ਵਿੱਚ ਬ੍ਰਿਟਿਸ਼ ਨੇ ਇਹ ਅਧਿਕਾਰ ਦੇ ਦਿੱਤਾ ਕਿ ਜਿਹੜੇ ਦਲਿਤਾਂ ਦੇ ਵਿੱਚੋਂ ਵੀ, ਅਛੂਤਾਂ ਦੇ ਵਿੱਚੋਂ ਵੀ ਅਛੂਤ ਹੀ ਆਪਣਾ ਲੀਡਰ ਚੁਣਨ ਦਾ ਅਧਿਕਾਰ ਰੱਖਦੇ ਆ। ਇੱਕ ਤਾਂ ਇਹ ਵੋਟ ਦਾ ਅਧਿਕਾਰ ਹੋ ਗਿਆ ਅਛੂਤਾਂ ਨੂੰ, ਦੂਜਾ ਓਪਨਲੀ ਉਹ ਵੋਟ ਸਾਰਿਆਂ ਨੂੰ ਓਪਨਲੀ ਪਾ ਸਕਦੇ ਆ, ਉਹਨਾਂ ਨੂੰ ਇਹ ਵੀ ਅਧਿਕਾਰ ਆ। ਡਬਲ ਵੋਟ ਹੋ ਗਏ, ਜਿੱਦਾਂ ਬਾਕੀਆਂ ਨੂੰ ਸੀ ਏਦਾਂ ਹੀ ਉਹਨਾਂ ਨੂੰ ਵੀ ਅਧਿਕਾਰ ਮਿਲ ਗਿਆ। ਇੱਥੇ ਆਣ ਕੇ ਗਾਂਧੀ ਨੇ ਮਰਨ ਵਰਤ ਰੱਖਿਆ ਸੀ ਵੀ ਮੈਂ ਇਹਨਾਂ ਨੂੰ ਇਹ ਅਧਿਕਾਰ ਨਹੀਂ ਮਿਲਣਾ ਚਾਹੀਦਾ, ਕਿਉਂਕਿ ਉਹ ਕਹਿੰਦੇ ਇਹ ਵੀ ਹਿੰਦੂ ਹੀ ਆ,
ਇਹਨਾਂ ਨੂੰ ਹੂੰ ਵੱਖਰਾ ਅਧਿਕਾਰ ਤੁਸੀਂ ਕਾਹਤੇ ਦੇ ਰਹੇ ਆ, ਬਾਕੀਆਂ ਬਰਾਬਰ ਸਾਡੇ ਵਾਂਗੂ ਹੀ ਰੱਖੋ ਵੀ। ਇਹ ਤਾਂ ਕੋਈ ਯਾਨੀ ਕਿ ਉੱਥੇ ਗੇਮ ਖੇਡ ਰਿਹਾ ਸੀਗਾ ਇੱਕ ਬਹੁਤ ਵੱਡੀ। ਉਹ ਮਰਨ ਹੂੰ ਹੂੰ ਵਰਤ ਰੱਖਿਆ, ਉਹ ਮਰਨ ਵਰਤ ਬਾਬਾ ਸਾਹਿਬ ਅੰਬੇਡਕਰ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਹ ਧਮਕੀਆਂ ਮਿਲੀਆਂ ਹਿੰਦੂ, ਕੱਟੜ ਹਿੰਦੂਆਂ ਦੇ ਵੱਲੋਂ ਵੀ ਅਗਰ ਗਾਂਧੀ ਮਰ ਗਿਆ ਤਾਂ ਅਸੀਂ ਦਲਿਤਾਂ ਦੇ ਹੂੰ ਘਰਾਂ ਨੂੰ ਅੱਗ ਲਗਾ ਦੇਵਾਂਗੇ, ਗੋਲੀਆਂ ਮਾਰ ਦਾਂਗੇ, ਉਹਨਾਂ ਦੀਆਂ ਝੁੱਗੀਆਂ ਜਾਲ ਦਿਆਂਗੇ, ਘਰ ਸਾੜ ਦਿਆਂਗੇ। ਡਾਕਟਰ ਅੰਬੇਡਕਰ ਸਾਹਿਬ ਨੂੰ ਉੱਤੇ ਵੀ ਹਮਲੇ ਕਰਨ ਦੀ ਤਿਆਰੀ ਹੋਈ, ਹਮਲੇ ਹੂੰ ਹੋਏ ਵੀ ਹੈ। ਤੇ ਉਹ ਫਿਰ ਬ੍ਰਿਟਿਸ਼ ਨੇ ਇਹ ਗੱਲ ਕਹੀ ਬਾਬਾ ਸਾਹਿਬ ਅੰਬੇਡਕਰ ਨੂੰ, ਬਈ ਹਾਲਾਤ ਕਿਤੇ ਬੇਕਾਬੂ ਨਾ ਹੋ ਜਾਣ। ਇਹ ਲੋਕ ਬਹੁਤ ਹੀ ਖਤਰਨਾਕ ਆ, ਕਿਉਂਕਿ ਬ੍ਰਿਟਿਸ਼ ਹੂੰ ਚੰਗੀ ਤਰ੍ਹਾਂ ਗੱਲ ਸਮਝ ਚੁੱਕਿਆ ਸੀ, ਔਰ ਡਾਕਟਰ ਬਾਬਾ ਸਾਹਿਬ ਜੀ ਅੰਬੇਡਕਰ ਬਿਲਕੁਲ। ਨੂੰ ਵੀ ਸਮਝ ਚੁੱਕੇ ਸੀਗੇ। ਉਹ ਚਾਹੁੰਦੇ ਸੀ ਵੀ ਹਾਲਾਤ ਖਰਾਬ ਨਾ ਹੋਣ, ਗਰਾਊਂਡ ਦੇ ਹੂੰ ਉੱਪਰ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਜਾਵੇ, ਕਿ ਅੰਬੇਡਕਰ ਦੀ ਅਜੇ ਜ਼ਰੂਰਤ ਆ ਭਾਰਤ ਨੂੰ, ਠੀਕ ਨੇ। ਇਸ ਕਰਕੇ ਜੀ ਫਿਰ ਉਹਨਾਂ ਨੇ ਗੱਲਬਾਤ ਕੀਤੀ ਬਾਬਾ ਸਾਹਿਬ ਦੇ ਨਾਲ ਵੀ ਤੁਸੀਂ ਵੀ ਥੋੜਾ ਜਿਹਾ ਸਮੂਥ, ਥੋੜਾ ਜਿਹਾ ਫਲੈਕਸੀਬਲ ਹੋਵੋ। ਵੀ ਗਾਂਧੀ ਉਹ ਵੀ ਆਪਣੀ ਗੱਲ ਤੇ ਅੜੇ ਗਿਆ, ਤੁਸੀਂ ਵੀ ਅੜ ਗਏ ਆ, ਵੀ ਕੋਈ ਰਸਤਾ ਲੱਭੋ ਵਿੱਚ ਲਓ, ਕੋਈ ਸਮਝੌਤਾ ਕਰ ਲਓ। ਉਹ ਵੀ ਸਮਝੌਤਾ ਹੂੰ ਜਿਹੜਾ ਹੋਇਆ ਉਹ ਸੀ ਪੂਨਾ ਪੈਕਟ। ਪੂਨਾ ਪੈਕਟ ਦੇ ਵਿੱਚ ਅੱਛਾ ਜੀ। ਗਾਂਧੀ ਵੀ ਥੋੜੀ ਜਿਹੀ ਬਾਜੀ ਮਾਰ ਗਿਆ ਕਿ ਜਿਹੜਾ ਅਛੂਤਾਂ ਨੂੰ ਆਪਣਾ ਲੀਡਰ ਆਪ ਚੁਣਨ ਦਾ ਅਧਿਕਾਰ ਸੀ ਉਹ ਕੱਟ ਦਿੱਤਾ ਜੀ ਗਿਆ। ਜਦੋਂ ਉਹ ਕੱਟ ਅੱਛਾ। ਦਿੱਤਾ ਗਿਆ ਤੇ ਬਾਬਾ ਸਾਹਿਬ ਅੰਬੇਡਕਰ ਧਾਹਾਂ ਮਾਰ ਕੇ ਰੋਏ, ਹੂੰ ਹੂੰ ਬਹੁਤ ਦੁੱਖ ਹੋਇਆ ਉਹਨਾਂ ਨੂੰ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਪੂਨਾ ਪੈਕਟ ਆ, ਇਹ ਇੱਕ ਅੰਬ ਨਹੀਂ ਹੈਗਾ, ਅੰਬ ਦੀ ਗੁੱਟੀ ਆ। ਗੱਲ ਸਮਝਿਓ ਹੂੰ ਵੀ ਜੀ ਜੀ ਜੀ। ਗੁੱਦਾ ਜਿਹੜਾ ਅੰਬ ਦਾ ਗੁੱਦਾ ਸੀ ਹੂੰ ਉਹ ਗਾਂਧੀ ਖਾ ਗਿਆ, ਤੇ ਅੰਬ ਦੀ ਜਿਹੜੀ ਹੂੰ ਗੁੱਟੀ ਬਚ ਗਈ ਆ ਉਹ ਸਾਨੂੰ ਹੁਣ ਮਿਲੀ ਆ। ਪੂਨਾ ਪੈਕਟ ਨੂੰ ਬਾਬਾ ਸਾਹਿਬ ਅੰਬੇਡਕਰ ਨੇ ਗੁੱਟੀ ਕਿਹਾ, ਅੰਬ ਦੀ ਗੁੱਟੀ, ਕਿਉਂਕਿ ਉਹਨਾਂ ਨੂੰ ਇਹ ਹੂੰ ਪਸੰਦ ਨਹੀਂ ਸੀ, ਪਰ ਕੋਈ ਹੋਰ ਚਾਰਾ ਨਹੀਂ ਸੀ, ਮਜਬੂਰਨ ਉਹਨਾਂ ਨੂੰ ਇਹ ਸਮਝੌਤਾ ਕਰਨਾ ਪਿਆ, ਜਿਹੜਾ ਉਹਨਾਂ ਨੂੰ ਕੋਈ ਹੋਰ ਰਸਤਾ ਨਹੀਂ ਸੀ, ਐਕਸੈਪਟ ਕਰਨਾ ਪਿਆ। ਹੂੰ ਠੀਕ ਹੈ ਜੀ। ਜੀ ਠੀਕ ਠੀਕ ਕਿਉਂਕਿ ਹੈ ਉਹ ਜੀ। ਡਰਦੇ ਸੀਗੇ, ਬਾਬਾ ਸਾਹਿਬ ਅੰਬੇਡਕਰ ਨੂੰ ਪਤਾ ਸੀ, ਕਿਉਂਕਿ ਉਹ ਦੂਰ ਅੰਦੇਸ਼ੀ ਬਹੁਤ ਸੀਗੇ। ਉਹਨਾਂ ਨੂੰ ਇਹ ਸੀ ਵੀ ਜਿਹੜਾ ਹੁਣ ਪੂਨਾ ਪੈਕਟ ਹੋਇਆ, ਅਛੂਤ ਆਪਣਾ ਲੀਡਰ ਆਪ ਨਹੀਂ ਚੁਣ ਸਕਦੇ, ਇਹਦੇ ਨਾਲ ਕੀ ਹੋਵੇਗਾ ਕਿ ਅਛੂਤਾਂ ਦੇ ਵਿੱਚੋਂ ਦੱਲੇ ਭੜੂਏ ਏਜੰਟ, ਚਮਚੇ ਪੈਦਾ ਕੀਤੇ ਜਾਣਗੇ। ਇਹ ਬਾਬਾ ਸਾਹਿਬ ਅੰਬੇਡਕਰ ਦੀ ਭਵਿੱਖਬਾਣੀ ਸੀ, ਔਰ ਇਹ ਸੱਚ ਸਾਬਤ ਹੋ ਗਈ ਬਾਅਦ ਵਿੱਚ। ਹੂੰ ਸੱਚ ਸਾਬਤ ਹੋ ਗਈ, ਕਿਉਂਕਿ ਕਿਸੇ ਠੀਕ। ਸਮਾਜ ਦੇ ਵਿੱਚੋਂ ਗਵਾਂਢੀ ਲੀਡਰ ਚੁਣਨ, ਆਟੋਮੈਟਿਕਲੀ ਪਤਾ ਕਿ ਹੂੰ ਉਹ ਬੰਦਾ ਖਰੀਦਣਗੇ, ਉਹ ਚੋਂ ਚਮਚਾ ਪੈਦਾ ਕਰਨਗੇ। ਗੱਲ ਸਮਝ ਗਿਆ। ਮੰਨ ਲਓ ਹੁਣ ਜੇ ਇੱਕ ਹੂੰ ਸਮਾਜ ਦੇ ਵਿੱਚ ਅਸੀਂ ਲੀਡਰ ਚੁਣਨਾ, ਉੱਥੇ ਜੀ। ਮੰਨ ਲਓ ਆਪਾਂ ਹੁਣ ਗੁਰਦੁਆਰੇ ਬੰਦਾ ਚੁਣਨਾ ਲੀਡਰ, ਉੱਥੇ ਦੋ ਬੰਦੇ ਹੂੰ ਖੜਨਗੇ, ਹਨਾ, ਦੋ ਬੰਦੇ ਬਿਲਕੁਲ। ਪ੍ਰਧਾਨ ਦੀ ਚੋਣ ਕਰਨਗੇ, ਸਿੱਖ ਹੀ ਉਹਨਾਂ ਦੋਨੋਂ ਚ ਇੱਕ ਨੂੰ ਚੁਣਨਗੇ। ਹੂੰ ਹੁਣ ਜੇ ਗੋਰੇ ਆਣ ਕੇ ਉੱਥੇ ਸਾਡੇ ਗੁਰਦੁਆਰੇ ਦਾ ਪ੍ਰਧਾਨ ਚੁਣਨ, ਉਹ ਆਪਣੀ, ਸਾਨੂੰ ਕੋਈ ਅਧਿਕਾਰ ਨਾ ਹੋਵੇ, ਉਹਦਾ ਆਪਣੀ ਮਰਜ਼ੀ ਦਾ ਚਮਚਾ ਬਣਾਉਣਗੇ, ਤੇ ਹੂੰ ਚਮਚਾ ਜੀ। ਸਾਡੀ ਸਿੱਖੀ ਦਾ ਘਾਣ ਕਰੇਗਾ ਨਾ। ਅਸੀਂ ਰੋਕ ਨਹੀਂ ਸਕਦੇ ਕਿਉਂਕਿ ਲੀਡਰ ਚੁਣਿਆ ਗਿਆ। ਇਹੀ ਬਾਬਾ ਸਾਹਿਬ ਹੂੰ ਅੰਬੇਡਕਰ ਦੇ ਦਿਮਾਗ 'ਚ ਦੀ ਦੂਰ ਅੰਦੇਸ਼ੀ ਦੀ ਗੱਲ ਸੀ। ਇਸ ਕਰਕੇ ਉਹਨੇ ਕਿਹਾ ਸੀ ਕਿ ਪੂਨਾ ਪੈਕਟ ਅੰਬ ਦੀ ਗੁੱਟੀ ਆ। ਚਲੋ ਕੋਈ ਹੋਰ ਚਾਰਾ ਨਹੀਂ, ਪਰ ਜਿੰਨਾ ਮੈਂ ਕਰ ਸਕਿਆ ਹੂੰ ਬਹੁਤ ਕੀਤਾ। ਹਾਂਜੀ ਡਾਕਟਰ ਸਾਹਿਬ। ਠੀਕ ਹੈ ਜੀ। ਹਾਂਜੀ। ਤੇ ਬਾਕੀ ਹੁਣ ਆਪਾਂ ਡਾਕਟਰ ਸਾਹਿਬ ਆਪਣੇ ਜਿਹੜੇ ਡਾਕਟਰ ਅੰਬੇਦਕਰ ਸਾਹਿਬ ਸੀ, ਦਲਿਤਾਂ ਲਈ ਆਪਣੇ ਰਾਜ ਭਾਗ ਦੀ ਗੱਲ ਕਰਦੇ ਸਨ, ਕਰਦੇ ਸੀ। ਆਪਣੇ ਤੁਸੀਂ ਵਿਸਥਾਰ ਚ ਅੱਗੇ ਦੱਸ ਹੀ ਚੁੱਕੇ ਹੋ, ਨਾਲੇ ਆਪਣੇ ਇੰਦਰਜੀਤ ਸਿੰਘ ਭਾਜੀ ਹੋਣਾ ਵੀ ਦੱਸਿਆ ਵਿਸਥਾਰ ਦੇ ਵਿੱਚ। ਅਸਲ ਤੇ ਦੇ ਵਿੱਚ ਮੈਂ ਹਾਂਜੀ ਇੱਥੇ ਗੱਲ ਇੱਕ ਐਡ ਕਰ ਦਵਾਂ। ਡਾਕਟਰ ਹੂੰ ਅੰਬੇਡਕਰ ਸਾਹਿਬ ਯੂਨੀਵਰਸਲ ਸੀ, ਸਿਰਫ ਦਲਿਤਾਂ ਲਈ ਨਹੀਂ ਸੀ ਸੰਘਰਸ਼ ਲੜਦੇ। ਉਹ ਹੂੰ ਸਾਰਿਆਂ ਨੂੰ ਇੱਕ ਬਰਾਬਰ ਕਰਨਾ ਚਾਹੁੰਦੇ ਸੀ। ਇਹ ਗੱਲ ਜੀ। ਸਾਨੂੰ ਖਾਸ ਧਿਆਨ ਰੱਖਣੀ ਚਾਹੀਦੀ ਹੈ। ਕੋਈ ਦਲਿਤਾਂ ਦੇ ਲੀਡਰ ਨਹੀਂ ਸੀ, ਉਹਨਾਂ ਦਾ ਪਰ ਮਤਲਬ ਮਕਸਦ ਇਹ ਨਹੀਂ ਸੀ ਵੀ ਸਾਡੇ ਦਲਿਤਾਂ ਦਾ ਹੀ ਰਾਜ ਭਾਗ ਹੋਵੇ। ਉਹ ਸਾਰੇ ਨਹੀਂ, ਹਾਂ, ਕਮਿਊਨਿਟੀ ਨੂੰ, ਹਰ ਇੱਕ ਕਮਿਊਨਿਟੀ ਨੂੰ ਇਕੁਅਲ ਕਰਨਾ ਬਰਾਬਰ ਚਾਹੁੰਦੇ ਸੀ। ਇਕੁਅਲ ਕਰਨਾ ਹੂੰ ਚਾਹੁੰਦੇ ਸੀ ਜੀ ਬਿਲਕੁਲ। ਜੀ। ਤੇ ਡਾਕਟਰ ਸਾਹਿਬ ਅੱਗੇ ਆਪਾਂ ਇੱਕ ਸਵਾਲ, ਜਿਹੜੀ ਗਾਂਧੀ ਸੱਤਿਆਗ੍ਰਹਿ ਜਿਹੜਾ, ਉਹਦੇ ਬਾਰੇ ਤੁਸੀਂ ਥੋੜਾ ਜਿਹਾ ਵਿਸਥਾਰ ਚ ਦੱਸੋ। ਦੇਖੋ, ਗਾਂਧੀ ਦਾ ਸੱਤਿਆਗ੍ਰਹਿ ਇਹ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਸੀਗਾ, ਕਿਉਂਕਿ ਹੂੰ ਹੂੰ ਕਿਉਂਕਿ ਅੰਗਰੇਜ਼ੀ ਸਰਕਾਰ ਨੇ ਜਦੋਂ ਵਰਲਡ ਵਾਰ 1 ਤੋਂ ਬਾਅਦ ਤੇ ਦਲਿਤਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਤੇ ਇਜਾਜ਼ਤ ਮਿਲੀ, ਉਦੋਂ ਲੋਕਾਂ ਦੇ, ਦਲਿਤਾਂ ਦੇ ਵਿੱਚ ਕੁਝ ਕੁ ਇੰਪਰੂਵਮੈਂਟ ਆਈ।
ਘਰਾਂ ਵਿੱਚ ਕੁਝ ਹੂੰ ਰੋਟੀ ਪੱਕਣ ਲੱਗੀ, ਕੁਝ ਪੈਨਸ਼ਨ ਲੱਗੀ। ਜੀ ਔਰ ਉਸ ਤੋਂ ਬਾਅਦ ਅ, ਅ, ਕਿਉਂਕਿ ਇਹ ਫਿਰ ਵੀ ਕਾਨੂੰਨੀ ਰਾਜ ਸੀਗਾ, ਅੰਗਰੇਜ਼ੀ ਰਾਜ ਸੀਗਾ। ਉੱਥੇ ਫਿਰ ਵੀ ਹੂੰ ਕਾਨੂੰਨੀ ਸੁਣਦੇ ਹੁੰਦੇ ਸੀ ਬਾਪੂ ਜੀ ਹੁਣੀ, ਬਜ਼ੁਰਗ ਜਦੋਂ ਕਹਿੰਦੇ ਸੀ ਅੰਗਰੇਜ਼ਾਂ ਦਾ ਰਾਜ ਚੰਗਾ ਸੀ। ਇਹ ਹੂੰ ਵੀ ਉਦੋਂ ਕਹਿੰਦੇ ਕਹਿੰਦੇ ਵੀ ਉਦੋਂ ਉਹ ਕੋਈ ਆ ਨਹੀਂ ਸੀ ਹੁੰਦਾ, ਮਤਲਬ ਕੋਈ ਇੰਨੀ ਵੀ ਉਦੋਂ ਪੂਰੀ ਇਨਕੁਆਇਰੀ ਹੁੰਦੀ ਸੀ ਹਰ ਗੱਲ ਦੀ ਤੁਹਾਨੂੰ। ਅੱਛਾ, ਇੱਥੇ ਮੈਂ ਅ, ਤੁਹਾਡੀ ਗੱਲ ਟੋਕਣਾ ਚਾਹੂੰਗਾ ਕਿਉਂਕਿ ਉਹ ਚਲੋ ਆਪਾਂ ਡਾਕਟਰ ਅੰਬੇਦਕਰ ਉਹਨਾਂ ਦੀ ਗੱਲ ਕਰ ਰਹੇ ਹਾਂ, ਆਪਾਂ ਜ਼ਿਆਦਾ ਪ੍ਰੋਗਰਾਮ ਨੂੰ ਲਮਕਾਉਣਾ ਨਹੀਂ। ਪਰ ਮੈਨੂੰ ਲੱਗਦਾ ਅੱਜ ਵੀ ਇਹ ਗੱਲਾਂ ਸੁਣੀਆਂ ਵੀ ਅੰਗਰੇਜ਼ਾਂ ਦਾ ਰਾਜ ਚੰਗਾ ਸੀ। ਹੁਣ ਵੀ ਗੱਲਾਂ ਉਹ ਹੋ ਰਹੀਆਂ। ਅ, ਹਾਂਜੀ, ਕਿਉਂਕਿ ਹੁਣ ਜਿਹੜਾ ਦੂਜੇ ਹਾਲਾਤ ਪਾਸੇ ਆਪਣੇ ਇੰਡੀਆ ਦੇ ਵਿੱਚ ਚੱਲ ਰਿਹਾ, ਹਾਂਜੀ ਕਿ ਇਹਦਾ ਉਦੋਂ ਮਤਲਬ ਉਹ ਜਿਹੜਾ ਚਲੋ ਹਾਂਜੀ। 1935 ਤੋਂ ਨਾ 1935 ਤੋਂ ਬਾਅਦ ਤੇ ਦਲਿਤ ਲੋਕਾਂ ਨੂੰ, ਅਛੂਤ ਲੋਕਾਂ ਨੂੰ ਉਦੋਂ ਕੁਝ ਪੜ੍ਹਨ ਦੇ ਹੱਕ ਮਿਲ ਗਏ ਤੇ ਉਹਨਾਂ ਨੂੰ ਹੂੰ ਫਿਕਰ ਪੈ ਗਿਆ ਸੀ, ਗਾਂਧੀ ਨੂੰ ਇਹ ਫਿਕਰ ਪੈ ਗਿਆ ਸੀਗਾ ਵੀ ਇਹ ਦਲਿਤ ਅਛੂਤ ਲੋਕ ਤਾਂ ਪੜ੍ਹਨ ਲੱਗੇ ਤੇ ਵੀ ਜੇ ਉਹਨਾਂ ਕਿਹਾ ਜੀ ਇਹੀ ਹਾਲ ਰਿਹਾ ਤੇ ਇਹ ਲੋਕ ਪੜ੍ਹ ਜਾਣਗੇ। ਤੇ ਹੂੰ ਦੇਖੋ, ਮੈਂ ਗਾਂਧੀ ਨੂੰ ਬਾਪੂ ਨਹੀਂ ਕਹਿੰਦਾ, ਉਹ ਸਾਡਾ ਬਾਪੂ ਨਹੀਂ ਸੀਗਾ। ਜੀ ਠੀਕ ਆ, ਤੇ ਕਿਉਂਕਿ ਇੱਕ ਇੱਕ ਜਿਹੜਾ ਜਿਹੜਾ ਮਾਂ-ਬਾਪ ਹੁੰਦਾ ਨਾ, ਇੱਕ ਹੂੰ ਮਾਂ-ਬਾਪ ਹੂੰ ਤੇ ਕੋਈ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ ਹੈ ਜਿਹੜਾ ਕਹਿੰਦਾ ਮੇਰੀ ਸੰਤਾਨ ਅੱਗੇ ਨਾ ਵਧੇ। ਹੂੰ ਠੀਕ ਆ, ਤੇ ਜੀ ਗਾਂਧੀ ਬਾਪੂ ਨਹੀਂ ਹੋ ਸਕਦਾ, ਹੋਏਗਾ ਜਿਹਨਾਂ ਦਾ ਹੋਏਗਾ ਮੁਬਾਰਕਾਂ, ਪਰ ਸਾਡਾ ਬਾਪੂ ਤਾਂ ਗੁਰੂ ਗੋਬਿੰਦ ਸਿੰਘ ਹੀ ਆ। ਤੇ ਜੀ ਬਿਲਕੁਲ। ਹਾਂ, ਔਰ ਇਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕਿ ਜੇ ਉਹਨਾਂ ਨੂੰ ਪਦਵੀ ਦਿੱਤੀ ਗਈ ਆ ਤੇ ਉਹ ਪਦਵੀ ਨੂੰ ਡਿਜ਼ਰਵ ਕਰਦੇ ਸੀਗੇ। ਹਾਂ, ਇਹਨਾਂ ਨੂੰ ਇਹ ਫਿਕਰ ਪੈ ਗਿਆ ਸੀਗਾ ਕਿ ਵੀ ਹੁਣ ਵੀ ਡਾਕਟਰ ਅੰਬੇਦਕਰ ਕਰਕੇ ਵੀ ਇਹਨਾਂ 'ਚ ਜਾਗ੍ਰਿਤੀ ਆ ਗਈ ਆ, ਔਰ ਕਿਵੇਂ ਨਾ ਕਿਵੇਂ ਇਹਨਾਂ ਨੂੰ ਹੂੰ ਅੰਗਰੇਜ਼ਾਂ ਨੂੰ ਕੱਢਣਾ ਜ਼ਰੂਰੀ ਆ। ਜੀ ਦੂਸਰੀ ਪ੍ਰੋਬਲਮ ਇਹ ਆ ਗਈ ਸੀ ਕਿ ਵਰਲਡ ਵਾਰ ਸੈਕੰਡ ਤੋਂ ਬਾਅਦ ਜਿਹੜੀ ਬ੍ਰਿਟਿਸ਼ ਗਵਰਨਮੈਂਟ ਕਾਫੀ ਟੁੱਟ ਚੁੱਕੀ ਸੀ। ਇਹਨਾਂ ਹੂੰ ਲਈ ਇੰਡੀਆ ਇੱਕ ਲਾਇਬਿਲਿਟੀ ਬਣ ਗਿਆ ਸੀਗਾ, ਔਰ ਇਹਨਾਂ ਨੂੰ ਪਤਾ ਸੀਗਾ ਕਿ ਵੀ ਸਾਡਾ ਜਾਣਾ ਚੰਗਾ ਹੈਗਾ, ਵੀ ਸਾਡਾ ਇੱਥੇ ਵੀ ਸਾਨੂੰ ਐਕਸਪੈਂਸ ਸਾਡੇ ਜ਼ਿਆਦਾ ਪੈ ਰਹੇ ਨੇ ਕੰਟਰੀ ਨੂੰ ਤੇ ਹੈਂਡਲ ਕਰਨਾ। ਕੰਟਰੀ ਬਹੁਤ ਵੱਡਾ ਸੀਗਾ। ਉਹ ਜਦੋਂ ਹੂੰ 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 ਉਹਨਾਂ ਨੇ ਕਿਹਾ ਸੀਗਾ ਕਿ ਵੀ ਤੁਸੀਂ ਆਪਦਾ ਕਨਸਟੀਟਿਊਸ਼ਨ ਬਣਾ ਲਓ, ਜੀ ਔਰ ਉਦੋਂ ਵੀ ਜਿਹੜਾ ਤੇ ਫਿਰ ਡਾਕਟਰ ਅੰਬੇਦਕਰ ਤੇ ਬਲੇਮ ਆ ਰਿਹਾ ਕਿ ਵੀ ਇਹ ਅੰਗਰੇਜ਼ਾਂ ਦਾ ਪਿੱਠੂ ਸੀ, ਕਿਉਂਕਿ ਉਹਨੂੰ ਹੂੰ ਡਾਕਟਰ ਅੰਬੇਦਕਰ ਨੂੰ ਪਤਾ ਸੀਗਾ। ਉਹ ਕਹਿੰਦੇ ਵੀ ਜੀ ਤੁਸੀਂ ਤਾਂ ਚਲੇ ਜਾਣਾ, ਅਸੀਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਗੁਲਾਮ ਸੀਗੇ। ਹੂੰ ਠੀਕ ਆ ਨਾ, ਵੀ ਤੁਸੀਂ 200 ਸਾਲ ਜੀ ਪਾਏ ਹੋ। ਠੀਕ ਆ, ਤੁਸੀਂ ਜੀ 200 ਸਾਲ ਇੰਡੀਆ ਤੇ ਰਾਜ ਕੀਤਾ, 100 ਸਾਲ ਪੰਜਾਬ ਤੇ ਕੀਤਾ, ਤੇ ਵੀ ਅਸੀਂ ਤਾਂ ਹੂੰ ਪਹਿਲਾਂ ਹੀ ਗੁਲਾਮ ਸੀਗੇ। ਵੀ ਉਹ ਤੁਸੀਂ ਚਲੇ ਜਾਣਾ ਤੇ ਅਸੀਂ ਤਾਂ ਗੁਲਾਮਾਂ ਦੇ ਗੁਲਾਮ ਹੀ ਰਹਿ ਗਏ। ਫਿਰ ਗੁਲਾਮ ਦੇ ਗੁਲਾਮ ਹੀ ਜੀ ਹਾਂ, ਬਿਲਕੁਲ। ਵੀ ਅਸੀਂ ਤਾਂ ਉੱਥੇ ਹੀ ਖੜੇ ਆ। ਹੂੰ ਤੇ ਇਹ ਉਦੋਂ ਇਹਨਾਂ ਨੇ ਡਾਕਟਰ ਅੰਬੇਦਕਰ ਨੂੰ ਕਾਫੀ ਮਤਲਬ ਭੰਡਿਆ ਵੀ ਇਹ ਇਹਨਾਂ ਦੇ ਅੰਗਰੇਜ਼ਾਂ ਦੇ ਆ ਨੇ, ਏਜੰਟ ਨੇ, ਜੋ ਨੇ। ਹਾਂ, ਕਿਉਂ ਉਹ ਉਹਨਾਂ ਲਈ ਉਹ ਪਤਾ ਸੀਗਾ ਜੇ ਮੈਨੂੰ ਹੱਕ ਦੇਣਗੇ ਤਾਂ ਇਹੀ ਦੇ ਸਕਦੇ ਨੇ, ਇਹਨਾਂ ਤੋਂ ਮੈਨੂੰ ਕੋਈ ਆਸ ਨਹੀਂ ਹੈਗੀ ਸੀਗੀ। ਜੀ ਠੀਕ ਆ, ਬਿਲਕੁਲ। ਤੇ ਆਪਣੇ ਹਾਂ ਜਿਹੜੇ ਉਦੋਂ ਡਾਕਟਰ ਅੰਬੇਦਕਰ ਸਾਹਿਬ, ਅੱਗੇ ਆਪਾਂ ਅੱਗੇ ਵੱਧਦੇ ਹੁਣ। ਜਿਹੜੇ ਡਾਕਟਰ ਅੰਬੇਦਕਰ ਸਾਹਿਬ ਸੰਵਿਧਾਨ ਦੇ ਨਿਰਮਾਤਾ ਕਿਵੇਂ ਬਣੇ ਜੀ, ਤੁਸੀਂ ਥੋੜਾ ਜਿਹਾ ਦੱਸੋ। ਹਾਂਜੀ, ਉਦੋਂ ਜਦੋਂ ਅਨਾਉਂਸ ਹੋਇਆ ਕਿ ਵੀ ਇੱਕ ਸੰਵਿਧਾਨਕ ਕਮੇਟੀ ਚੁਣੀ ਜਾਵੇ, ਹੂੰ ਹੂੰ ਔਰ ਉਹਦੇ ਵਿੱਚ ਉਹਨਾਂ ਨੇ ਤਕਰੀਬਨ 296 ਤੋਂ 296 ਕੁ ਲੋਕ ਚੁਣਨੇ ਸੀਗੇ। ਔਰ ਡਾਕਟਰ ਅੰਬੇਦਕਰ ਦੇ ਅਗੇਂਸਟ ਇੰਨਾ ਹੋ ਗਿਆ ਕਿ ਵੀ ਹਰ ਤਰ੍ਹਾਂ ਰੋਕਿਆ ਜਾਵੇ ਵੀ ਡਾਕਟਰ ਅੰਬੇਦਕਰ ਸੰਵਿਧਾਨ ਕਮੇਟੀ ਵਿੱਚ ਨਾ ਆਵੇ। ਨਾ ਆਉਣ ਠੀਕ। ਹਾਂ, ਤੇ ਹੂੰ ਔਰ ਇਹਨਾਂ ਤੇ ਜਿਹੜਾ ਪੂਰਾ ਕਾਂਗਰਸ ਦਾ ਪਤਾ ਸੀਗਾ ਕਿ ਉਹ ਸਾਰੇ ਡਰਦੇ ਸੀਗੇ, ਇਹ ਨਹੀਂ ਵੀ ਹੁਣ ਪਤਾ ਸੀ ਵੀ ਇਹ ਸਿਆਣੇ ਇੰਨੇ ਨੇ, ਦਿਮਾਗੀ ਇੰਨੇ ਨੇ, ਤੇ ਇੰਨੇ ਹਾਜ਼ਰ ਹੂੰ ਜਵਾਬ ਨੇ, ਤੇ ਇਹਨਾਂ ਦੀ ਜਿਹੜੀ ਜੀ ਸੋਚ ਬੜੀ ਮਤਲਬ ਫਾਸਟ ਆ, ਤੇ ਬਹੁਤ ਵਧੀਆ ਸੋਚ ਹੈਗੀ। ਮੈਨੂੰ ਪਤਾ ਸੀਗਾ ਇਹਨਾਂ ਨੂੰ, ਤੇ ਇਹਨਾਂ ਨੂੰ ਲੱਗਾ ਵੀ ਇਹ ਇੱਕੋ ਹੀ ਆ ਵੀ ਇਹਨਾਂ ਨੂੰ ਰੋਕਿਆ ਜਾਵੇ। ਔਰ ਹੂੰ ਸੰਵਿਧਾਨ ਕਮੇਟੀ 'ਚ ਔਰ ਜਦੋਂ ਪਤਾ ਲੱਗਿਆ ਕਿ ਇਹਨਾਂ ਨੂੰ ਬੰਗਾਲ ਵਿੱਚ ਇਹਨਾਂ ਦੀ ਹੈਲਪ ਕੀਤੀ ਗਈ ਆ, ਜੋਗਿੰਦਰ ਨਾਥ ਮੰਡਲ ਉੱਥੇ ਸੀਗੇ, ਤੇ ਉਹਨਾਂ ਨੂੰ ਪਤਾ ਸੀਗਾ ਕਿ ਡਾਕਟਰ ਅੰਬੇਦਕਰ ਦਾ, ਉਹ ਸਿਆਣੇ ਸੀਗੇ, ਐਡਵੋਕੇਟ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਡਾਕਟਰ ਅੰਬੇਦਕਰ ਦਾ ਇਸ ਸੰਵਿਧਾਨ ਕਮੇਟੀ ਵਿੱਚ ਆਉਣਾ ਬਹੁਤ ਜ਼ਰੂਰੀ ਆ। ਔਰ ਹੂੰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਵੀ ਤੁਸੀਂ ਬੰਗਾਲ 'ਚ ਆਓ। ਢਾਕਾ ਇਲਾਕੇ ਦੇ ਵਿੱਚ ਦਲਿਤ ਲੋਕ ਬਹੁਤ ਸੀਗੇ,
ਔਰ ਉਹ ਦਲਿਤਾਂ ਦਾ ਗੜ੍ਹ ਸੀਗਾ। ਔਰ ਉੱਥੋਂ ਇਹਨਾਂ ਨੂੰ ਜਿਤਾ ਕੇ ਇਹਨਾਂ ਨੇ ਸੰਵਿਧਾਨ ਕਮੇਟੀ ਦੇ ਵਿੱਚ ਪਾਇਆ ਗਿਆ। ਦਲੀਆਂ ਦਾ ਜੀ। ਕੋਈ ਚਾਂਸ ਨਹੀਂ ਸੀਗਾ। ਦਲਿਤਾਂ ਨੇ ਉੱਥੇ ਹੀ ਮਨੁਸਿਮਰਤੀ ਆਣੀ ਸੀ, ਜੋ ਹੁਣ ਕਰ ਰਹੇ ਨਾ ਸ਼ੁਰੂ ਵੀ ਪਏ ਹੋਏ ਨੇ ਮਨੁਸਿਮਰਤੀ ਵਾਲੇ ਹਿੰਦੂ ਤਬ ਜਿਹੜਾ ਹੋ ਰਿਹਾ, ਤੇ ਮਨੁਸਿਮਰਤੀ ਹੋਈ ਆ, ਇਹ ਹੋਰ ਕੁਝ ਨਹੀਂਗਾ। ਤੇ ਜੋ ਕੁਝ ਹੁਣ ਹੋ ਰਿਹਾ, ਇਹ ਜਿਹੜੇ 70 ਸਾਲਾਂ ਦੇ ਵਿੱਚ, ਹੁਣ ਜੇ ਆਪਾਂ ਗੱਲਾਂ ਕਰ ਰਹੇ ਹਾਂ, ਅੱਜ ਆਪਾਂ ਉੱਠੇ ਹਾਂ, ਕੋਈ ਅਕਲ ਆਈ ਆ ਕਿਸੇ ਨੂੰ, ਉਹ ਇੱਕ ਡਾਕਟਰ ਅੰਬੇਦਕਰ ਕਰਕੇ ਆਈ ਆ। ਜੀ ਬਿਲਕੁਲ। ਠੀਕ ਆ। ਇਹ ਦੇਵੀ ਦੇਵਤੇ ਤਾਂ ਇਹ ਸਭ ਕੁਝ ਪਹਿਲਾਂ ਵੀ ਸੀਗਾ, 47 ਤੋਂ ਪਹਿਲਾਂ ਵੀ ਸੀਗਾ। ਕਿਸੇ ਦੇਵਤੇ ਨੇ ਕੰਮ ਨਹੀਂ ਕੀਤਾ, ਕਿਸੇ ਮੰਦਰ ਨੇ ਕੁਝ ਨਹੀਂ ਕੀਤਾ। ਤੇ ਹਾਂ, ਜੇ ਕੋਈ ਸਾਡਾ ਮਸੀਹਾ ਹੈਗਾ ਤੇ ਉਹ ਸਾਡਾ ਸੰਵਿਧਾਨ ਆ, ਡਾਕਟਰ ਅੰਬੇਦਕਰ ਆ। ਜੀ ਬਿਲਕੁਲ। ਤੇ ਸਾਡੀ ਇਹ ਜਿਹੜੀ ਸਾਡੇ ਗੁਰੂਆਂ ਦੀ ਭਗਤਾਂ ਦੀ ਸੋਚ ਆ ਇਹ ਸਾਡੀ। ਤੇ ਮੈਂ ਇੱਥੇ ਇੱਕ ਗੱਲ ਮਰ ਜੀ ਇੱਕ ਹੋਰ ਗੱਲ ਐਡ ਕਰ ਦਵਾਂ ਡਾਕਟਰ ਸਾਹਿਬ ਦੀ ਗੱਲ ਦੇ ਨਾਲ ਹੀ। ਜਿੱਦਾਂ ਡਾਕਟਰ ਸਾਹਿਬ ਦੱਸਿਆ ਵੀ ਬੰਗਾਲ ਦੇ ਇਲਾਕੇ 'ਚ ਉਹਨਾਂ ਨੂੰ ਸੱਦਿਆ ਗਿਆ ਆਪਣੇ, ਉਹ ਜਿਹੜੇ ਉਹ ਦਲਿਤ ਲੋਕ ਸੀਗੇ, ਉਹ ਜ਼ਿਆਦਾਤਰ ਉਹ ਕਨਵਰਟ ਹੋ ਚੁੱਕੇ ਸੀ ਮੁਸਲਮਾਨਾਂ ਦੇ ਵਿੱਚ, ਕਿਉਂਕਿ ਜਿਹੜੇ ਮੁਸਲਮਾਨ ਵੀ ਲੋਕ ਨੇ ਨਾ ਭਾਰਤ ਦੇ, ਜਿੱਦਾਂ ਸਿੱਖ ਆ, ਇਹ ਸਾਰੇ ਹੀ ਸੋ ਕਾਲਡ ਸ਼ੂਦਰਾਂ ਦੇ ਵਿੱਚੋਂ ਹੀ ਕਨਵਰਟ ਹੋਏ ਲੋਕ ਨੇ। ਇਹ ਹੈ ਸਾਰੇ ਇੱਕੋ ਹੀ ਲੋਕ, ਮਤਲਬ ਉਹ ਹਿੰਦੂਆਂ ਦੇ ਡਿਸਕ੍ਰਿਮੀਨੇਸ਼ਨ ਤੋਂ ਦੂਰ ਬਚਣ ਵਾਸਤੇ ਬਹੁਤ ਮੁਸਲਮਾਨ ਬਣ ਗਏ, ਬਹੁਤ ਸਿੱਖ ਬਣ ਗਏ, ਠੀਕ ਹੈ ਨਾ, ਇੱਦਾਂ ਈਸਾਈ ਬਣ ਰਹੇ ਆ, ਹਨਾ। ਜਦੋਂ ਮਤਲਬ ਬਾਬਾ ਸਾਹਿਬ ਅੰਬੇਡਕਰ ਨੂੰ, ਕਿਉਂਕਿ ਹਰ ਜਗ੍ਹਾ ਤੇ ਪੈਸੇ ਦੇ ਜ਼ੋਰ ਦੇ ਨਾਲ ਕਾਂਗਰਸ ਵਾਲੇ ਜਿਹੜੇ ਜਿੱਤਣ ਨਹੀਂ ਦਿੰਦੇ, ਫਿਰ ਉਹ ਬੰਗਾਲ ਦੇ ਵਿੱਚ ਇੱਕ ਇਲਾਕਾ ਸਿਲੀਗੁੜੀ ਇਲਾਕਾ ਆ, ਸਿਲੀਗੁੜੀ, ਉਸ ਇਲਾਕੇ ਤੋਂ ਉੱਥੋਂ ਦੇ ਜਿਹੜੇ ਦਲਿਤ ਮੁਸਲਮਾਨ ਸੀ, ਉਹਨਾਂ ਨੇ ਉਹਨੂੰ ਜਿਤਾਇਆ ਪੂਰਾ। ਜਿਤਾ ਕੇ ਉਹਨਾਂ ਨੇ ਭੇਜਿਆ ਵੀ ਅਗਰ ਜੋ ਮਰਜ਼ੀ ਹੋ ਜਾਏ, ਅਸੀਂ ਕੁਰਬਾਨੀ ਦਿੰਨੇ ਤੁਹਾਡੀ ਖਾਤਰ। ਔਰ ਐਡੇ ਉਹਨਾਂ ਨੂੰ ਉਸ ਕੁਰਬਾਨੀ ਦਾ ਮੁੱਲ ਪਤਾ ਕੀ ਤਾਰਨਾ ਪਿਆ, ਕਿ ਉਹ ਇਲਾਕਾ ਕੱਟ ਕੇ ਬਾਅਦ ਵਿੱਚ ਬੰਗਲਾਦੇਸ਼ ਦੇ ਵਿੱਚ ਚੱਕ ਕੇ ਮਾਰਿਆ ਗਿਆ। ਉਹਨੂੰ ਇੰਡੀਆ ਦੇ ਵਿੱਚ ਨਹੀਂ ਰੱਖਿਆ ਹੋਇਆ। ਉਹ ਉਹਨਾਂ ਨੂੰ ਉਹ ਫਿਰ ਉਹਨਾਂ ਨੇ ਬਾਅਦ ਚ ਹਿੰਦੂਆਂ ਨੇ ਵੀ ਕਹਿੰਦੇ ਆਹ ਚੱਕੋ ਹੁਣ ਸ਼ਾਬਾਸ਼, ਤੁਸੀਂ ਅੰਬੇਡਕਰ ਨੂੰ ਕਹਿੰਦੇ ਨਾ ਮੈਂ ਆਪ ਸਿਲੀਗੁੜੀ ਇਲਾਕੇ ਤੋਂ ਜਿਤਾਇਆ, ਆਹ ਚੱਕੋ ਨਾਮ ਵਜੋਂ ਉਹਨਾਂ ਪੀਸ ਕੱਟ ਕੇ ਚੱਕ ਕੇ ਮਾਰਿਆ ਬੰਗਲਾਦੇਸ਼ ਵਿੱਚ। ਹਾਂਜੀ ਡਾਕਟਰ ਸਾਹਿਬ ਆ ਜਾਓਗੇ। ਹਾਂਜੀ, ਇੱਕ ਹੋਰ ਐਡ ਕਰਦਾ ਇੱਥੇ, ਤੇ ਇਹ ਗੁਜਰਾਤ ਦੇ ਵਿੱਚ 4 ਪਿੰਡ ਸੀਗੇ, ਉੱਥੇ ਦਲਿਤਾਂ ਦੀ ਆਬਾਦੀ ਬਹੁਤ ਜ਼ਿਆਦਾ ਸੀਗੀ। ਔਰ ਜਦੋਂ ਇਹਨਾਂ ਨੇ ਪਾਰਟੀਸ਼ਨ ਕੀਤੀ ਆ, ਔਰ ਉਹ 4 ਪਿੰਡ ਵੀ ਪਾਕਿਸਤਾਨ 'ਚ ਹੀ ਇਹਨਾਂ ਨੇ ਪਾਏ। ਔਰ ਦੇਖੋ ਕਿ ਇਹੋ ਜਿਹੇ ਹਾਲਾਤਾਂ ਤੇ ਹੁਣ ਦੇਖੋ ਕਿ ਵੀ ਇਹਨਾਂ ਨੇ ਵੀ ਕਹਿੰਦੇ ਲੰਗੜਾ ਪਾਕਿਸਤਾਨ ਬਣਾਤਾ ਜੀ, ਤੇ ਬੰਗਾਲ ਨੂੰ ਕੱਟਤਾ 2 ਥਾਵਾਂ 'ਚ, ਪੰਜਾਬ ਨੂੰ ਕੱਟਿਆ। ਤੇ ਇਹ ਐਕਚੁਅਲੀ ਵੰਡ ਤਾਂ ਬੰਗਾਲ ਤੇ ਪੰਜਾਬ ਦੀ ਹੋਈ ਆ। ਡਰ ਤਾਂ ਹਾਂ, ਕਿਉਂਕਿ ਪੰਜਾਬ ਵੀ ਕੰਟਰੀ ਲੱਗ ਸੀਗਾ, ਬੰਗਾਲ ਵੀ ਕੰਟਰੀ ਲੱਗ ਆ, ਮਹਾਰਾਸ਼ਟਰ ਕੰਟਰੀ ਲੱਗ ਆ, ਤੇ ਚਲੋ ਖੈਰ ਐਨੀਵੇ। ਔਰ ਇਹ ਜਿਹੜਾ ਇਹਨਾਂ ਨੂੰ ਸਾਰਾ ਜਿਹੜਾ ਖਮਿਆਜਾ ਭੁਗਤਣਾ ਪਿਆ, ਇਹ ਬੰਗਾਲ ਨੂੰ 2 'ਚ ਵੰਡਿਆ, ਤੇ ਫਿਰ ਉਹ ਪਾਕਿਸਤਾਨ ਦਾ ਲੰਗੜਾ ਬਣਾਤਾ ਪਾਕਿਸਤਾਨ। ਤੇ ਇਦਾਂ ਦੀਆਂ ਖੈਰ ਹਿਸਟਰੀ ਤਾਂ ਬੜੀ ਲੰਬੀ ਹੈਗੀ ਇਹਨਾਂ ਗੱਲਾਂ ਦੀ। ਜੀ ਬਿਲਕੁਲ। ਹਾਂਜੀ। ਅੱਛਾ, ਆਪਣੇ ਡਾਕਟਰ ਸਾਹਿਬ, ਜਿੱਦਾਂ ਹੁਣ ਡਾਕਟਰ ਅੰਬੇਦਕਰ ਸਾਹਿਬ ਨੇ ਜਦੋਂ ਧਰਮ ਦੀ ਗੱਲ ਹੈ ਤਾਂ ਬੁੱਧ ਧਰਮ ਵਿੱਚ ਜਾਣਾ ਹੀ ਕਿਉਂ ਪਸੰਦ ਕੀਤਾ? ਹਾਂਜੀ, ਦੇਖੋ ਅੱਜ ਕੱਲ ਬੜਾ ਡਿਬੇਟ ਹੋ ਰਹੀ ਆ ਵੀ ਇਹ ਸਿੱਖ ਕਿਉਂ ਨਹੀਂ ਬਣੇ, ਬੜਾ ਮਤਲਬ ਵੀ ਇਹ ਬੁੱਧ ਧਰਮ 'ਚ ਕਿਉਂ ਗਏ ਨੇ। ਔਰ ਇਹ ਤਾਂ ਬਹੁਤ ਲੰਬੀ ਚੌੜੀ ਫੇਸਬੁੱਕ ਤੇ ਵੀ ਆਪਾਂ ਸੁਣ ਸਕਦੇ ਹਾਂ, ਤੇ ਬਹੁਤ ਕਿਤਾਬਾਂ ਵੀ ਲਿਖੀਆਂ ਜਾ ਰਹੀਆਂ ਨੇ, ਤੇ ਕੰਟਰੋਵਰਸੀ ਕ੍ਰੀਏਟ ਹੋ ਰਹੀ ਆ। ਔਰ ਦੇਖੋ ਪਹਿਲਾਂ ਗੱਲਾਂ ਕਹਾਂਗੇ ਆਪਾਂ, ਬੁੱਧ ਧਰਮ ਇੰਡੀਆ ਦੇ ਵਿੱਚ, ਜਿਹੜੇ ਇੰਡੀਆ ਦੇ ਆਪਦੇ 2 ਧਰਮ ਨੇ। ਸਭ ਤੋਂ ਪਹਿਲਾ ਧਰਮ ਆ ਜਿਹੜਾ ਓਰੀਜਨਲ ਧਰਮ ਆ, ਉਹ ਇੰਡੀਆ 'ਚ ਬੁੱਧ ਧਰਮ ਹੀ ਸੀਗਾ। ਬੁੱਧ ਧਰਮ ਅਬਾਊਟ 600 BC, ਅੱਜ ਤੋਂ ਵੀ 2700 ਸਾਲ 2800 ਸਾਲ ਪਹਿਲਾਂ ਜਿਹੜਾ ਬੁੱਧ ਧਰਮ ਬੁੱਧਾ ਨੇ ਸਟਾਰਟ ਕੀਤਾ ਹੈਗਾ, ਤੇ ਉਹ ਆਪਣਾ ਓਰੀਜਨਲ ਧਰਮ ਇੰਡੀਆ ਦਾ ਸੀਗਾ। ਔਰ ਫਿਰ ਇਹ ਆਪਣੇ ਇੰਡੀਆ ਸੋਨੇ ਦੀ ਚਿੜੀ ਬੁੱਧ ਧਰਮ, ਬੋਧੀ ਰਾਜੇ ਵੀ ਹੋਏ ਨੇ, ਤੇ ਚਲੋ ਇਹ ਇੱਕ ਅਲੱਗ ਹਿਸਟਰੀ ਹੈਗੀ ਆ। ਔਰ ਇਹ ਜਿਹੜੇ ਨਾਗਵੰਸ਼ੀ ਲੋਕ ਸੀਗੇ ਨਾ, ਇਹ ਸਾਰੇ ਬੋਧੀ ਸੀਗੇ। ਤੇ ਇੰਡੀਆ ਦੇ ਜਿਹੜੇ ਓਰੀਜਨਲ ਇੰਡੀਆ ਨੇ, ਜਿਹੜੇ ਆਪਣੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਗਿਆ, ਔਰ ਇਹ ਸਾਰੇ ਪਹਿਲਾਂ ਬੋਧੀ ਹੀ ਸੀਗੇ। ਤੇ ਇਹ
ਇਹਨਾਂ ਨੇ ਇਹਨਾਂ ਦੀ ਜਿਹੜੀ ਪ੍ਰੈਫਰੈਂਸ ਸੀਗੀ, ਕਿਉਂਕਿ ਇਹਨਾਂ ਦੇ ਘਰ ਵਿੱਚ ਕਬੀਰਪੰਥੀ ਹੋਣ ਕਰਕੇ, ਤੇ ਉਹਦੇ 'ਚ ਜ਼ਰੂਰ ਕਿ ਵੀ ਗ੍ਰੰਥ ਸਾਹਿਬ ਭਗਤਾਂ ਦੀ ਬਾਣੀ, ਤੇ ਉਹ ਇਹਨਾਂ 'ਤੇ ਪ੍ਰਭਾਵ ਸੀਗਾ ਇਹਨਾਂ 'ਤੇ। ਔਰ ਇਹਨਾਂ ਦੀ ਜਿਹੜੀ ਫਸਟ ਪ੍ਰੈਫਰੈਂਸ ਇਹਨਾਂ ਦੀ ਸਿੱਖ ਬਾਣੀ ਦੀ ਵੀ ਹੋਈ ਸੀਗੀ, ਤੇ ਜਿਹੜੀ ਕਿ ਅੱਛਾ ਜੀ। 1935-36 ਦੇ ਵਿੱਚ ਅੰਮ੍ਰਿਤਸਰ ਆਏ ਨੇ। ਤੇ ਔਰ ਜਦੋਂ ਇਹਨਾਂ ਨੂੰ ਸਿੱਖ ਲੀਡਰਾਂ ਨੇ ਇਹਨਾਂ ਦਾ ਵਿਰੋਧ ਕੀਤਾ ਵੀ ਇਹ ਕਿਸੇ ਵੀ ਤਰ੍ਹਾਂ ਵੀ ਸਿੱਖ ਨਾ ਬਣਨ, ਮੈਨੂੰ ਪਤਾ ਸੀ ਕਿ 7 ਕਰੋੜ ਵੀ ਇਹ ਬਣ ਗਏ, ਸਿੱਖ ਬਣ ਗਏ, ਤਾਂ ਜੇ 7 ਕਰੋੜ ਅਛੂਤ ਹੈਗੇ ਨੇ ਉਹ ਸਾਰੇ ਸਿੱਖ ਬਣ ਜਾਣਗੇ। ਔਰ ਉਹ ਸਾਰੇ ਕਿਉਂਕਿ 7 ਕਰੋੜ ਉਹ ਪੰਜਾਬ ਤੋਂ ਬਾਹਰਲੇ ਸੀਗੇ, ਉਹ ਮਹਾਰਾਸ਼ਟਰ, ਇੱਧਰ ਯੂਪੀ, MP, ਉਹ ਸਾਰੀ ਇੰਡੀਆ ਤੋਂ ਸੀਗੇ। ਉਹ ਸਾਰੇ ਵੀ ਸਾਰੇ ਇੰਡੀਆ, ਪੰਜਾਬ ਤਾਂ ਸਿੱਖ ਹੈਗੇ ਹੀ ਸੀਗੇ। ਤੇ ਉਹਨਾਂ ਨੂੰ ਇਹ ਫਿਕਰ ਪੈ ਗਿਆ ਵੀ ਸਾਡੀ ਜਿਹੜੀ ਹੈਗੀ ਕਿ ਕੰਟਰੋਲ ਆ ਜਿਹੜਾ ਉਹ ਖਤਮ ਹੋ ਜਾਊਗਾ, ਤੇ ਡਾਕਟਰ ਅੰਬੇਦਕਰ ਹੀ ਸਿੱਖਾਂ ਦੇ ਪ੍ਰਧਾਨ ਬਣ ਜਾਣਗੇ। ਔਰ ਫਿਰ ਮਾਸਟਰ ਤਾਰਾ ਸਿੰਘ ਵੀ ਕੋਈ ਇਹਨਾਂ ਦੀ ਮਾਨਸਿਕਤਾ ਕਿ ਬਾਹਲੀ ਚੰਗੀ ਨਹੀਂ ਹੈਗੀ, ਤੇ ਇਹ ਵੀ ਤਾਰਾ ਚੰਦ ਮਲਹੋਤਰਾ ਸੀਗੇ ਪਹਿਲਾਂ, ਤੇ ਇਹਨਾਂ ਦੀ ਮਾਨਸਿਕਤਾ ਵੀ ਕੁਝ ਬਾਹਲੀ, ਇਹਨਾਂ ਨੇ ਵੀ ਕੋਈ ਵੱਡਾ ਚੰਗਾ ਰੋਲ ਨਹੀਂ ਕੀਤਾ ਹੈਗਾ। ਔਰ ਇਹਨਾਂ ਦੀ ਵੀ ਕਾਫੀ ਲੰਬੀ ਚੌੜੀ ਹਿਸਟਰੀ ਹੈਗੀ ਆ। ਤੇ ਜੀ ਬਿਲਕੁਲ। ਔਰ ਹਾਂਜੀ, ਤੇ ਇਹਨਾਂ ਨੇ ਫਿਰ ਤੋਂ ਗਾਂਧੀ ਨੂੰ ਕਿਹਾ, ਤੇ ਗਾਂਧੀ ਨੇ ਕਿਹਾ ਵੀ ਤੁਸੀਂ ਹਰ ਹਾਲਤ, ਪਹਿਲੀ ਗੱਲ ਤਾਂ ਉਹਨਾਂ ਨੂੰ ਗਾਂਧੀ ਨੂੰ ਕਾਲ ਕਰਨ ਦੀ ਕਿਹੜੀ ਜ਼ਰੂਰਤ ਸੀ, ਗਾਂਧੀ ਨੂੰ ਉਹਨਾਂ ਤੋਂ ਕਿਹੜੀ ਜ਼ਰੂਰਤ ਸੀ ਇਹਨਾਂ ਨੂੰ। ਜਦੋਂ ਕਿ ਬੰਦਾ ਕੋਈ ਆਉਂਦਾ, ਕੋਈ ਤੁਸੀਂ ਇੱਥੇ ਚਰਚ ਜਾਓ ਕ੍ਰਿਸਚੀਅਨ, ਉਹ ਤੁਹਾਨੂੰ ਹੱਥਾਂ 'ਤੇ ਚੱਕਦੇ ਨੇ। ਜੀ ਬਿਲਕੁਲ। ਮਸਜਿਦ ਜਾਓ, ਤੁਹਾਡੀ ਪੂਰੀ ਰਿਸਪੈਕਟ ਕਰਦੇ ਨੇ। ਮੈਂ ਗਿਆ ਹੈਗਾ, ਤੇ ਔਰ ਜਦ ਕਿ ਇਹ ਇੱਕ ਸਿੱਖ ਬਣਨ ਦੇ ਇਰਾਦੇ ਨਾਲ ਗਏ ਸੀਗੇ, ਔਰ ਉਹਨਾਂ ਨੇ ਜਦੋਂ ਦੇਖਿਆ ਕਿ ਕੋਈ ਉਦੋਂ ਲੋਕ ਕਾਫੀ ਪ੍ਰੈਜੈਂਟ ਸੀਗੇ ਉੱਥੇ, ਹਜ਼ਾਰਾਂ ਦਾ ਇਕੱਠ ਸੀਗਾ, ਲੱਖਾਂ ਦਾ ਇਕੱਠ ਸੀਗਾ। ਓਕੇ, ਇਹ ਕੋਈ ਡਾਕੂਮੈਂਟਡ ਗੱਲ ਹੈਗੀ ਆ, ਇਹ ਨਹੀਂ ਹੈ ਕਿ ਮਿਥਿਹਾਸ ਰਚਿਆ ਗਿਆ। ਔਰ ਇਹਨਾਂ ਨੂੰ ਆਪਣੇ ਸਰਦਾਰ ਕਪੂਰ ਸਿੰਘ, ਉਹਨਾਂ ਦੀ ਸੱਚ ਸਾਖੀ ਦੇ ਵਿੱਚ ਸਾਰੀ ਜਿਹੜੀ ਇਹਨਾਂ ਨੇ ਲਿਖੀ ਆ ਜੋ ਇਹਨਾਂ ਨਾਲ ਹੋਇਆ, ਇਹ ਉਹਨਾਂ ਦਾ ਪੂਰਾ ਜਿਹੜਾ ਵੇਰਵਾ ਮਿਲਦਾ ਹੈਗਾ। ਹਾਂ, ਇਹ ਸਿੱਖ ਬਣਨਾ ਚਾਹੁੰਦੇ ਸੀਗੇ, ਤੇ ਪਰ ਦੇਖਿਆ ਕਿ ਵੀ ਸਿੱਖਾਂ ਦੇ ਵਿੱਚ ਵੀ ਜਿਹੜਾ ਹਾਲਾਤ ਦੇਖ ਕੇ ਪਰ ਇਹਨਾਂ ਦਾ ਜਿਹੜਾ ਮਨ ਉਦਾਸ ਹੋਇਆ, ਤੇ ਫਿਰ ਸਿੱਖੀ ਤੋਂ ਫਿਰ ਇਹਨਾਂ ਨੇ ਬੁੱਧ ਧਰਮ ਨੂੰ, ਸੈਕੰਡ ਚੁਆਇਸ ਬੁੱਧ ਧਰਮ ਸੀ ਇਹਨਾਂ ਦੀ, ਫਿਰ ਇਹਨਾਂ ਨੇ ਜਿਹੜਾ ਬੁੱਧ ਧਰਮ 'ਚ ਆਉਣਾ ਇਹਨਾਂ ਨੇ ਪ੍ਰੈਫਰ ਕੀਤਾ। ਠੀਕ ਹੈ ਜੀ। ਤੇ ਆਪਣੇ ਸਰਦਾਰ, ਹਾਂਜੀ ਤੁਸੀਂ ਕਹਿ ਰਹੇ ਸੀ ਡਾਕਟਰ ਸਾਹਿਬ? ਹਾਂਜੀ, ਇਹਨਾਂ ਨੇ ਆਪਣੇ ਭਤੀਜੇ ਨੂੰ ਉਦੋਂ ਆਪਣੇ ਅੰਮ੍ਰਿਤਸਰ ਵਿੱਚ ਅੰਮ੍ਰਿਤ ਛਕਾ ਦਿੱਤਾ ਸੀਗਾ, ਸਿੰਘ ਸਜਾ ਦਿੱਤਾ ਸੀਗਾ। ਅੱਛਾ ਜੀ। ਪਰ ਆਪ ਫਿਰ ਇਹ ਜਿਹੜੇ ਰਾਜੇ ਨਾਲ ਆਏ ਸੀਗੇ, ਪਰ ਇਹ ਫਿਰ ਉਸ ਤੋਂ ਬਾਅਦ ਫਿਰ ਇਹ ਆ ਕੇ ਜਲੰਧਰ ਆਉਂਦੇ ਨੇ, ਉੱਥੇ ਕਾਫੀ ਇਹਨਾਂ ਨੇ ਇਕੱਠ ਹੁੰਦਾ, ਤੇ ਫਿਰ ਲੁਧਿਆਣੇ ਵੀ ਆਉਂਦੇ ਨੇ, ਪਟਿਆਲੇ ਵੀ ਆਉਂਦੇ ਨੇ। ਔਰ ਇਹ ਸਾਰਾ ਜਿਹੜਾ ਵਾਰਦਾਤ ਜੋ ਹੋਇਆ, ਸਾਰਾ ਇਹਨਾਂ ਨੇ ਹਾਲ ਦੱਸਿਆ ਉਹਨਾਂ ਦਾ, ਵੀ ਪੰਜਾਬ ਦੇ ਵਿੱਚ ਇਹ ਹਾਲਤ ਹੈਗੇ ਆ। ਤੇ ਪਰ ਇਹਨਾਂ ਨੇ ਫਿਰ ਬਾਅਦ ਵਿੱਚ ਜਿਹੜਾ ਇਹਨਾਂ ਨੇ ਬੁੱਧਿਜ਼ਮ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਹਿੰਦੂ ਜੰਮਿਆ, ਕਿਉਂਕਿ ਇਹ ਮੇਰੇ ਵੱਸ ਦੀ ਗੱਲ ਨਹੀਂ ਸੀ, ਔਰ ਮੈਂ ਹਿੰਦੂ ਮਰੂੰਗਾ ਨਹੀਂ, ਇਹ ਮੇਰੇ ਵੱਸ ਦੀ ਗੱਲ ਹੈ, ਕਿਉਂਕਿ ਇਹਦਾ ਹਿੰਦੂਇਜ਼ਮ ਜਾਂ ਕਾਸਟਿਜ਼ਮ। ਤੇ ਅਸੀਂ ਕਿਸੇ ਹਿੰਦੂ ਨੂੰ ਨਫ਼ਰਤ ਨਹੀਂ ਕਰਦੇ, ਹਿੰਦੂ ਸਾਡੇ ਸਾਰੇ ਵੀਰ ਨੇ, ਤੇ ਹਿੰਦੂ ਸਾਡੇ ਭਰਾ ਨੇ। ਔਰ ਅਸੀਂ ਸਿਰਫ ਹਿੰਦੂਇਜ਼ਮ, ਅਸੀਂ ਸਿਰਫ ਸੋਚ ਨੂੰ ਨਫ਼ਰਤ ਕਰਦੇ ਹਾਂ, ਜਿਨ੍ਹਾਂ ਦੀ ਨਾ ਬਰਾਬਰੀ ਦੀ ਸੋਚ ਹੈ ਜਿਹੜੀ, ਉਹ ਸੋਚ ਕਿਸੇ ਦੀ, ਉਹ ਸਿੱਖ ਦੀ ਵੀ ਹੋ ਸਕਦੀ ਹੈ। ਠੀਕ ਹੈ, ਜਿਹੜਾ ਕੋਈ ਵੀ ਮਤਲਬ ਕਹਿਣ ਦਾ ਤੁਹਾਡਾ ਆਪਣਾ ਕਹਿਣ ਦਾ ਤੇ ਸਰੋਤਿਆਂ ਨਾਲ ਗੱਲ ਕਰਨ ਦਾ ਮਕਸਦ ਇਹੀ ਆ ਵੀ ਇੱਕ ਦੂਜੇ ਨਾਲ ਈਰਖਾ, ਹਾਂ, ਕੋਈ ਸੀਰੀਅਸ ਨਾ ਲਵੇ ਕਿ ਵੀ ਅਸੀਂ ਹਾਂਜੀ ਵੀ ਈਰਖਾ ਨਹੀਂ ਕਰਨੀ, ਇਨਸਾਨੀਅਤ ਦੇ ਹਿੰਦੂਇਜ਼ਮ ਬਿਲੀਵ ਹੀ ਨਹੀਂ ਕਰਦੇ। ਤੇ ਜਿਹੜਾ ਇੰਡੀਆ ਦੇ ਵਿੱਚ ਤਾਂ ਪਹਿਲਾਂ ਤੇ ਇਹ ਲੋਕਾਂ ਨੂੰ ਜਾਤਾਂ 'ਚ ਵੰਡਦੇ ਆ, ਲੋਕਾਂ ਨੂੰ ਵਖਰੇਵੇਂ ਪਾਉਂਦੇ ਨੇ। ਹੁਣ 7000 ਜਾਤਾਂ 'ਚ ਵੰਡੇ ਹੋਏ ਨੇ, ਤੇ ਫਿਰ ਹਿੰਦੂ ਦੇ ਨਾਂ 'ਤੇ ਇਕੱਠੇ ਕਰ ਲੈਂਦੇ ਨੇ। ਠੀਕ ਹੈ ਨਾ।
ਤਾਂ ਕਰਕੇ ਜੀ ਐਕਚੁਅਲੀ ਹਿੰਦੂ ਕੋਈ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਇਹ ਤਾਂ ਇੱਕ ਇਹਨਾਂ ਦੇ ਇੱਕ ਸੰਗਠਨ ਬਣਿਆ ਹੈਗਾ ਕਿ ਕਿਵੇਂ ਲੋਕਾਂ ਨੂੰ ਇਕੱਠੇ ਕਰਨਾ, ਤਾਂ ਛੜਯੰਤਰ ਹੈਗਾ ਇੱਕ। ਜੀ ਹਾਂਜੀ, ਆਪਾਂ ਵਾਪਸ ਵਾਲੇ ਇੰਦਰਜੀਤ ਸਿੰਘ ਤੁਹਾਡੇ ਵੱਲ ਜੀ। ਤੁਸੀਂ ਕੀ ਹੋਰ ਦੱਸਣਾ ਚਾਹੋਗੇ ਕਿ ਡਾਕਟਰ ਸਾਹਿਬ ਨੇ ਕਿਹਾ ਵੀ ਆਪਣੇ ਜਾਤ ਪਾਤ ਬਾਰੇ, ਜਿੱਦਾਂ ਥੋੜਾ ਜਿਹਾ ਉਹਨਾਂ ਨੇ ਵਿਸਤਾਰ ਚ ਗਿਆ ਥੋੜਾ ਜਿਹਾ, ਤੇ ਡਾਕਟਰ ਅੰਬੇਦਕਰ ਸਾਹਿਬ ਉਹਨਾਂ ਨੇ ਬੁੱਧ ਧਰਮ ਹੀ ਕਿਉਂ ਚੁਣਿਆ, ਤੇ ਇਸ ਬਾਰੇ ਤੁਸੀਂ ਕੋਈ ਤੁਹਾਡਾ ਸੁਝਾਅ, ਤੇ ਆਪਾਂ ਆਖਿਰ ਵੱਲ ਵਧੀਏ ਕਿਉਂਕਿ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਹੁਣ ਸਮਾਂ। ਦੇਖੋ, ਬਾਬਾ ਸਾਹਿਬ ਅੰਬੇਡਕਰ ਜੀ ਸਿੱਖ, ਬਿਹਤਰ ਸਿੱਖ ਸੀਗੇ। ਉਹ ਜਿਹੜੇ ਕੰਮ ਉਹਨੇ ਸਿੱਖਾਂ ਨਾਲ ਵੀ ਵੱਧ ਕੇ ਕੀਤੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਮੁਤਾਬਕ, ਠੀਕ ਨਹੀਂ। ਇਹ ਗੱਲ ਕਹਿ ਸਕਦੇ ਆ ਕਿ ਅੰਮ੍ਰਿਤ ਛਕਣ ਤੋਂ ਰਹਿ ਗਿਆ ਹੋਵੇ, ਅੰਮ੍ਰਿਤ ਨਹੀਂ ਸਿੰਘ ਨਹੀਂ ਸਾਜ ਸਕੇ। ਮੈਂ ਤਾਂ ਉਹਨਾਂ ਨੂੰ ਮਹਾਨ ਸਿੱਖ ਸਮਝਦਾ, ਕਿਉਂਕਿ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਹੱਕ ਸੱਚ ਤੇ ਚੱਲਦਾ, ਮੇਰੇ ਲਈ ਉਹ ਇੱਕ ਮਹਾਨ ਸਿੱਖ ਆ। ਚਾਹੇ ਉਹ ਬੁੱਧ ਧਰਮ ਦੇ ਵਿੱਚੋਂ ਹੋਵੇ, ਆਪਣੇ ਨੂੰ ਬੋਧੀ ਕਹਾਂਦਾ ਹੋਵੇ, ਜਾਂ ਈਸਾਈ ਜਾਂ ਮੁਸਲਮਾਨ ਜਾਂ ਹਿੰਦੂ ਅਖਵਾਉਂਦਾ ਹੋਵੇ, ਜਿਹੜਾ ਵਰਨ ਜਾਤੀ ਵਿਵਸਥਾ ਤੋਂ ਉੱਪਰ ਉੱਠ ਚੁੱਕਾ ਹੋਵੇ, ਇਨਸਾਨ ਨੂੰ ਇਨਸਾਨ ਸਮਝਦਾ ਹੋਵੇ, ਬਰਾਬਰਤਾ ਇਕੁਐਲਿਟੀ ਵਿੱਚ ਯਕੀਨ ਰੱਖਦਾ ਹੋਵੇ, ਮੇਰੇ ਲਈ ਇੱਕ ਮਹਾਨ ਸਿੱਖ ਆ ਉਹ। ਹਾਂ, ਇਹ ਬਾਬਾ ਸਾਹਿਬ ਅੰਬੇਡਕਰ ਜੀ ਅੰਮ੍ਰਿਤ ਛਕਣ ਤੋਂ ਵਾਂਝੇ ਰਹਿ ਗਏ, ਆਪਣੇ ਭਤੀਜੇ ਨੂੰ ਨਹੀਂ ਅੰਮ੍ਰਿਤ ਛਕਾਇਆ। ਉਹ ਸਿੰਘ ਕਿਉਂ ਨਹੀਂ ਸੱਜ ਸਕੇ, ਇਹ ਇੱਕ ਬਹੁਤ ਹੀ ਲੰਬਾ ਸਬਜੈਕਟ ਆ, ਬਹੁਤ ਵੱਡਾ ਵਿਸ਼ਾ ਆ। ਇੱਥੇ ਆਪਾਂ ਗੱਲ ਕਰਨ ਲੱਗੇ ਤਾਂ ਮੇਰਾ ਖਿਆਲ 2-3 ਘੰਟੇ ਘੱਟ ਤੋਂ ਘੱਟ ਚਾਹੀਦੇ ਆ। ਜੀ ਬਿਲਕੁਲ, ਠੀਕ ਨੇ। ਤੇ ਇਸ ਕਰਕੇ ਗੱਲ ਜਿਹੜੀ ਆਪਾਂ ਅੱਗੇ ਤੋਰਦੇ ਆ, ਤੇ ਦੇਖੋ ਬੁੱਧ ਧਰਮ ਦੇ ਵਿੱਚ ਵੀ ਗਏ ਆ, ਤੇ ਵੈਲਕਮ ਹੈ, ਹਰ ਇੱਕ ਨੂੰ ਆਜ਼ਾਦੀ ਆ, ਕੋਈ ਵੀ ਧਰਮ ਮਤਲਬ ਉਹ ਅਡਾਪਟ ਕਰ ਸਕਦਾ। ਤੇ ਇਸ ਕਰਕੇ ਆਪਾਂ ਇਹਦੇ ਉੱਪਰ ਫੇਰ ਰੱਖਾਂਗੇ ਪ੍ਰੋਗਰਾਮ ਵੀ ਉਹ ਸਿੱਖ ਕਿਉਂ ਨਹੀਂ। ਜੀ ਜੀ ਬਿਲਕੁਲ, ਕੋਈ ਨਾ ਕੋਈ ਵੀ ਇਨਸਾਨ ਆਪਣਾ, ਹਾਂਜੀ, ਕੋਈ ਵੀ ਇਨਸਾਨ ਆਪਣਾ ਧਰਮ ਬਦਲਦਾ, ਉਹਨੂੰ ਦਰਅਸਲ ਹਾਂ ਇੱਥੇ ਗੁਰਬਚਨ ਸਿੰਘ ਜੀ ਏਦਾਂ ਵੀ ਉਹਨਾਂ ਦਾ ਸਿੰਘ ਸਜਣਾ, ਇੱਕ ਜਿੱਦਾਂ ਆਪਾਂ ਕਹਿੰਦੇ ਵੀ ਸਿੱਖ ਬਣਨਾ, ਉਹ ਇਸ ਤਰ੍ਹਾਂ ਨਹੀਂ ਸੀ। ਦੇਖੋ, ਸਿੱਖ ਧਰਮ ਵਿੱਚ ਅੱਜ ਵੀ ਕੋਈ ਇਹ ਪ੍ਰੋਬਲਮ ਨਹੀਂ ਵੀ ਕੋਈ ਬੰਦਾ ਕਿਸੇ ਨੂੰ ਜਾ ਕੇ ਫੜ ਨਹੀਂ ਲੈਂਦਾ ਕਿ ਤੂੰ ਸਿੱਖ ਨਹੀਂ ਬਣ ਸਕਦਾ, ਤੂੰ ਅੰਮ੍ਰਿਤ ਛਕ ਸਕਦਾ, 5 ਪਿਆਰੇ ਤੋਂ ਅੰਮ੍ਰਿਤ ਛਕੋ, ਸਿੰਘ ਸੱਜ ਜਾਂਦਾ ਬੰਦਾ, ਰਾਈਟ। ਪਰ ਇੱਥੇ ਇੱਕ ਬਾਬਾ ਸਾਹਿਬ ਅੰਬੇਡਕਰ ਵਾਲਾ ਜਿਹੜਾ ਟੌਪਿਕ ਵਿਸ਼ਾ ਆ, ਉਹ ਇੱਕ ਇਹ ਕੰਮ ਕਰਨਾ ਚਾਹੁੰਦੇ ਆ। ਦੇਖੋ, ਕਾਲਜ ਵੀ ਬਣਨਾ ਸ਼ੁਰੂ ਹੋਇਆ ਬੰਬਈ ਦੇ ਵਿੱਚ, ਖਾਲਸਾ ਕਾਲਜ ਬਣਿਆ, ਸਿੱਖਾਂ ਨੇ ਪੈਸਾ ਵੀ ਦਿੱਤਾ, ਕਾਲਜ ਬਣ ਚੁੱਕਿਆ, ਚੱਲ ਰਿਹਾ ਸਾਰਾ ਕੁਛ, ਠੀਕ ਨਹੀਂ। ਪਰ ਉਹ ਇੱਕ ਦੁਨੀਆ ਦੇ ਵਿੱਚ ਇਹ ਗੱਲ ਦਾ ਇੱਕ ਧਮਾਕਾ ਨਹੀਂ ਹੁੰਦਾ, ਇੱਕ ਬਲਾਸਟ ਕਰਨਾ ਚਾਹੁੰਦੇ ਬਈ ਮੈਂ 7 ਕਰੋੜ ਅਛੂਤਾਂ ਨੂੰ ਹਿੰਦੂ ਧਰਮ ਦੀ ਗੁਲਾਮੀ ਦੇ ਵਿੱਚੋਂ ਕੱਢ ਕੇ ਸਿੱਖ ਬਣਾਉਣਾ ਆ। ਇੱਕ ਬਹੁਤ ਵੱਡਾ ਵੀ ਜਿੱਦਾਂ ਇੱਕ ਖੁਲਾਸਾ, ਇੱਕ ਬਲਾਸਟ ਹੋ ਜਾਏ। ਜਿੱਦਾਂ ਆਪਾਂ ਕਹਿੰਦੇ ਨੇ ਕਿ ਅਸ਼ੋਕ ਨੇ ਕਲਿੰਗਾ ਦਾ ਯੁੱਧ ਲੜਿਆ, ਕਲਿੰਗਾ ਦੇ ਯੁੱਧ ਤੇ ਲੜਦਿਆਂ ਜਦੋਂ ਉਹਨੇ ਵੇਖਿਆ ਵੀ ਲੋਕਾਂ ਦਾ ਕਤਲੇਆਮ ਹੋਇਆ, ਬੁਰਾ ਹਾਲ, ਭੌਂਕੇ ਦਿਹਾੜੇ, ਉਹਨੇ ਉੱਥੇ ਹਥਿਆਰ ਸਿੱਟ ਦਿੱਤੇ ਤੇ ਡਿਕਲੇਅਰ ਕਰਤਾ ਕਿ ਮੈਂ ਬੁੱਧ ਧਰਮ ਨੂੰ ਅਡਾਪਟ ਕਰਦਾ। ਕਿੱਡਾ ਵੱਡਾ ਉਹਦਾ ਰਾਜ ਸੀ, ਸਾਰਾ ਅਫਗਾਨਿਸਤਾਨ ਸਾਰਾ ਉਹਦਾ ਰਾਜ ਦੇ ਵਿੱਚ ਸੀਗਾ ਅਸ਼ੋਕ ਦਾ, ਤੇ ਉਹਨੇ ਬੁੱਧ ਧਰਮ ਨੂੰ ਅਡਾਪਟ ਕੀਤਾ। ਇੱਕ ਕੀ ਸੀ, ਬਲਾਸਟ ਹੋਇਆ, ਕਿੰਨੇ ਸੈਂਕੜੇ ਹਜ਼ਾਰਾਂ ਲੱਖਾਂ ਲੋਕ ਬੋਧੀ ਬਣ ਗਏ। ਇੱਦਾਂ ਬਾਬਾ ਸਾਹਿਬ ਅੰਬੇਡਕਰ ਦਾ ਸੀਗਾ, ਜਦੋਂ ਕਹਿੰਦੇ ਸੀ ਕਿ ਮੈਂ ਜੰਮਿਆ ਹਿੰਦੂ ਜ਼ਰੂਰ ਆ, ਮੇਰੇ ਵੱਸ ਵਿੱਚ ਨਹੀਂ ਸੀ, ਪਰ ਮੈਂ ਮਰਾਂਗਾ ਹਿੰਦੂ ਨਹੀਂ। ਇੱਕ ਇਹਦੇ ਵਿੱਚ ਕਿੱਡਾ ਵੱਡੀ ਕੋਈ ਇੱਕ ਸੰਦੇਸ਼ ਆ, ਕਿੰਨੇ ਦੁਖੀ ਹੋਣਗੇ ਅੰਦਰੋਂ। ਇਸਦੀ ਉਹ ਚਾਹੁੰਦੇ ਸੀਗੇ ਵੀ ਸਿੱਖ ਬਣਨਾ। ਬਾਬਾ ਸਾਹਿਬ ਅੰਬੇਡਕਰ ਨੇ ਵਰਲਡ ਲੈਵਲ ਦੇ ਉੱਪਰ ਇੱਕ ਧਮਾਕਾ ਹੋਵੇ, ਲੋਕ ਕਹਿਣ ਵੀ ਕਿਉਂ ਬਾਬਾ ਸਾਹਿਬ ਅੰਬੇਡਕਰ ਕਿਉਂ ਸਿੱਖ ਬਣੇ ਆ ਹਿੰਦੂ ਧਰਮ ਛੱਡ ਕੇ। ਫਿਰ ਕਿ ਹਿੰਦੂ ਧਰਮ 'ਚ ਡਿਸਕ੍ਰਿਮੀਨੇਸ਼ਨ ਆ, ਜਾਤਾਂ ਦੇ ਆਧਾਰ ਤੇ ਲੋਕਾਂ ਨੂੰ ਗਾਈਆਂ ਮੱਝਾਂ ਬੱਕਰੀਆਂ ਤਰ੍ਹਾਂ ਵੰਡਿਆ ਜਾਂਦਾ ਆ, ਤਲਾਬਾਂ 'ਚ ਪਾਣੀ ਨਹੀਂ ਪੀਣ ਦਿੱਤਾ ਜਾਂਦਾ, ਇਕੱਠੇ ਬੈਠ ਕੇ ਲੰਗਰ ਨਹੀਂ ਛਕਣ ਦਿੱਤਾ ਜਾਂਦਾ, ਸਕੂਲਾਂ 'ਚ ਬਰਾਬਰ ਨਹੀਂ ਬੈਠਣ ਦਿੱਤਾ ਜਾਂਦਾ। ਇਹ ਸਾਰੀਆਂ ਚੀਜ਼ਾਂ ਦਾ ਇੱਕ ਵੱਡੇ ਲੈਵਲ ਤੇ ਖੁਲਾਸਾ, ਇੱਕ ਪਟਾਕਾ ਪਾਉਣਾ ਚਾਹੁੰਦੇ ਸੀ। ਦੂਜੀ ਗੱਲ, ਉਹ ਇੱਕ ਤੀਜੀ ਧਿਰ ਖੜੀ ਕਰਨੀ ਚਾਹੁੰਦੇ ਸੀ ਵੀ ਅਗਰ ਜਿੱਦਾਂ ਦੇ ਹਾਲਾਤ ਚੱਲਦੇ, ਜੇ ਪਾਰਟੀਸ਼ਨ ਆਫ ਇੰਡੀਆ ਹੋ ਜਾਂਦਾ, ਹਿੰਦੂਆਂ ਨੇ ਤਾਂ ਆਪਣਾ ਰਾਜ ਲੈ ਜਾਣਾ, ਮੁਸਲਮਾਨ ਕਹਿੰਦੇ ਅਸੀਂ ਆਪਣਾ ਪਾਕਿਸਤਾਨ ਬਣਾ ਲੈਣਾ, ਵੱਖਰਾ ਰਾਜ ਬਣਾ ਲੈਣਾ। ਵੀ ਹੁਣ ਬਚੇ ਕੌਣ? ਸਿੱਖ ਲੀਡਰ,
ਸਿੱਖਾਂ ਦੀ ਨਹੀਂ ਮੈਂ ਗੱਲ, ਸਿੱਖ ਬੜੇ ਸਿਆਣੇ ਆ, ਬੁੱਧੀਜੀਵੀ ਆ, ਨਿਮਰਤਾ ਵਾਲੇ ਆ, ਕਿਰਤ ਕਰਨ ਵਾਲੇ ਆ, ਪਰ ਸਿੱਖਾਂ ਦੇ ਲੀਡਰ ਜਿਹੜੇ ਆ ਇਹ ਸ਼ੁਰੂ ਤੋਂ ਵਿਕਦੇ ਆ ਰਹੇ ਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਵੀ ਧੋਖਾ ਹੋਇਆ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਧੋਖਾ ਹੋਇਆ। ਕਿਹਨਾਂ ਨੇ ਕੀਤਾ? ਸਿੱਖ ਲੀਡਰਾਂ ਨੇ ਹੀ ਕੀਤਾ। ਸਿੱਖ ਲੀਡਰ ਮਾਸਟਰ ਤਾਰਾ ਸਿੰਘ ਦੀ ਜੁੰਡਲੀ ਜਿਹੜੀ ਆ, ਇਹ ਮਹਾਤਮਾ ਗਾਂਧੀ ਦੇ ਚੇਲੇ ਸੀ, ਇਹ ਉਹਦੇ ਭਗਤ ਬਣ ਚੁੱਕੇ ਸੀ। ਇਹ ਗੋਲਮੇਜ ਕਾਨਫਰੰਸਾਂ 'ਚ ਕਹਿੰਦੇ ਸੀ ਕਿ ਸਾਡਾ ਲੀਡਰ ਗਾਂਧੀ ਆ, ਇਹੀ ਸਾਡਾ ਫੈਸਲਾ ਕਰੂਗਾ। ਬਲਦੇਵ ਸਿੰਘ ਹੁਣੀ ਕਹਿੰਦੇ ਸੀ, ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸੀ ਨਹੀਂ, ਅਸੀਂ ਤੁਹਾਡੇ ਨਾਲ ਮੈਂ ਰਲਦੇ ਆ, ਸਾਰੇ ਅਛੂਤ ਜਿੰਨੇ ਵੀ ਅਨਟੱਚੇਬਲ ਆ, ਆਪਾਂ ਰਲ ਕੇ ਆਪਾਂ ਤੀਜੀ ਧਿਰ ਖੜੀ ਕਰ ਦਿਆਂਗੇ। ਜੇ ਅਗਰ ਨੂੰ ਇਹ ਅਲੱਗ-ਅਲੱਗ ਹੋ ਵੀ ਜਾਂਦੇ ਆ, ਹਿੰਦੂ ਆਪਣਾ ਦੇਸ਼ ਲੈਂਦੇ ਆ, ਮੁਸਲਮਾਨ ਆਪਣਾ ਬਣਾਉਂਦੇ, ਤਾਂ ਅਸੀਂ ਆਪਣਾ ਬਣਾ ਲੈਂਦੇ ਰਲ ਕੇ ਇੱਕ। ਇਹ ਤਾਂ ਬਹੁਤ ਵੱਡੀ ਗੱਲ ਸੀ, ਇਹ ਕਿਸੇ ਛੋਟੀ ਮੋਟੀ ਗੱਲ ਨਹੀਂ ਸੀ। ਤੇ ਬਾਬਾ ਸਾਹਿਬ ਅੰਬੇਡਕਰ ਦਾ ਸਿੱਖ ਬਣਨਾ ਅੱਜ ਹੁਣ ਤਰਲੇ, ਅੱਜ ਸਦਾ ਲਈ ਗੁਲਾਮੀਆਂ ਭੋਗ ਰਹੇ ਕਿ ਨਹੀਂ? ਜੀ ਬਿਲਕੁਲ। ਪਰ ਇਸ ਚੀਜ਼ ਨੂੰ ਲੀਡਰ, ਸਿੱਖ ਲੀਡਰ ਸਮਝ ਹੀ ਨਹੀਂ ਸਕੇ। ਮੁਸਲਮਾਨ ਅੱਜ ਬਾਬਾ ਸਾਹਿਬ ਅੰਬੇਡਕਰ ਦੀ ਮਦਦ ਕਰਦੇ ਸੀ। ਮੁਸਲਮਾਨ ਲੀਡਰ ਜਿਹੜੇ ਆ, ਉਹ ਡਾਕਟਰ ਅੰਬੇਡਕਰ ਦੀ ਬਹੁਤ ਉਹਨੀ ਮਦਦ ਕੀਤੀ ਆ, ਬੜੀ ਕੁਰਬਾਨੀ ਦਿੱਤੀ ਆ। ਪਰ ਸਿੱਖ ਲੀਡਰਾਂ ਦੇ ਵਿੱਚੋਂ ਜਿਨ੍ਹਾਂ ਦੇ ਕੋਲ ਪੂਰੀ ਬਾਗਡੋਰ ਸੀ, ਉਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ। ਬਹੁਤੇ ਸਿੱਖ ਲੀਡਰਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਲ ਮਦਦ ਕੀਤੀ ਆ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਉਹਨਾਂ ਨੇ ਵੀ ਪੂਰੀ ਮਦਦ ਕੀਤੀ, ਸਰ ਛੋਟੂ ਰਾਮ ਜੀ ਉਹਨਾਂ ਨੇ ਵੀ। ਪਰ ਮਾਸਟਰ ਤਾਰਾ ਸਿੰਘ ਹੁਣੀ ਜਿਹੜੇ ਗਾਂਧੀ ਦੇ ਨਾਲ ਜਿਹੜੇ ਆ, ਇਹਨਾਂ ਦਾ 9 ਮਾਹ ਦਾ ਰਿਸ਼ਤਾ ਬਣਾਇਆ। ਇਹਨਾਂ ਦਾ ਮਕਸਦ ਇਹੀ ਸੀਗਾ, ਹਿੰਦੂ ਅੰਪਾਇਰ ਕਾਇਮ ਕਰਨਾ। ਠੀਕ ਨੇ ਜੀ, ਬਿਲਕੁਲ ਬਿਲਕੁਲ। ਅੱਛਾ, ਆਪਾਂ ਹੁਣ ਜ਼ਿਆਦਾ ਆਪਾਂ ਡੂੰਘਾਈ 'ਚ ਨਾ ਜਾਂਦੇ ਹੋਏ, ਮੈਨੂੰ ਲੱਗਦਾ ਵੀ ਟਾਈਮ ਕਾਫੀ ਹੋ ਗਿਆ ਆਪਾਂ ਨੂੰ, ਤੇ ਆਖਰ ਦੇ ਵਿੱਚ ਆਪਾਂ ਡਾਕਟਰ ਸਾਹਿਬ ਕੋਲੋਂ ਇੱਕ ਸਵਾਲ ਪੁੱਛਣਾ ਚਾਹੂੰਗੇ ਜਾਂਦੇ ਜਾਂਦੇ। ਡਾਕਟਰ ਸਾਹਿਬ, ਜਿਹੜੇ ਡਾਕਟਰ ਅੰਬੇਦਕਰ ਸਾਹਿਬ ਦੇ ਕੁਝ ਆਪਣੇ ਬੋਲ ਜਿਹੜੇ ਸੀ, ਉਹ ਤੁਸੀਂ ਥੋੜੇ ਜਿਹੇ ਸਾਂਝੇ ਕਰੋ, ਤੇ ਫਿਰ ਆਪਾਂ ਸਰੋਤਿਆਂ ਕੋਲੋਂ ਇਜਾਜ਼ਤ ਲਈਏ ਬਾਅਦ ਦੇ ਵਿੱਚ। ਹਾਂਜੀ, ਉਹਨਾਂ ਨੇ ਕਿਹਾ ਕਿ ਵੀ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਵੀ ਮੈਂ ਹਿੰਦੂ ਜੰਮਿਆ, ਇਹ ਮੇਰੇ ਵੱਸ ਦਾ ਰੋਗ ਨਹੀਂ ਸੀਗਾ, ਮੈਂ ਹਿੰਦੂ ਮਰੂੰਗਾ ਨਹੀਂ। ਠੀਕ ਆ, ਉਹਨਾਂ ਨੇ ਜੋ ਕਿਹਾ ਉਹਨਾਂ ਨੇ ਕੀਤਾ। ਉਹਨਾਂ ਦਾ ਕਹਿਣਾ ਸੀਗਾ ਕਿ ਜੇ ਤੁਸੀਂ ਆਜ਼ਾਦੀ ਚਾਹੁੰਦੇ ਹੋ, ਮਾਨਸਿਕ ਆਜ਼ਾਦੀ ਚਾਹੁੰਦੇ ਹੋ, ਇੱਕ ਜ਼ਿੰਦਗੀ ਜੀਣੀ ਚਾਹੁੰਦੇ ਹੋ, ਤਾਂ ਤੁਹਾਨੂੰ ਜਿਹੜਾ ਹਿੰਦੂਇਜ਼ਮ ਜਿਹੜਾ ਤੁਹਾਨੂੰ ਇਹ ਛੱਡਣਾ ਪਏਗਾ। ਔਰ ਉਹ ਇਨਕਰਜ ਕਰਦੇ ਸੀਗੇ ਕਿ ਵੀ ਤੁਸੀਂ ਹਿੰਦੂਇਜ਼ਮ ਨਿਕਲ ਕੇ ਵੀ ਤੁਸੀਂ ਕਿਸੇ ਧਰਮ 'ਚ ਆ ਜਾਓ, ਅਤੇ ਉਹ ਧਰਮ ਵਿੱਚ ਕੋਈ ਜਾਤ ਪਾਤ ਨਹੀਂ ਹੈ। ਇਹ ਔਰ ਬਹੁਤ ਲੋਕ ਜਿਹੜੇ ਦਲਿਤ ਲੋਕ, ਛੂਤ ਲੋਕ ਮੁਸਲਮਾਨ ਬਣੇ ਨੇ, ਕ੍ਰਿਸਚਨ ਵੀ ਬਣੇ ਨੇ, ਅਤੇ ਸਾਊਥ ਇੰਡੀਆ 'ਚ ਤਾਂ ਬਹੁਤ ਲੋਕ ਕ੍ਰਿਸਚਨ ਹਿੰਦੂ ਜਿਹੜੇ ਆਪਣੇ ਮੁਸਲਮਾਨ ਬਣੇ ਨੇ। ਠੀਕ ਹੈ, ਔਰ ਕਿਉਂਕਿ ਇਹ ਇੱਕ ਤਰ੍ਹਾਂ ਦੀ ਇੱਕ ਮਾਨਸਿਕਤਾ ਜਿਹੜੀ ਨਾ ਤੁਹਾਡੀ ਇੱਕ ਗੁਲਾਮੀ ਆ, ਮਾਨਸਿਕ ਗੁਲਾਮੀ ਇੱਕ ਬਹੁਤ ਵੱਡਾ ਕਲੰਕ ਹੈਗਾ। ਔਰ ਦੂਸਰਾ ਕਹਿੰਦੇ ਸੀ ਕਿ ਵੀ ਜਿਹੜਾ ਸੰਵਿਧਾਨ ਆ ਵੀ ਬਹੁਤ ਵਧੀਆ ਬਣਾ ਦਿੱਤਾ ਹੈਗਾ। ਹਾਂ, ਵੀ ਜੇਕਰ ਸੰਵਿਧਾਨ ਨੂੰ ਚਲਾਉਣ ਵਾਲੇ ਲੋਕਾਂ ਦੀ ਜਿਹੜੀ ਉਹਨਾਂ ਦੇ ਮਨ ਵਿੱਚ ਪਾਪ ਹੈਗਾ, ਇੰਪਲੀਮੈਂਟ ਕਰਨਾ, ਜੇ ਉਹ ਪ੍ਰੋਪਰਲੀ ਇਹਨੂੰ ਯੂਟੀਲਾਈਜ਼ ਨਹੀਂ ਕਰਨਗੇ ਤਾਂ ਸੰਵਿਧਾਨ ਦੀ ਕੋਈ ਕੀਮਤ ਨਹੀਂ ਹੈ, ਜਿਸ ਤਰ੍ਹਾਂ ਹੁਣ ਹੋ ਰਿਹਾ। ਠੀਕ ਹੈ, ਸੰਵਿਧਾਨ ਦਾ ਧੱਜੀ ਉਡਰੀਆਂ ਹੁੰਦੀਆਂ ਨੇ, ਅਤੇ ਜਿਨ੍ਹਾਂ ਨੇ ਕੰਮ ਕਰਨਾ, ਜਿਨ੍ਹਾਂ ਨੇ ਇੰਪਲੀਮੈਂਟ ਕਰਨਾ, ਉਹ ਖੁਦ ਉਹਦੇ ਮੁਤਾਬਕ ਨਹੀਂ ਹੋ ਰਿਹਾ ਇੰਡੀਆ ਦੇ ਵਿੱਚ। ਅਤੇ ਦੂਜਾ ਕਹਿੰਦੇ ਜੇਕਰ ਲੰਬੀਆਂ ਕਤਾਰਾਂ ਲਾਇਬ੍ਰੇਰੀ 'ਚ ਸ਼ੁਰੂ ਹੋ ਜਾਣ ਲੱਗਣੀਆਂ ਮੰਦਰਾਂ ਦੀ ਬਜਾਏ, ਕਿਉਂਕਿ ਮੰਦਰ ਜਾ ਕੇ ਮੰਦਰਾਂ 'ਚੋਂ ਤੁਸੀਂ ਕੀ ਸਿੱਖਣਾ ਹੈਗਾ? ਇੱਕ ਤਰ੍ਹਾਂ ਦੀ ਮੂਰਖਤਾ ਹੀ ਸਿੱਖਣੀ ਹੈਗੀ। ਮੈਨੂੰ ਕੋਈ ਇਤਰਾਜ਼ ਨਹੀਂ ਇਹ ਲਫ਼ਜ਼ ਕਹਿਣ 'ਚ। ਠੀਕ ਆ, ਅਤੇ ਤੁਸੀਂ ਆਪਣੇ ਜੇ ਲਾਇਬ੍ਰੇਰੀ ਲੈਣਾ ਲੱਗੋਗੇ ਤਾਂ ਸਮਝੋ ਵੀ ਤੁਹਾਡੀ ਜਾਗਰਤੀ ਆ ਗਈ ਆ, ਵੀ ਜਿਹੜਾ ਧਰਮ, ਜਿਹੜਾ ਮੰਦਰ ਤੁਹਾਨੂੰ ਬਰਾਬਰ ਨਹੀਂ ਸਮਝਦਾ, ਠੀਕ ਆ, ਤੁਹਾਨੂੰ ਅਛੂਤ ਸਮਝਦਾ, ਉਹਨੂੰ ਤੁਸੀਂ ਤਿਆਗ ਦਿਓ। ਅਤੇ ਇਹ ਔਰ ਵੀ ਇੱਕ ਵੀ ਮਾਨਸਿਕ ਗੁਲਾਮੀ ਤੋਂ ਤੁਸੀਂ ਨਿਕਲਣਾ ਹੈਗਾ। ਹਾਂਜੀ, ਤੇ ਮੇਰਾ ਖਿਆਲ ਡਾਕਟਰ ਸਾਹਿਬ ਆਪਾਂ ਕਾਫੀ ਕੁਛ ਕਵਰ ਕਰ ਲਿਆ। ਬਾਕੀ ਤੇ ਇਹਨਾਂ ਦੀ ਜੀਵਨੀ ਬਾਰੇ ਭਾਵੇਂ ਆਪਣੇ ਦਿਨ ਰਾਤ ਗੱਲਾਂ ਕਰੀਓ ਤਦ ਵੀ ਨਹੀਂ ਮੁੱਕ ਸਕਦੀਆਂ। ਵੈਸੇ ਤਾਂ ਬਹੁਤ ਚੀਜ਼ਾਂ ਕਵਰ ਕਰਨੀਆਂ ਰਹਿ ਗਈਆਂ। ਆਪਣਾ ਹਿੰਦੂ ਕੋਡ ਦਾ ਆਪਣਾ ਰਹਿ ਗਿਆ, ਚਲੋ ਕੋਈ ਗੱਲ ਨਹੀਂ। ਵੈਸੇ ਗੱਲਾਂ ਤੇ ਉਹ ਮਾੜੀ ਮਾੜੀ ਆਪਾਂ ਤੇ ਟੌਪਿਕਾਂ ਤੇ ਥੋੜੀ ਮੈਂ ਆਪਣੇ ਡਾਕਟਰ ਸਾਹਿਬ
ਹਾਂਜੀ ਹਾਂਜੀ ਹਿੰਦੂ ਕੋਡ ਬੈਲ ਦਾ ਮਾੜਾ ਦੱਸ ਦਿਓ, ਇਸ਼ਾਰਾ ਜਾਂ ਦੇ ਦਿਓ। ਹਾਂਜੀ ਇਹ ਔਰਤਾਂ ਦੀ ਆਜ਼ਾਦੀ ਲਈ ਸੀਗਾ ਹਿੰਦੂ ਜੀ। ਕੋਡ ਬਿੱਲ। ਤੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ। ਔਰਤਾਂ ਹੂੰ ਪ੍ਰਾਪਰਟੀ ਜ਼ਿਆਦਾ ਨਹੀਂ ਰੱਖ ਸਕਦੀਆਂ, ਤੇ ਉਹ ਤਲਾਕ ਨਹੀਂ ਸੀ ਲੈ ਸਕਦੀਆਂ। ਇੱਕ ਤਰ੍ਹਾਂ ਦੀ ਜਿਹੜੀ ਔਰਤਾਂ ਵੀ, ਕਿਉਂਕਿ ਉਹ ਜਿਹੜੀ ਮਨੂ ਸਮਿਤੀ ਦੇ ਮੁਤਾਬਕ ਇੱਕ ਪੈਰ ਦੀ ਜੁੱਤੀ ਹੈਗੀ ਉਹ ਤੇ ਉਹਨਾਂ ਦੀ ਤਾਂ ਹਾਲਤਾਂ ਸ਼ੂਦਰਾਂ ਤੋਂ ਵੀ ਮਾੜੀ ਸੀਗੀ। ਔਰ ਇਹ ਹੂੰ ਡਾਕਟਰ ਅੰਬੇਦਕਰ ਨੇ ਇਹਨਾਂ ਦੀ ਔਰਤਾਂ ਦੇ ਲਈ ਹਿੰਦੂ ਕੋਡ ਬਿੱਲ ਜਿਹੜਾ ਇਹਨਾਂ ਦੀ ਬਰਾਬਰਤਾ, ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ, ਇਹਨਾਂ ਨੂੰ ਤਲਾਕ ਲੈਣ ਦਾ ਅਧਿਕਾਰ, ਇਹਨਾਂ ਨੂੰ ਪੜ੍ਹਨ ਦਾ ਅਧਿਕਾਰ ਦੇ ਲਈ ਬਹੁਤ ਜਦੋਜਹਿਦ ਕੀਤੀ। ਔਰ ਗਾਂਧੀ ਕਹਿੰਦਾ ਸਾਡੀ ਸੰਸਕ੍ਰਿਤੀ ਨਹੀਂ ਹੈ। ਔਰ ਇਹਨਾਂ ਨੇ ਉੱਚੀ ਜਾਤਾਂ ਵਾਲਿਆਂ ਨੇ ਇਹਨਾਂ ਨੇ ਔਰਤਾਂ ਤੋਂ ਹੀ ਡਾਕਟਰ ਅੰਬੇਦਕਰ ਦਾ ਵਿਰੋਧ ਕਰਵਾਇਆ। ਜੀ ਔਰ ਤੇ ਡਾਕਟਰ ਅੰਬੇਦਕਰ ਨੂੰ ਇਹਨਾਂ ਨੇ ਰਿਜ਼ਾਈਨ ਵੀ ਕੀਤਾ ਇਸ ਕਰਕੇ। ਪਰ ਬਾਅਦ ਹੂੰ ਵਿੱਚ ਉਹਨੂੰ ਅਡਾਪਟ ਕੀਤਾ ਗਿਆ। ਠੀਕ ਹੈ ਜੀ। ਜੀ। ਤੇ ਤੇ ਆਪਣੇ ਗੁਰਬਚਨ ਸਿੰਘ ਜੀ, ਜੀ ਅਖੀਰ ਤੇ ਮੈਂ ਵੀ ਇੱਕ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਿਹੜੀ ਗੱਲ ਕੋਟ ਕਰਨੀ ਚਾਹੁੰਦਾ ਕਿ ਹੂੰ ਜਿਹੜਾ ਉਹਨਾਂ ਨੇ ਜਾਤ ਪਾਤ ਦਾ ਬੀਜ ਨਾਸ਼ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਇਹ ਭਾਰਤ ਦੇ ਬਿਲਕੁਲ ਲੋਕੋ, ਅਗਰ ਤੁਸੀਂ ਹੂੰ ਆਪਣੀਆਂ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨਾ ਚਾਹੁੰਦੇ ਹੋ, ਜੀ ਤੁਹਾਨੂੰ ਉਸ ਸਟੈਂਡ ਤੇ ਉਸ ਪਲੇਟ ਲੈਵਲ ਤੇ ਖੜਨਾ ਪਵੇਗਾ ਜਿਸ ਲੈਵਲ ਤੇ ਬੁੱਧਾ, ਜਿਸ ਹੂੰ ਲੈਵਲ ਤੇ ਗੁਰੂ ਨਾਨਕ ਸਾਹਿਬ, ਜਿਸ ਲੈਵਲ ਤੇ ਗੁਰੂ ਹੂੰ ਗੋਬਿੰਦ ਸਿੰਘ ਜੀ ਨੇ ਖੜ ਕੇ ਜੰਗ ਲੜੀ ਹੈ, ਤੁਹਾਨੂੰ ਵੀ ਉਸ ਹੀ ਲੈਵਲ ਤੇ ਖੜ ਕੇ ਜੰਗ ਲੜਨੀ ਪਵੇਗੀ। ਤਦ ਹੀ ਤੁਸੀਂ ਆਪਣੀਆਂ ਗੁਲਾਮੀ ਦੀਆਂ, ਸਮਾਜਿਕ ਗੁਲਾਮੀ ਦੀਆਂ, ਆਰਥਿਕ ਗੁਲਾਮੀ ਦੀਆਂ, ਰਾਜਨੀਤਿਕ ਗੁਲਾਮੀ ਦੀਆਂ ਬੇੜੀਆਂ ਨੂੰ ਤੋੜ ਸਕਦੇ ਹੋ। ਦੇਖੋ ਕਿੱਡੀ ਵੱਡੀ ਗੱਲ ਲਿਖੀ ਗਈ ਹੈ ਜੀ ਬਿਲਕੁਲ ਕਿ ਕਿੰਨਾ ਉਹਨਾਂ ਨੇ ਸਟੱਡੀ, ਕਿੰਨਾ ਸੰਘਰਸ਼, ਕਿੰਨੀ ਨੌਲੇਜ, ਕਿੰਨਾ ਗਿਆਨ ਹੋਵੇਗਾ, ਹਨਾ। ਜੀ ਬਿਲਕੁਲ 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 ਜੀ। ਹਾਂਜੀ। ਹਾਂਜੀ। ਤੇ ਮੇਰੇ ਖਿਆਲ ਨਾਲ ਹੁਣ ਆਪਾਂ ਇਜਾਜ਼ਤ ਲਈਏ ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕੋਈ ਨਵਾਂ ਟੌਪਿਕ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਰੋਤਿਆਂ ਦੇ ਨਾਲ। ਤੇ ਠੀਕ। ਕੋਈ ਹੋਰ ਵਿਚਾਰ ਜਾਂ ਅਖੀਰ ਦੇ ਵਿੱਚ ਕੋਈ ਸਾਂਝਾ ਕਰਨਾ ਹੋਵੇ, ਤੁਸੀਂ 1 ਮਿੰਟ 'ਚ ਆਪਾਂ ਕਰ ਸਕਦੇ ਹਾਂ, ਤੇ ਨਹੀਂ ਤਾਂ ਫਿਰ ਇਜਾਜ਼ਤ ਲਈਏ ਜੀ। ਜੀ ਡਾਕਟਰ ਸਾਹਿਬ। ਬਸ ਠੀਕ ਹੈ ਜੀ, ਤਕਰੀਬਨ ਕਵਰ ਆਪਣਾ ਹੋ ਹੀ ਗਿਆ ਸਭ ਕੁਝ। ਅੱਛਾ ਹਾਂਜੀ ਜੀ। ਤੇ ਹਾਂਜੀ, ਤੇ ਤੇ ਡਾਕਟਰ ਐਂਡ ਅੰਬੇਦਕਰ ਨੂੰ ਥੋੜ੍ਹਾ ਜਿਹਾ ਮੈਂ ਕਹਿਣਾ ਚਾਹੁੰਦਾ ਕਿ ਕੋਈ ਟਾਈਮ ਸੀਗਾ, ਡਾਕਟਰ ਅੰਬੇਦਕਰ ਨੂੰ ਬਿਲਕੁਲ ਦਫਨਾ ਦਿੱਤਾ ਗਿਆ ਸੀ ਇਹਨਾਂ ਦੀ ਸੋਚ ਨੂੰ। ਤੇ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਖਰੀਦ ਕੇ ਡਿਸਟਰੋਏ ਕੀਤਾ ਜਾਂਦਾ ਸੀਗਾ। ਔਰ ਜਿਹੜੇ ਵਿਦਵਾਨ ਇਹਨਾਂ ਦੀਆਂ ਕਿਤਾਬਾਂ 'ਤੇ ਲਿਖਦੇ ਸੀ, ਇਹਨਾਂ ਦੇ ਜੀਵਨੀ 'ਤੇ ਜਾਂ ਇਹਨਾਂ ਦੇ ਸੰਘਰਸ਼ ਬਾਰੇ ਲਿਖਦੇ ਸੀ, ਉਹ ਵਿਦਵਾਨਾਂ ਦੀਆਂ ਕਿਤਾਬਾਂ ਵੀ ਤੇ ਕੁਝ RSS, ਕੁਝ ਉਹਨਾਂ ਦੇ ਜਿਹੜੇ IT ਸੈੱਲ ਵਗੈਰਾ ਸੀਗੇ, ਉਹ ਖਰੀਦ ਕੇ ਡਿਸਟਰੋਏ ਕਰ ਦਿੰਦੇ ਸੀਗੇ। ਉਹ ਲੱਗਦੇ ਸਾਡੀਆਂ ਕਿਤਾਬਾਂ ਬਹੁਤ ਵਿਕ ਰਹੀਆਂ ਨੇ, ਪਰ ਹੂੰ ਵੀ ਕੋਈ ਬਦਲਾਅ ਕਿਉਂ ਨਹੀਂ ਆ ਰਿਹਾ। ਪਰ ਹੂੰ। ਪਤਾ ਲੱਗਿਆ ਕਿ ਇਹ ਇੱਕ ਬਹੁਤ ਵੱਡੀ ਇੱਕ ਤਰ੍ਹਾਂ ਦੀ ਇਹ ਨਾ ਕੌਨਸਪੀਰੇਸੀ ਹੈਗੀ ਕਿ ਵੀ ਇਹਨਾਂ ਨੂੰ, ਤੇ ਜੇਕਰ ਕਾਂਸੀ ਰਾਮ ਨੇ ਨਾ ਦੁਬਾਰੇ ਰਿਵਾਈਵ ਕੀਤਾ। ਔਰ ਇਹ ਇੱਕ ਤਰ੍ਹਾਂ ਦਾ ਇਹਨਾਂ ਦੇ ਨਾਂ ਲਾਇਬ੍ਰੇਰੀ ਵਿੱਚ ਕੋਈ ਕਿਤਾਬ ਮਿਲਦੀ ਸੀ ਨਾ, ਕੋਈ ਇਹਨਾਂ ਦੀ ਕੋਈ ਕਿਸੇ ਮਤਲਬ ਟੋਟਲੀ ਜਿੰਨੀਆਂ ਕਿਤਾਬਾਂ ਲਿਖੀਆਂ ਹੂੰ। ਜਾਂਦੀਆਂ ਸੀਗੀਆਂ, ਪਬਲਿਸ਼ ਹੁੰਦੀਆਂ ਸੀਗੀਆਂ, ਉਹ ਸਾਰੀਆਂ ਡਿਸਟਰੋਏ ਕੀਤੀਆਂ ਜਾਂਦੀਆਂ ਸੀਗੀਆਂ, ਖਰੀਦ ਕੇ ਹੂੰ ਓ, ਡਿਸਟਰੋਏ ਕਰ ਦਿੰਦੇ ਸੀਗੇ। ਇਹ ਗੱਲ। ਮਤਲਬ ਜੀ ਜੀ ਕਿੰਨੇ ਮਨੀ ਮਤਲਬ ਬਈ ਕੋਈ ਜਿਹੜੀ ਫਿਲਾਸਫੀ ਤੇ ਵੀ ਇਹਨਾਂ ਬਾਰੇ ਪਤਾ ਹੀ ਨਾ ਲੱਗੇ। ਓਹੋ। ਇਹ ਤਾਂ ਇੱਕ ਕਾਂਸੀ ਰਾਮ ਨੇ, ਜਿਨ੍ਹਾਂ ਨੇ ਦੁਬਾਰੇ ਇਹਨਾਂ ਨੂੰ, ਨਹੀਂ ਤਾਂ ਇਹਨਾਂ ਨੂੰ ਦਫਨਾ ਦਿੱਤੇ ਗਏ ਸੀਗੇ, ਇਹਨਾਂ ਦੀ ਸੋਚ ਹੂੰ ਨੂੰ ਹੂੰ। ਖਤਮ ਕਰ ਦਿੱਤਾ ਗਿਆ ਸੀਗਾ। ਤੇ ਹੀ ਵਾਜ ਦੀ ਪਰਸਨ ਨੂੰ ਰਿਵਾਈਵ ਹੈ। ਇਹ ਗੱਲ ਸਹੀ ਆ ਜੀ ਤੁਹਾਡੀ ਡਾਕਟਰ ਬਿਲਕੁਲ ਸਾਹਿਬ। ਇਹ ਗੱਲ ਪ੍ਰੋਫੈਸਰ ਗੁਰਨਾਮ ਸਿੰਘ ਨੇ ਵੀ ਕਹੀ ਵੀ ਮੈਂ ਕਿਸੇ ਨੂੰ 25 ਕਿਤਾਬਾਂ ਤੋਂ 20 ਕਿਤਾਬਾਂ ਤੋਂ ਜ਼ਿਆਦਾ ਕਿਤਾਬਾਂ ਨਹੀਂ ਦੇਣੀਆਂ, ਭਾਵੇਂ ਮੈਨੂੰ ਡਬਲ ਪ੍ਰਾਈਸ ਵੀ ਦੇਵੋ। ਉਹ ਇਹੀ ਰੀਜ਼ਨ ਸੀਗਾ ਹੂੰ ਵੀ ਉਹ ਹੂੰ RSS ਵਾਲੇ ਚੰਗੀਆਂ ਕਿਤਾਬਾਂ ਨੂੰ ਉਹਨਾਂ ਕੋਲ ਪੈਸਾ ਵਾਧੋ ਖਰੀਦ ਕੇ ਡਿਸਟਰੋਏ ਕਰ ਦਿੰਦੇ ਵੀ ਲੋਕਾਂ ਤੱਕ ਨਾ ਪਹੁੰਚਣ। ਹੂੰ ਤੇ ਲਿਖਣ ਵਾਲੇ ਨੂੰ ਇਹ ਲੱਗਦਾ ਕਿ ਮੇਰੀਆਂ ਕਿਤਾਬਾਂ ਬਹੁਤ ਵਿਕ ਗਈਆਂ ਹਾਂ ਵਿਕ ਰਹੀਆਂ। ਤੇ ਜੀ ਸਮਾਜ ਬਿਲਕੁਲ ਕੋ ਜਾਂਦੀਆਂ ਨਹੀਂ ਤੇ ਪਰਿਵਰਤਨ ਕਿੱਥੋਂ ਆਊਗਾ। ਓ ਯਾ ਮਾਈ। ਉਹਨਾਂ ਨੂੰ ਹੂੰ ਫਾਲਸ ਸੈਂਸ ਜਿਹੜੀ ਨਾ, ਉਹਨਾਂ ਨੂੰ ਜੀ। ਇਹ ਜਿਹੀਆਂ ਬਹੁਤ ਕੌਨਸਪੀਰੇਸੀ ਹੈਗੀਆਂ। ਤੇ
ਜਿਹੜੀਆਂ ਜੀ ਕਿ ਹੋ ਰਹੀਆਂ ਨੇ, ਜੀ ਪਹਿਲਾਂ ਵੀ ਹੁੰਦੀਆਂ ਸੀ, ਠੀਕ ਹੈ ਹੁਣ ਵੀ ਜੀ। ਹੁੰਦੀਆਂ ਨੇ। ਤੇ ਹਾਂਜੀ ਜੀ ਬਿਲਕੁਲ, ਤੇ ਠੀਕ ਹੈ ਜੀ, ਫਿਰ ਲਈਏ ਇਜਾਜ਼ਤ। ਹਾਂਜੀ ਓਕੇ ਜੀ। ਠੀਕ ਹੈ ਜੀ, ਓਕੇ ਜੀ। ਬਹੁਤ ਡਾਕਟਰ ਸਾਹਿਬ ਤੁਹਾਡਾ ਬਹੁਤ ਔਰ ਬਹੁਤ ਓਕੇ ਧੰਨਵਾਦ, ਜੀ। ਤੇ ਆਪਣੇ ਧਰਿੰਦਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਂਝਾ ਸੁਨੇਹਾ ਪ੍ਰੋਗਰਾਮ ਵਿੱਚ ਆਉਣ ਲਈ, ਤੇ ਤੁਸੀਂ ਜੀ ਸਰੋਤਿਆਂ ਨੂੰ ਬਹੁਤ ਬਹੁਤ ਚੰਗੇ ਵਧੀਆ ਵਧੀਆ ਸੁਝਾਅ ਦੱਸੇ ਆ। ਤੇ ਜੀ ਅੱਗੇ ਤੋਂ ਵੀ ਆਪਾਂ ਮੌਕਾ ਦੇਵਾਂਗੇ ਸਰੋਤਿਆਂ ਨੂੰ ਕਿ ਅਸੀਂ ਕੋਈ ਚੰਗਾ ਪ੍ਰੋਗਰਾਮ ਲੈ ਕੇ ਜਿਹਦੇ ਵਿੱਚੋਂ ਕੋਈ ਸੋਧਤਾ ਕਰ ਸਕਣ, ਸਰੋਤੇ ਵੀ ਕਰ ਸਕਣ। ਜੇ ਸਾਨੂੰ ਕੋਈ ਉਹਨਾਂ ਦਾ ਕੁਐਸਚਨ ਹੋਵੇ, ਉਹਨਾਂ ਨੂੰ ਸਾਨੂੰ ਕਮੈਂਟ ਕਰਕੇ ਦੱਸ ਸਕਦੇ, ਸਾਨੂੰ ਫੋਨ ਕਾਲ ਕਰਕੇ ਦੱਸ ਸਕਦੇ, ਉਹਨਾਂ ਦਾ ਅਸੀਂ ਆਨਸਰ ਦੇ ਸਕੀਏ ਤਾਂ ਦੇ ਸਕਾਂਗੇ ਜ਼ਰੂਰ। ਤੇ ਬਾਕੀ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ, ਧੰਨਵਾਦ ਜੀ। ਤੇ ਜੈ ਭੀਮ ਵਾਹਿਗੁਰੂ ਜੈ ਜੀ ਕਾ ਖਾਲਸਾ, ਭਾਰਤ, ਵਾਹਿਗੁਰੂ ਜੀ ਜੈ ਕਾ ਭੀਮ ਜੈ ਖਾਲਸਾ। ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ ਜੀ। ਹਾਂਜੀ ਸਰੋਤੇ, ਹੁਣ ਅਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਂਝਾ ਸੁਨੇਹਾ, ਜਿਸ ਦੇ ਵਿੱਚ ਡਾਕਟਰ ਹਰਚੰਦ ਸਿੰਘ ਤੇ ਇੰਦਰਜੀਤ ਸਿੰਘ ਬੱਲੋਵਾਲੀਆ, ਜੋ ਕਿ ਸਾਡੇ ਇੱਥੇ ਅਮਰੀਕਾ ਦੇ ਵਿੱਚ ਰਹਿ ਰਿਹਾ, ਉਹਨਾਂ ਨੇ ਕਾਫੀ ਚੰਗੇ ਸੁਚੱਜੇ ਢੰਗ ਦੇ ਨਾਲ ਤੁਹਾਨੂੰ ਸਾਰੇ ਪ੍ਰੋਗਰਾਮ ਵਿੱਚ ਡਾਕਟਰ ਅੰਬੇਦਕਰ ਸਾਹਿਬ ਹੋਣ ਬਾਰੇ, ਜੀਵਨੀ ਬਾਰੇ ਦੱਸਿਆ। ਤੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਊਗਾ। ਕਿ ਬਾਕੀ ਮੈਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਇਹੀ ਦੱਸਦਾ ਹੁੰਦਾ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ, ਇਸ ਨੂੰ ਇੱਕ ਸੁਨੇਹਾ ਹੀ, ਇਸ ਪ੍ਰੋਗਰਾਮ ਵਿੱਚ ਸੁਨੇਹਾ ਹੀ ਦਿੱਤਾ ਜਾਂਦਾ। ਜੇ ਕੋਈ ਕਿਸੇ ਨੂੰ ਕੋਈ ਕਿਸੇ ਵੀ ਕਿਸਮ ਦੀ ਠੇਸ ਪਹੁੰਚਦੀ ਹੋਵੇ ਜਾਂ ਕੋਈ, ਪਰ ਸਾਡਾ ਕੋਈ ਮਕਸਦ ਨਹੀਂ ਹੁੰਦਾ ਵੀ ਕਿਸੇ ਧਰਮ ਬਾਰੇ ਜਾਂ ਕਿਸੇ ਮਜ਼ਹਬ ਬਾਰੇ ਜਾਂ ਕਿਸੇ ਵੀ ਬਾਰੇ ਗਲਤ ਗੱਲ ਕਰਨ ਬਾਰੇ। ਪਰ ਕਈ ਵਾਰੀ ਜਿਹੜੀਆਂ ਸੱਚਾਈਆਂ ਆ ਉਹ ਸਾਨੂੰ ਸਾਹਮਣੇ ਰੱਖਣੀਆਂ ਪੈਂਦੀਆਂ, ਤੇ ਜਿਸ ਨੂੰ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਸੱਦਾ ਦਿੰਦੇ ਹਾਂ, ਉਸ ਨੂੰ ਸੁਣਨਾ ਪੈਂਦਾ ਤੇ ਉਸ ਦੀਆਂ ਗੱਲਾਂ ਨੂੰ ਅੱਗੇ ਤੱਕ ਪਹੁੰਚਾਉਣਾ ਪੈਂਦਾ। ਇੰਨੀਆਂ ਗੱਲਾਂ ਤੋਂ ਬਾਅਦ ਮੈਂ ਤੁਹਾਨੂੰ ਇੱਕ ਵਾਰੀ ਫਿਰ ਮੇਰੇ ਵੱਲੋਂ, ਗੁਰਬਚਨ ਵੱਲੋਂ, ਸਾਰੇ ਹੀ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਬਹੁਤ ਹੀ ਨਿੱਘੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਗੇ ਤੋਂ ਫਿਰ ਇੱਕ ਨਵਾਂ ਸੰਦੇਸ਼ ਸੁਨੇਹਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਜਲਦੀ ਹੀ। ਤੇ ਹੁਣ ਦਿਓ ਇਜਾਜ਼ਤ, ਰੱਬ ਰਾਖਾ ਜੀ। ਉਹ ਬੇਹਿੰਮਤੇ ਸ਼ਿਕਵੇ ਕਰਨ ਮੁਕੱਦਰਾਂ ਤੇ, ਉਹ ਉੱਗਣ ਵਾਲੇ ਦੁਪੱਟੇ ਦੇ ਪਾੜ ਕੇ ਸੀਨੇ ਪੱਥਰਾਂ ਦੇ।